संगत जी, वाहिगुरु जी का खालसा, वाहिगुरु जी की फतेह। गुरु ग्रंथ साहब जी ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1053 ਤੋਂ ਅੱਗੇ ਅਸੀਂ ਪਾਠ ਕਰਨਾ ਹੈ। 1053 ਨੰਬਰ ਅੰਕ ਤੋਂ ਅੱਗੇ ਪਾਠ ਕਰਨਾ ਹੈ। ਮਾਰੂ ਰਾਗ ਵਿੱਚ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸੋਹਿਲਿਆਂ ਦੇ ਪਾਠ ਚੱਲ ਰਹੇ ਹੈਗੇ, ਜਿਸ ਵਿੱਚ ਕੱਲ ਤੱਕ ਅਸੀਂ 10ਵੇਂ ਸੋਹਲੇ ਦੇ 6 ਪੱਤਿਆਂ ਤੱਕ ਦਾ ਪਾਠ ਹੋਇਆ ਸੀਗਾ ਤੇ ਅੱਜ ਅਸੀਂ ਅੱਗੋਂ ਪਾਠ ਕਰਨਾ ਹੈਗਾ। आपे बख्शे गुर सेवा लाए, गुरमती नाम मन वसाए, अंदिन नाम ध्याए साचा, इस जग में नामो लाहा है, अंदिन नाम ध्याए साचा, इस जग में नामो लाहा है, आपे बख्शे गुर सेवा लाए। आपे ही अपने हुक्म विच जदों उसदे हुक्म विच उसदे हुक्म नूं बुझ के जदों मनुख उसदे हुक्म नूं मनन विच ले आंदा है, उस हुक्म नूं बुझ लैंदा है ते परमात्मा दे बनाए हुए हुक्म दे आधार ते मानो वो आप ही बख्शिश करके गुर सेवा लाए, गुरु दी सेवा ते ला दिंदा है, पाओ सच दी राह दे उत्ते टोर दिंदा है। गुर सेवा लाए, गुरु दी सेवा। हुण गुरु दी सेवा की है? गुरु दी दसी राह दे उत्ते टुरना। जे साधारण अखरां विच समझना करिए गुरु दी सेवा की है? ਅਸੀਂ ਗੁਰੂ ਦੀ ਸੇਵਾ ਸਮਝਦੇ ਹਾਂ ਕਿ ਅਸੀਂ ਗੁਰੂ ਨੂੰ ਚੌਰ ਕਰ ਦਿੱਤੇ, ਗੁਰੂ ਦੀ ਸੇਵਾ ਕਰ ਰਹੇ ਹਾਂ। ਅਸੀਂ ਕਈ ਵਾਰੀ ਤੱਕਦੇ ਹਾਂ ਪਾਏ ਦਬ ਰਹੇ ਹਾਂ, ਗੁਰੂ ਦੀ ਸੇਵਾ ਕਰ ਰਹੇ ਹਾਂ। ਗੁਰਸੇਵਾ ਬਾਬਤ ਕਈ ਵਾਰੀ ਗੱਲ ਹੋ ਚੁੱਕੀ ਹੈਗੀ ਹੈ। ਗੁਰਸੇਵਾ ਤੋਂ ਭਾਵੇਂ ਜੋ ਗੁਰ ਕਹਿ ਰਹੇ ਹਨ ਉਹ ਕੰਮ ਕਰਨੇ ਗੁਰੂ ਦੀ ਸੇਵਾ ਹੈਗੀ। ਹੁਣ ਅਸੀਂ ਹੋਰ ਥੋੜਾ ਜਿਹਾ ਅੱਗੇ ਧਿਆਨ ਦਈਏ ਨਾ ਤੇ ਗੁਰੂ ਸਾਹਿਬ ਤੇ ਸਾਨੂੰ ਸਮਝਾਣਾ ਕੁਝ ਕਰਦੇ ਨੇ, ਅਸੀਂ ਜ਼ਿੰਦਗੀ ਕੁਝ ਹੋਰ ਬਣਾਈ ਹੋਈ ਹੈ। ਅਸੀਂ ਸਮਝਦੇ ਹਾਂ ਕਿ ਅਸੀਂ ਗੁਰੂ ਦੀ ਸੇਵਾ ਕਰ ਰਹੇ ਹਾਂ, ਅਸੀਂ ਦੁੱਧ ਨਾਲ ਥੜੇ ਧੋਣ ਲੱਗ ਪੈਂਦੇ ਹੈਗੇ ਆ। ਅਸੀਂ ਸੋਚਦੇ ਹਾਂ ਅਸੀਂ ਗੁਰੂ ਦੀ ਸੇਵਾ ਕਰ ਰਹੇ ਹਾਂ। ਗੁਰੂ ਤੇ ਕਹਿੰਦਾ ਦੁੱਧ ਪਿਲਾਉਣਾ ਹੀ ਤੇ ਲੋੜਵੰਦ ਨੂੰ ਪਿਲਾ। ਗੁਰੂ ਤੇ ਇਹ ਸਮਝਾ ਰਿਹਾ। ਗੁਰੂ ਦੀ ਸੇਵਾ ਤੇ ਉਹੀ ਹੋਵੇ ਨਾ ਜੋ ਗੁਰੂ ਸਮਝਾ ਰਿਹਾ ਉਹ ਮੰਨ ਲਈਏ। ਅਸੀਂ ਬਾਣੀ ਪੜ੍ਹ ਰਹੇ ਹਾਂ ਪਰ ਕਰ ਆਪਣੇ ਮਨ ਦੀ ਰਹੇ ਹਾਂ, ਗੁਰੂ ਦੀ ਨਹੀਂ ਮੰਨ ਰਹੇ। ਅਸੀਂ ਕਰ ਆਪਣੇ ਮਨ ਦੀ ਰਹੇ ਹਾਂ, ਗੁਰੂ ਸਾਨੂੰ ਸਮਝਾ ਕੁਝ ਹੋਰ ਰਿਹਾ। ਅਸੀਂ ਭਾਵੇਂ ਆਪਣੀ ਮਨ ਦੀ ਕਰੀ ਜਾ ਰਹੇ ਹੈਗੇ ਆ। ਅਸੀਂ ਥੜਿਆਂ ਨੂੰ ਹੀ ਦੁੱਧ ਨਾਲ ਧੋਣ ਨੂੰ ਹੀ ਗੁਰੂ ਦੀ ਸੇਵਾ ਸਮਝੀ ਜਾ ਰਹੇ ਹਾਂ। ਗੁਰੂ ਸਾਹਿਬ ਕਹਿ ਰਹੇ ਆਪੇ ਬਖਸ਼ੇ ਗੁਰ ਸੇਵਾ ਲਾਏ। ਗੁਰ ਸੇਵਾ ਦੇ ਉੱਤੇ ਜਿੰਨੀ ਵੀ ਗੱਲ ਕੀਤੀ ਜਾਏ ਨਾ ਘੱਟ ਹੈਗੀ, ਕਿਉਂਕਿ ਸਾਰੇ ਕਈ ਕਿਸਮ ਦੇ ਕਰਮ ਕਾਂਡ, ਕਈ ਕਿਸਮ ਦੇ ਪਖੰਡ ਅਗਿਆਨਤਾ ਦੀ ਵਜ੍ਹਾ ਕਰਕੇ ਸਾਡੇ ਮਨਾਂ ਵਿੱਚ ਧਰ ਕਰ ਚੁੱਕੇ ਹੈਗੇ ਹਨ ਤੇ ਅਸੀਂ ਉਸੇ ਨੂੰ ਹੀ ਗੁਰੂ ਸੇਵਾ ਸਮਝੀ ਜਾ ਰਹੇ ਹੈਗੇ ਹਾਂ। ਤੇ ਗੁਰ ਸੇਵਾ ਬਾਬਤ ਨਾਲ ਦੇ ਨਾਲ ਹੋਰ ਵੀ ਖੁਲਾਸੇ ਹੋਰ ਵੀਰ ਵੀ ਕਰਦੇ ਰਹਿਣਗੇ, ਜਿਸਦੇ ਨਾਲ ਕਿ ਸਾਡਾ ਜੀਵਨ ਚੰਗੀ ਤਰ੍ਹਾਂ ਗੁਰੂ ਦੀ ਸੇਵਾ ਨੂੰ ਸਮਝ ਕੇ, ਗੁਰੂ ਦੀ ਸੇਵਾ ਸਮਝ ਕੇ ਗੁਰੂ ਦੀ ਸੇਵਾ ਕਰਨ ਲੱਗ ਪਵੇ। ਗੁਰਮਤੀ ਨਾਮ ਮਨ ਵਸਾਏ, ਜਿਹੜੀ ਹੈ ਗੁਰਮਤੀ ਨਾਮ ਮਨ ਵਸਾਏ ਨਾ, ਸਮਝ ਲਈਏ ਇਹ ਗੁਰੂ ਸਾਹਿਬ ਨੇ ਸੇਵਾ ਸਮਝਾਣੀ ਸ਼ੁਰੂ ਕਰ ਦਿੱਤੀ ਹੈ। ਗੁਰੂ ਦੀ ਮੱਤ ਲੈ ਕੇ, ਹੁਣ ਨਾਮ ਨੂੰ ਮਨ ਵਸਾਣਾ, ਗੁਰਮਤੀ ਉਹ ਵੀ ਗੁਰੂ ਦੀ ਮੱਤ ਲੈ ਕੇ ਨਾਮ ਨੂੰ ਮਨ ਵਿੱਚ ਵਸਾਉਣਾ। ਗੁਰੂ ਦੀ ਨਾਮ ਮਨ ਵਿੱਚ ਵਸਾਉਣ ਦੇ ਲਈ ਵੀ ਗੁਰੂ ਦੀ ਮੱਤ ਦੀ ਲੋੜ ਹੈ। ਗੁਰੂ ਸਾਹਿਬ ਕਹਿ ਰਹੇ ਹਨ ਆਪੇ ਬਖਸ਼ੇ ਗੁਰ ਸੇਵਾ ਲਾਏ, ਗੁਰਮਤੀ ਨਾਮ ਮਨ ਵਸਾਏ। ਨਾਮ ਮਨ ਵਿੱਚ ਵਸ ਜਾਂਦਾ ਹੈਗਾ। ਅੰਦਿਨ ਨਾਮ ਧਿਆਏ ਸਾਚਾ, ਕਹਿੰਦੇ ਫਿਰ ਉਸਦਾ ਕੀ ਜੀਵਨ ਬਣਦਾ ਹੈਗਾ? ਜਿਹਨੂੰ ਇੰਝ ਸਮਝ ਲਈਏ ਪਰਮਾਤਮਾ ਦੇ ਬਣਾਏ ਹੁਕਮ ਵਿੱਚ ਜੋ ਗੁਰੂ ਦੀ ਸੇਵਾ ਤੇ ਟੁਰ ਪੈਂਦਾ ਹੈਗਾ, ਉਹਦਾ ਜੀਵਨ ਕੀ ਕਿਸ ਤਰ੍ਹਾਂ ਦਾ ਬਣਦਾ ਹੈ? ਗੁਰੂ ਦੀ ਮੱਤ ਉਹਦੇ ਮਨ ਵਿੱਚ ਵਸ ਜਾਂਦੀ ਹੈ, ਫਿਰ ਉਹਦਾ ਜੀਵਨ ਬਣਦਾ ਅੰਦਿਨ ਨਾਮ ਧਿਆਏ ਸਾਚਾ। ਅਟਲ ਹੁਕਮ ਵਾਲਾ ਨਾਮ ਅੰਦਿਨ ਹਰ ਰੋਜ਼ ਧਿਆਉਂਦਾ ਹੈ, ਕੇਵਲ ਜ਼ਬਾਨ ਨਾਲ ਨਹੀਂ ਧਿਆਉਂਦਾ, ਕਰਮਾਂ ਦੇ ਰਾਹੀਂ ਵੀ ਉਹ ਜੀਵਨ व्यतीत ਕਰਨ ਲੱਗ ਪੈਂਦਾ ਹੈਗਾ। ਦੇਖੋ ਗੁਰ ਸੇਵਾ ਕਰ ਆਂਦੀ ਹੈ, ਅਸੀਂ ਸੇਵਾ ਗੁਰਦੁਆਰੇ ਤੱਕ ਸੀਮਿਤ ਕਰ ਦਿੰਦੇ ਹੈਗੇ ਆ। ਅੰਦਿਨ ਨਾਮ ਧਿਆਏ ਆਂਦਾ ਹੈਗਾ ਤੇ ਅਸੀਂ ਜ਼ਬਾਨ ਤੱਕ ਸੀਮਿਤ ਕਰ ਦਿੰਦੇ ਹੈਗੇ ਆ। ਤੇ ਗੁਰੂ ਸਾਹਿਬ ਕੋਲੋਂ ਪੁੱਛਣਾ ਕਰੀਏ ਨਾ, ਪਹਿਲਾਂ ਵੀ ਸਾਂਝ ਬਣੀ ਸੀਗੀ ਜਪਜੀ ਸਾਹਿਬ ਵਿੱਚ ਅਸੀਂ ਪਾਠ ਕਰਦੇ ਹਾਂ ਰਾਤੀ ਰੁਤੀ ਤਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਸਾਰੀ ਧਰਤੀ ਧਰਮਸ਼ਾਲ ਹੈ। ਧਰਮਸ਼ਾਲ ਤੋਂ ਦੋ ਅਰਥ ਬਣਦੇ ਹਨ, ਪਹਿਲਾਂ ਵੀ ਸਾਂਝ ਬਣ ਚੁੱਕੀ ਹੈਗੀ ਹੈ।
बार बार कलिए जो गल कर लिए नवी जुड़ी संगत ਨੂੰ ਵੀ ਲਾਹਾ ਪ੍ਰਾਪਤ ਹੋ ਜਾਏ। ਧਰਮਸ਼ਾਲ ਤੋਂ ਦੋ ਅਰਥ ਬਣਦੇ ਹੈਗੇ ਹਨ। ਧਰਮਸ਼ਾਲ ਨੂੰ ਅਸੀਂ ਰਹਿਣ ਬਸੇਰਾ ਸਮਝ ਲਈਏ, ਧਰਤੀ ਹੈ ਰਹਿਣ ਬਸੇਰਾ ਹੈ, ਜ਼ਿੰਦਗੀ ਦੀ ਰਾਤ ਅਸੀਂ ਬਿਤਾਉਣੀ ਹੈ ਤੇ ਰਾਤ ਬਿਤਾ ਕੇ ਅਸੀਂ ਇਧਰੋਂ ਚਲੇ ਜਾਣਾ ਹੈ, ਧਰਮਸ਼ਾਲ ਹੈ। ਤੇ ਦੂਜਾ ਅਰਥ ਬਣਦਾ ਧਰਮ ਕਾਮ ਕਮਾਉਣ ਦਾ ਟਿਕਾਣਾ। ਜਿਸ ਤਰ੍ਹਾਂ ਅਸੀਂ ਗੁਰਦੁਆਰੇ ਨੂੰ ਧਰਮਸ਼ਾਲ ਸਮਝਦੇ ਹਾਂ ਨਾ, ਗੁਰਦੁਆਰੇ ਸਿੱਖਿਆ ਦੇ ਕੇਂਦਰ ਹਨ। ਉਸ ਸਿੱਖਿਆ ਨੂੰ ਅਸੀਂ ਆਪਣੇ ਜੀਵਨ ਵਿੱਚ ਢਾਲ ਕੇ ਕਿਸੇ ਵੀ ਥਾਂ ਤੇ ਵਿਚਰ ਰਹੇ ਹੋਈਏ, ਕੋਈ ਵੀ ਕਾਰ ਵਿਹਾਰ ਕਰ ਰਹੇ ਹੋਈਏ, ਅਸੀਂ ਧਰਮਸ਼ਾਲ ਹੈ, ਮਾਨੋ ਅਸੀਂ ਧਰਮਸ਼ਾਲ ਵਿੱਚ ਹੈਗੇ ਹਾਂ। ਅਸੀਂ ਅਕਸਰ ਇਹ ਗੱਲ ਸੁਣਦੇ ਹਾਂ ਜਾਂ ਕਹਿੰਦੇ ਵੀ ਹਾਂ ਕਿ ਇਹ ਗੁਰਦੁਆਰਾ ਹੈ, ਗੁਰਦੁਆਰੇ ਵਿੱਚ ਝੂਠ ਨਾ ਬੋਲ। ਏਦਾਂ ਮਤਲਬ ਹੈ ਵੇ ਗੁਰਦੁਆਰੇ ਵਿੱਚ ਝੂਠ ਨਾ ਬੋਲੀਏ, ਬਾਹਰ ਜਾ ਕੇ ਝੂਠ ਬੋਲੀਏ। ਇਹ ਗੁਰਦੁਆਰਾ ਹੈ, ਗੁਰਦੁਆਰੇ ਵਿੱਚ ਗਾਲੀ ਗਲੋਚ ਨਾ ਕਰ, ਗੁਰਦੁਆਰੇ ਵਿੱਚ ਗੰਦਗੀ ਵਾਲੀ ਗੱਲਾਂ ਨਿੰਦਿਆ ਚੁਗਲੀ ਨਾ ਕਰ। ਇਹਦਾ ਮਤਲਬ ਤੇ ਇਹ ਨਿਕਲਦਾ ਗੁਰਦੁਆਰੇ ਦੀ ਬਿਲਡਿੰਗ ਤੋਂ ਬਾਹਰ ਨਿਕਲ ਕੇ ਕਰ ਲਈਏ। ਗੁਰੂ ਸਾਹਿਬ ਕਹਿ ਰਹੇ ਨਹੀਂ, ਧਰਮਸ਼ਾਲ ਪੂਰੀ ਧਰਤੀ ਧਰਮਸ਼ਾਲ ਹੈ। ਜੋ ਤੂੰ ਸਿੱਖਿਆ ਨਾ ਕਿ ਨਿੰਦਿਆ ਚੁਗਲੀ ਝੂਠ ਗੰਦਗੀ ਗਾਲੀ ਗਲੋਚ ਝਗੜੇ ਗੁਰਦੁਆਰੇ ਵਿੱਚ ਨਹੀਂ ਕਰਨੇ, ਜ਼ਿੰਦਗੀ ਵਿੱਚ ਢਾਲ ਲੈ, ਤੂੰ ਬਾਹਰ ਵੀ ਨਹੀਂ ਕਰਨੇ। ਤੇ ਗੁਰੂ ਸਾਹਿਬ ਕਹਿ ਰਹੇ ਅੰਦਿਨ ਨਾਮ ਧਿਆਏ। ਨਾਮ ਧਿਆਉਣਾ ਹੀ ਹੈ ਵੇ ਕਿ ਗੁਰੂ ਦੀ ਬਾਣੀ ਨੂੰ ਹਿਰਦੇ ਵਿੱਚ ਵਸਾ ਲੈ ਤੇ ਬਿਲਕੁਲ ਹੀ ਸੱਚਾ ਤੇ ਸੁੱਚਾ ਜੀਵਨ ਬਤੀਤ ਕਰਨ ਲੱਗ ਪਏ। ਅੰਦਿਨ ਨਾਮ ਧਿਆਏ ਸਾਚਾ, ਇਸ ਜਗ ਮੇ ਨਾਮੋ ਲਾਹਾ ਹੈ। ਕਹਿੰਦੇ ਅਈਓ ਲਾਹਾ ਹੈਗਾ ਨਾਮ ਦਾ। ਇਸ ਜਗ ਮੇ, ਜਗ ਤੋਂ ਭਾਵੇਂ ਜਗਤ ਦੇ ਵਿਚਕਾਰ, ਸੰਸਾਰ ਦੇ ਵਿੱਚ ਨਾਮ ਹੀ ਲਾਹਾ ਹੈਗਾ। ਭਾਵ ਨਾਮ ਨੂੰ ਹਿਰਦੇ ਵਿੱਚ ਵਸਾਇਆ ਹੀ ਜੀਵਨ ਜਿਹੜਾ ਹੈਗਾ ਸੱਚਾ ਤੇ ਸੁੱਚਾ ਜੀਵਨ ਬਣਨਾ ਹੈਗਾ। ਇਸ ਜਗ ਮੇ ਨਾਮੋ ਲਾਹਾ ਹੈ, ਨਾਮ ਦੇ ਰਾਹੀਂ ਲਾਹਾ ਪ੍ਰਾਪਤ ਹੁੰਦਾ ਹੈ, ਨਾਮ ਹੀ ਲਾਹਾ ਹੈ। ਜੀ ਹਰਵਿੰਦਰ ਵੀਰ ਜੀ। ਜਿਹੜੀ ਪਹਿਲੀ ਪੰਕਤੀ ਕਹਿੰਦੀ ਪਈ ਵੀ ਆਪੇ ਬਖਸ਼ੇ ਗੁਰ ਸੇਵਾ ਲਾਏ। ਇੱਥੇ ਜੇ ਮਤਲਬ ਅਸੀਂ ਗੁਰੂ ਦੀ ਬਖਸ਼ਿਸ਼ ਹੀ ਹੈ ਵੇ, ਉਹ ਅਸੀਂ ਕਹਿੰਦੇ ਗੁਰੂ ਦੀ ਬਖਸ਼ਿਸ਼ ਕੀ ਹੈ। ਅਸੀਂ ਕਈ ਸ਼ਬਦ ਆਉਂਦੇ ਨੇ, ਕਹਿੰਦੇ ਆਪੇ ਬਖਸ਼ੇ ਦੇ ਵਡਿਆਈ। ਹੁਣ ਅਸੀਂ ਕਹਿੰਦੇ ਲਾਸਟ ਟਾਈਮ ਕਹਿੰਦੇ ਬਈ ਤੇਰੇ ਹੁਕਮ ਵਿੱਚ ਗੱਲ ਚੱਲਦੀ ਹੈ ਜਾਂ ਐਸੇ ਬਖਸ਼ਿਸ਼ ਹੋਏਗੀ। ਹੁਣ ਇਹ ਲਾਈਨ ਕਿੰਨਾ ਸਪਸ਼ਟ ਕਰਦੀ ਹੈ ਵੀ ਜਿਹਦੇ ਉੱਤੇ ਬਖਸ਼ਿਸ਼ ਕਰਦਾ ਹੈ ਨਾ, ਉਹਦੀ ਬਖਸ਼ਿਸ਼ ਦਾ ਸਰੂਪ ਕੀ ਹੈ। ਉਹ ਉਸਨੂੰ ਗੁਰੂ ਦੀ ਸੇਵਾ ਵਿੱਚ ਪਾਓ, ਬਾਣੀ ਦੀ ਵਿਚਾਰ ਵਿੱਚ ਲਗਾ। ਰੱਬ ਦੀ ਬਖਸ਼ਿਸ਼ ਹੀ ਹੈ ਵੇ। ਜਦੋਂ ਅਸੀਂ ਦੂਜੀ ਪੰਕਤੀ ਪੜਾਂਗੇ ਨਾ, ਆਪੇ ਬਖਸ਼ੇ ਦੇ ਵਡਿਆਈ, ਤੇ ਜਿਹਨੂੰ ਬਖਸ਼ਿਸ਼ ਕਰੇਗਾ ਉਹਨੂੰ ਗੁਰੂ ਦੀ ਸੇਵਾ ਵਿੱਚ ਲਗਾ ਦੇਗਾ, ਉਹ ਬਾਣੀ ਦੀ ਵਿਚਾਰ ਕਰੇਗਾ, ਉਹਦਾ ਜੀਵਨ ਵਡਿਆਈ ਵਾਲਾ ਜੀਵਨ ਬਣ ਜਾਏਗਾ। ਜਾਂ ਇੱਕ ਹੋਰ ਪੰਕਤੀ ਲੈ ਲਈ, ਕਹਿੰਦਾ ਜਿਸ ਤੂੰ ਬਖਸ਼ੇ ਨਾਮ ਜਪਾਏ। ਫਿਰ ਬੰਦਾ ਕਹਿੰਦਾ ਨਹੀਂ ਜਪਦਾ ਪਿਆ, ਉਹ ਕਹਿੰਦਾ ਵੀ ਮੇਰੇ ਤੇ ਬਖਸ਼ਿਸ਼ ਨਹੀਂ ਹੋਈ, ਮੈਂ ਕੀ ਕਰਾਂ ਵੀ। ਜਿਹਨੂੰ ਜਿਸ ਤੇ ਬਖਸ਼ਿਸ਼ ਕਰੇਗਾ ਉਹ ਨਾਮ ਜਪਾਏਗਾ। ਲੇਕਿਨ ਇਹਨੂੰ ਇੱਥੇ ਗੁਰੂ ਕਹਿੰਦਾ ਬਖਸ਼ਿਸ਼ ਹੀ ਕੀ ਹੈ। ਉਸ ਮਾਲਕ ਦੀ ਇਹ ਬਖਸ਼ਿਸ਼ ਹੀ ਹੈ ਵੇ ਕਿ ਤੈਨੂੰ ਉਹ ਗੁਰੂ ਦੀ ਸੇਵਾ ਵਿੱਚ ਲਗਾ ਦੇਗਾ, ਭਾਵ ਤੈਨੂੰ ਬਾਣੀ ਦੀ ਵਿਚਾਰ ਵਾਲਾ ਤੇਰਾ ਜੀਵਨ ਬਣਾ ਦੇਗਾ। ਇਹ ਹੀ ਉਹਦੀ ਬਖਸ਼ਿਸ਼ ਹੈ। ਤੇ ਜਿਸ ਨੂੰ ਇਹ ਵਾਲੀ ਬਖਸ਼ਿਸ਼, ਜਿਹਨੂੰ ਇਹ ਬਾਣੀ ਵਿਚਾਰ ਵਾਲੀ ਬਖਸ਼ਿਸ਼ ਗੁਰੂ ਕੋਲੋਂ ਮਿਲ ਜਾਏਗੀ ਨਾ, ਕਹਿੰਦੇ ਗੁਰਮਤੀ ਨਾਮ ਮਨ ਵਸਾਏ। ਗੁਰੂ ਕੋਲੋਂ ਅਸੀਂ ਕਈ ਵਾਰ ਨਾ ਸਾਡੇ ਵਿੱਚ ਇੱਕ ਭੁਲੇਖਾ ਹੈ, ਅਸੀਂ 1 ਘੰਟਾ ਸਿਮਰਨ ਕਰਾਂਗੇ, ਉਸ ਤੋਂ ਬਾਅਦ ਕੀਰਤਨ ਕਰਾਂਗੇ। ਕਈ ਜਗ੍ਹਾ ਤੇ ਸਾਨੂੰ ਇਹ ਮਿਲ ਜਾਏਗਾ ਕਿ 1 ਘੰਟਾ ਜੀ ਸਵੇਰੇ 5 ਤੋਂ 6 ਨਾਮ ਸਿਮਰਨ, ਉਸ ਤੋਂ ਬਾਅਦ ਕੀਰਤਨ ਕਰਨਾ ਹੈ ਜੀ, ਉਸ ਤੋਂ ਬਾਅਦ ਬਾਣੀ ਪੜ੍ਹੀ ਜਾਣੀ। ਗੁਰੂ ਕਹਿੰਦਾ ਗੁਰਬਾਣੀ ਵਰਤੀ ਜਾਗੇ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਂਦਾ। ਬਾਣੀ ਤੋਂ ਬਾਹਰ ਤੇ ਨਾਮ ਕਿਤੇ ਹੈ ਹੀ ਨਹੀਂ। ਅਸੀਂ ਨਾਮ ਕਿਹੜਾ ਜਪਨੇ ਪਏ ਆ ਜੇ ਅਸੀਂ ਬਾਣੀ ਦੀ ਵਿਚਾਰ ਹੀ ਨਹੀਂ ਕੀਤੀ। ਔਰ ਬਾਣੀ ਕਹਿੰਦੇ ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮਾ। ਜਿਸਨੇ ਇਹ ਬਾਣੀ ਦੇ ਸਿਧਾਂਤਾਂ ਦੇ ਨਾਲ ਵਾਕਫੀਅਤ ਪਾ ਲਿੱਤੀ ਨਾ, ਨਾਮ ਉਹਦੇ ਮਨ ਵਿੱਚ ਟਿਕਿਆ ਰਹੇਗਾ। ਅਸੀਂ ਕਹਿੰਦੇ 1 ਘੰਟਾ ਨਾਮ ਸਿਮਰਨ, ਜੇ ਜਿਸ ਬੰਦੇ ਨੇ ਆਸਾ ਦੀ ਆਵਾਜ਼ ਸੁਣੀ ਨਹੀਂ, ਉਹ ਕਿਹਦੀ ਵਾਹ ਕਰਦਾ ਪਿਆ। ਬੰਦਾ ਕਿਸੇ ਮੁਸ਼ਾਇਰੇ ਵਿੱਚ ਜਾਵੇ, ਕੋਈ ਕਵੀ, ਕੋਈ ਜਿਹੜਾ ਸ਼ਾਇਰ ਹੈ, ਕੋਈ ਗੱਲ ਸੁਣਾਏ, ਬੰਦਾ ਅੱਗੋਂ ਦੀ ਕਹਿਣ ਵੀ ਵਾਹ ਕਿਆ ਵਧੀਆ ਗੱਲ ਕੀਤੀ, ਕੋਈ ਗੱਲ ਸਮਝ ਆਉਂਦੀ ਵੀ ਤੁਸੀਂ ਗੱਲ ਕੀਤੀ, ਕਿਆ ਵਧੀਆ ਗੱਲ, ਮੈਨੂੰ ਬੜੀ ਚੰਗੀ ਲੱਗੀ, ਤੁਸੀਂ ਤੁਹਾਡੇ ਜਿਹੜੇ ਅਲਫਾਜ਼ ਮੈਨੂੰ ਬੜੇ ਚੰਗੇ ਲੱਗੇ, ਬੰਦਾ ਕਿ ਵਾਹ ਕਰਦਾ। ਜੇ ਬੰਦਾ ਉਹਦੇ ਸੁਣੇ ਹੀ ਨਾ, ਅਜੇ ਮੁਸ਼ਾਇਰਾ ਸ਼ੁਰੂ ਹੀ ਨਹੀਂ ਹੋਇਆ, ਬੰਦੇ ਸਾਰੇ ਵਾਹ 1 ਘੰਟਾ ਸੀ ਵਾਹ ਕਿੱਥੇ ਵਾਹ ਕਰਨੇ। ਇਹਨੇ ਗੁਰਮਤੀ ਨਾਮ ਮਨ ਵਸਾਏ। ਗੁਰੂ ਕੋਲੋਂ, ਕਿਉਂਕਿ ਗੁਰੂ ਦੀ ਦਿੱਤੀ ਹੋਈ ਜੀਵਨ ਜਾਚ ਹੀ ਨਾਮ ਹੈ। ਗੁਰੂ ਤੁਹਾਨੂੰ ਕਹਿੰਦਾ ਏਕੋ ਨਾਮ ਹੁਕਮ ਹੈ। ਗੁਰੂ ਤੁਹਾਨੂੰ ਰੱਬੀ ਹੁਕਮਾਂ ਦੀ ਸਾਂਝ ਪੈ ਦਿੰਦਾ ਹੈ। ਤੇ ਇਸ ਤਰੀਕੇ ਦੇ ਨਾਲ ਗੁਰੂ ਦੀ ਮੱਤ ਲੈ ਕੇ ਨਾਮ ਨੂੰ ਪਾਓ, ਰੱਬੀ ਹੁਕਮਾਂ ਨੂੰ, ਰੱਬੀ ਨਿਯਮ ਜੋ ਹਨ ਉਹਨਾਂ ਨੂੰ, ਜਿਹੜਾ ਫਰੀਦਾਪੁਰੇ ਦਾ ਭਲਾ ਕਰੇ ਰੱਬੀ ਨਿਯਮ ਨੇ।
पर का बुरा ना राखो चीज, तुमको दुख ना ही पाई मीत। ਇਹ ਰੱਬੀ ਨਿਯਮ ਹੈ। ਉਹਨੇ ਗੁਰੂ ਕੋਲੋਂ ਮਤ ਲੈ ਕੇ ਹੀ ਇਸ ਨੂੰ ਮਨ ਵਿੱਚ ਵਸਾਇਆ ਜਾ ਸਕਦਾ ਹੈ। ਔਰ ਜਿਨ੍ਹਾਂ ਦੇ ਮਨ ਵਿੱਚ ਵਸ ਜਾਂਦਾ ਨਾ ਗੁਰੂ ਕੋਲੋਂ ਮਤ ਲੈ ਕੇ, ਜਿਨ੍ਹਾਂ ਦੇ ਮਨ ਵਿੱਚ ਇਹ ਨਾਮ ਵਸ ਜਾਵੇ, ਕਹਿੰਦਾ ਅਨਦਿਨ ਨਾਮ ਧਿਆਏ ਸਾਚਾ। ਇਹ ਨਿਯਮ ਸੱਚਾ ਨੇ, ਇਹ ਨਾਮ ਇਹ ਕਦੀ ਬਦਲੀ ਹੋਣ ਵਾਲੇ ਨਹੀਂ ਨੇ, ਨਾ ਕਦੀ ਬਦਲੀ ਹੋਏ ਨੇ, ਨਾ ਰੱਬ ਬਦਲੀ ਹੋਇਆ, ਨਾ ਉਹਦੇ ਨਿਯਮ ਬਦਲੀ ਹੋਏ। ਕਹਿੰਦਾ ਜਿਨ੍ਹਾਂ ਨੇ ਗੁਰੂ ਕੋਲੋਂ ਮਤ ਲੈ ਕੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲਿੱਤਾ, ਅਨਦਿਨ ਤੋਂ ਪਾਓ ਹਰ ਰੋਜ਼ ਇੱਕ ਆਪਣਾ ਆਨੰਦ ਸਾਹਿਬ ਦਾ ਪਾਠ ਕਰਨੇ ਕਹਿੰਦੇ ਕਹੇ ਨਾਨਕ ਤੈ ਸੁਖ ਹੋਆ ਚਿਤ ਘਰ ਅਨਹਦ ਵਾਜੇ। ਕੌਨਸਟੈਂਟਲੀ, ਜਿਸ ਤਰ੍ਹਾਂ ਐਗਜ਼ਾਮ ਤੋਂ ਇੱਕ ਦਿਨ ਪਹਿਲਾਂ ਮੈਥਸ ਦੇ ਫਾਰਮੂਲੇ ਸਾਡੇ ਦਿਮਾਗ ਵਿੱਚ ਕਿਵੇਂ ਚੱਲਦੇ ਨੇ, ਵੀ ਕੋਈ ਕੋਡ ਦੀ ਡੇਟ ਹੋਵੇ ਉਸ ਤੋਂ ਇੱਕ ਦਿਨ ਪਹਿਲਾਂ ਕਿਵੇਂ ਤਿਆਰੀ ਚੱਲਦੀ ਸਾਰੇ ਦਿਮਾਗ ਵਿੱਚ, ਕੀ ਕਹਿਣਾ ਕੀ ਨਹੀਂ ਕਹਿਣਾ। ਇਸ ਤਰੀਕੇ ਦੇ ਨਾਲ ਕਹਿੰਦੇ ਅਨਦਿਨ ਨਾਮ ਧਿਆਏ ਸਾਚਾ। ਪਾਓ ਜ਼ਿੰਦਗੀ ਦਾ ਜੋ ਮਰਜ਼ੀ ਕਰਮ ਕਰੋ, ਕੋਈ ਲੈਣ ਦੇਣ ਹੈ, ਕਿਸੇ ਨਾਲ ਵਿਵਹਾਰ ਹੋ ਰਿਹਾ ਹੈ, ਵੋਟੀ ਨਾਲ ਗੱਲ ਕਰਨੀ, ਬੱਚਿਆਂ ਨਾਲ ਗੱਲ ਕਰਨੀ, ਬਿਲਕੁਲ ਸੁਚੇਤ ਰਹੋ। ਕਿਤੇ ਮੈਂ ਆਪਣਾ ਨਾਮ ਤੇ ਨਹੀਂ ਪਾਉਂਦਾ ਪਿਆ ਉਹਨਾਂ ਕੋਲ, ਕਿਤੇ ਮੈਂ ਐਸੇ ਬੋਲ ਤਾਂ ਨਹੀਂ ਬੋਲਦਾ ਪਿਆ ਕਿ ਜਿਨ੍ਹਾਂ ਨਾਲ ਮੈਂ ਆਪਣਾ ਫੇਥ ਉਹਨਾਂ ਉੱਤੇ ਲੈ ਕੇ ਆ ਰਿਹਾ। ਮੈਂ ਸਾਰਾ ਦਿਨ ਬਾਹਰ ਕੁੱਤੇ ਹਾਰ ਕੰਮ ਕਰਨਾ ਵਾ, ਤੁਸੀਂ ਲੋਕ ਕੀ ਕਰਦੇ ਹੋ, ਤੁਹਾਨੂੰ ਇਤਨਾ ਵੀ ਹੈ ਨਹੀਂ ਮੇਰੇ ਉੱਤੇ, ਮੈਂ ਕਿਤੇ ਮੈਂ ਕਰ ਦਵਾਂਗਾ, ਮੈਨੂੰ ਪਤਾ ਸੀ ਇਹ ਹੋ ਜਾਏਗਾ। ਸਾਡਾ ਹਰ ਬੰਦੇ ਨੇ ਹਰ ਵੇਲੇ ਸੁਚੇਤ ਰਹਿਣਾ। ਅਨਦਿਨ ਨਾਮ ਰੱਬੀ ਹੁਕਮਾਂ ਨੂੰ ਬਿਲਕੁਲ ਆਪਣੀ ਚੇਤਨਤਾ ਤੋਂ ਬਾਹਰ ਨਹੀਂ ਜਾਣ ਦੇਣਾ। ਅਨਦਿਨ ਨਾਮ ਧਿਆਏ ਸਾਚਾ, ਇਸ ਜਗ ਮੇਂ ਨਾਮੋ ਲਾਹਾ ਹੈ। ਇਹਦੇ ਵਿੱਚ ਸੰਸਾਰ ਵਿੱਚ ਕੇਵਲ ਨਾਮ ਹੀ ਤੇ ਲਾਭਦਾਇਕ ਚੀਜ਼ ਹੈ। ਅਦਰਵਾਈਜ਼ ਤੂੰ ਜੋ ਕਮਾਏਗਾ ਨਾ ਉਹ ਕਹਿੰਦਾ ਬਿਕ ਸੰਚੈ ਹੈ ਵੀ ਉਹ ਜਿਹੜਾ ਅਦਰਵਾਈਜ਼ ਉਹ ਇਸ ਤੋਂ 2 ਦਿਨ ਪਹਿਲਾਂ ਵੀ ਇੱਕ ਪੰਕਤੀ ਗਈ ਸੀ, ਕਹਿੰਦਾ ਸੱਚੀ ਬਾਣੀ ਸਾਚੀ ਬਾਣੀ ਹਰ ਗੁਣ ਗਾਵੇ ਇਸ ਜਨਮੇ ਕਾ ਲਾਹਾ ਹੈ। ਇਹ 2 ਦਿਨ ਪਹਿਲਾਂ ਇੱਕ ਪੰਕਤੀ ਗਈ ਸੀ 16 ਦੇ ਪਾਠ ਅੰਦਰ ਹੀ। यहाँ आयो सुनन पढ़न को बाणी। तेरा पर्पस ऑफ लाइफ वाज कि जे तू इन्हां रब्बी हुक्मां दे अनुकूल जे तू अपने जीवन ਨੂੰ ਬਣਾ ਲਿੱਤਾ ਤੇ ਇਹ ਹੀ, ਬਾਕੀ ਤੂੰ ਧਨ ਦੌਲਤ ਇਕੱਠੀ ਕਰਦੀ ਰਹਿ ਗਿਆ, ਤੂੰ ਸਾਰਾ ਕੁਝ ਕਰਦੇ ਰਹਿ ਗਿਆ, ਉਹ ਤੇਰੇ ਸਰੀਰ ਦੇ ਕੰਮ ਆ ਸਕਦਾ ਹੈ, ਉਹ ਤੇਰੇ ਅੰਦਰ ਜੋ ਤੂੰ ਹੈ ਨਾ, ਜੋ ਤੂੰ ਜੋਤ ਸਰੂਪ ਹੈ, ਉਹਦੇ ਕੰਮ ਆਉਣ ਵਾਲਾ। ਹਾਂਜੀ जी अरविंदर वीर जी, आप जी ने विच उदाहरण बड़ा खूबसूरत दिता है, जेड़ा वो शायर दा ते वाह वाह वाला उदाहरण दिता है, बहुत सोहना उदाहरण दिता है जी सुखविंदर वीर जी। हाँ जी सच्ची वीर जी, बहुत प्यारा उदाहरण सी, बहुत वधिया सी। वीर जी इस शब्द दे विच जिथे आपां ना इसी शब्द दे विच उपर जिस दी सतगुरु जी गल करके आए ने कि आपे साजे सृष्ट उपाय, उस नूं उहदे आखदे ने ਉਹ ਵਾਲੇ ਜਗ ਦੀ ਗੱਲ ਕਰ ਰਹੇ ਨੇ। ਹੁਣ ਉਹ ਵਾਲੀ ਸ੍ਰਿਸ਼ਟੀ ਕਿਹੜੀ ਉਪਾਈ ਸੀ ਸਾਡੇ ਅੰਦਰ, ਜਿਹੜੀ ਇਸ ਜਗ ਮੈਂ ਨਾਮੋ ਲਾਹਾ, ਨਾਮ ਦਾ ਜਿਸ ਵਿੱਚ ਹੁਣ ਵਪਾਰ, ਜੇ ਉਹ ਵਾਲੀ ਸ੍ਰਿਸ਼ਟੀ ਕਿਹੜੀ, ਉਹ ਵਾਲਾ ਬਾਜ਼ਾਰ ਕਿਹੜਾ ਜਿੱਥੇ ਹੁਣ ਨਾਮ ਦਾ ਵਪਾਰ, ਨਾਮ ਰੂਪੀ ਵਸਤੂ ਦਾ ਵਪਾਰ ਹੋਣ ਲੱਗ ਗਿਆ। ਨਾਮ ਰੂਪੀ ਵਸਤੂ ਪ੍ਰਾਪਤ ਹੋ ਗਈ, ਨਾਮ ਰੂਪੀ ਵਸਤੂ ਦਾ ਲਾਹਾ ਪ੍ਰਾਪਤ ਹੋ ਗਿਆ। ਹੋਇਆ ਕਿਸ ਤਰ੍ਹਾਂ ਸੀ ਕਿ ਜਦੋਂ ਮਨ ਨੇ ਗੁਰਮਤ ਨਾਮ ਦੀ ਸ਼ਰਨ ਵਿੱਚ ਆਇਆ ਸੀ, ਗੁਰਮਤ ਰੂਪੀ ਨਾਮ, ਗੁਰੂ ਦੀ ਮੱਤ ਰੂਪੀ ਨਾਮ, ਗੁਰੂ ਦੀ ਮੱਤ ਹੀ ਨਾਮ ਹੈ। ਗੁਰੂ ਦੀ ਮੱਤ ਨੂੰ ਜਦੋਂ ਮਨ ਦੇ ਵਿੱਚ ਨਾਮ ਵਸਾਉਂਦਾ ਹੈ ਨਾ, ਉਸ ਅਵਸਥਾ ਨੂੰ ਆਖਦੇ ਨੇ ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਕਰਮਖੰਡ ਵਾਲੀ ਅਵਸਥਾ ਜਿਸ ਨੂੰ ਕਹਿੰਦੇ ਨੇ ਨਾ, ਗੁਰਮਤੀ ਨਾਮ ਮਨ ਵਿੱਚ ਵਸਾਏ, ਉਹਨੂੰ ਕਹਿੰਦੇ ਨੇ ਨਾ ਉਹ ਮਰੈ ਨਾ ਠਾਗੇ ਜੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਦੋਂ ਰਾਮ ਮਨ ਵਿੱਚ ਵਸ ਜਾਂਦਾ ਹੈ, ਜਦੋਂ ਨਾਮ ਮਨ ਵਿੱਚ ਵਸ ਜਾਂਦਾ ਹੈ, ਉਹ ਅਵਸਥਾ ਮਨ ਨੂੰ ਪ੍ਰਾਪਤ ਹੋ ਗਈ। ਤੇ ਹੁਣ ਮਨ ਕੀ ਕਰਦਾ ਹੈ, ਕਹਿੰਦੇ ਹੁਣ ਮਨ ਨਾ ਅੰਨ ਦਿਨ ਨਾਮ ਧਿਆਏ ਸਾਚਾ ਕਰਦਾ ਹੈ। ਹੁਣ ਮਨ ਨੇ ਨਾਮ ਆਪਣੇ ਮਨ ਦੇ ਵਿੱਚ ਹੁਣ ਸਿਰਫ ਸਤਿਗੁਰੂ ਜੀ ਦਾ ਨਾਮ, ਸਤਿਗੁਰੂ ਜੀ ਦੀ ਸਿੱਖਿਆਵਾਂ ਉਹ ਵਸਦੀਆਂ ਹਨ। ਹੁਣ ਮਨ 24 ਘੰਟੇ ਅੰਨ ਦਿਨ ਉਹਨਾਂ ਸਿੱਖਿਆਵਾਂ ਦੇ ਅਨੁਸਾਰ ਹੀ ਆਪ ਚੱਲਦਾ ਹੈ, ਜਿਸ ਨੂੰ ਗੁਰਬਾਣੀ ਪਹਿਲਾਂ ਆਖਦੀ ਸੀ ਕਿ ਮਨ ਮੇਰੇ ਸਤਿਗੁਰ ਕੈ ਭਾਣੈ ਚੱਲ। ਹੁਣ ਮਨ ਚੱਲਣ ਲੱਗ ਪਿਆ ਸਤਿਗੁਰੂ ਜੀ ਦੇ ਭਾਣੇ। ਹੁਣ ਚੱਲਣ ਦੇ ਨਾਲ ਕੀ ਹੋਇਆ, ਉੱਪਰ ਇਸੇ ਸ਼ਬਦ ਵਿੱਚ ਉੱਪਰ ਇੱਕ ਤੁਕ ਆਈ ਸੀ ਕਿ ਆਪੇ ਸੱਚਾ ਸੱਚ ਵਰਤਾਏ। ਇਹ ਤੁਕ ਨੂੰ ਸਮਝਣ ਤੋਂ ਪਹਿਲਾਂ ਨਾ ਆਪਾਂ ਇਹਦੇ ਆਪੇ ਨੂੰ ਕਰਾਂਗੇ। ਅਗਰ ਆਪੇ ਲਫ਼ਜ਼ ਨੂੰ ਅਸੀਂ ਰੱਬ ਜੀ ਵਾਸਤੇ ਯੂਜ਼ ਕਰਾਂਗੇ, ਜਾਂ ਆਪੇ ਲਫ਼ਜ਼ ਨੂੰ ਅਸੀਂ ਅਗਰ ਸਤਿਗੁਰੂ ਜੀ ਵਾਲੇ ਸਤਿਗੁਰੂ ਜੀ ਵਾਸਤੇ ਯੂਜ਼ ਕਰਾਂਗੇ, ਤਾਂ ਉਹਦੇ ਅਰਥ ਬੜੇ ਖਤਰਨਾਕ ਹੋ ਜਾਣਗੇ। ਕਿਉਂਕਿ ਸੁਖਮਨੀ ਸਾਹਿਬ ਵਿੱਚ ਜਦੋਂ ਸਾਨੂੰ ਸਮਝਾਇਆ ਜਾਂਦਾ ਨਾ ਕਿ ਆਪ ਜਪੋ ਅਵਰਾ ਨਾਮ ਜਪਾਵੋ, ਤੇ ਜੇ ਅਸੀਂ ਆਪੇ ਲਫ਼ਜ਼ ਅਰਥ ਕਰਾਂਗੇ ਗੁਰੂ ਜੀ ਜਾਂ ਰੱਬ ਜੀ, ਤਾਂ ਇਹਦਾ ਮਤਲਬ ਰੱਬ ਜੀ ਨੂੰ ਕਿਹਾ ਜਾ ਰਿਹਾ ਕਿ ਤੂੰ ਆਪ ਜਪ,
ਗੁਰੂ ਜੀ ਨੂੰ ਕਿਹਾ ਜਾ ਰਿਹਾ ਕਿ ਗੁਰੂ ਜੀ ਤੁਸੀਂ ਆਪ ਜਪੋ। ਗੁਰੂ ਜੀ ਨੇ ਨਹੀਂ ਜਪਣਾ, ਗੁਰੂ ਜੀ ਰੱਬ ਜੀ ਥੋੜੀ ਆਪਣੇ ਆਪ ਨੂੰ ਜਪਦੇ ਨੇ। ਰੱਬ ਜੀ ਦੇ ਤਾਂ ਗੁਣ ਇਹੋ ਹੋਰ ਨਾ ਹੀ ਕੋਈ, ਉਹਦੇ ਤੋਂ ਉੱਪਰ ਕੋਈ ਹੈ ਹੀ ਨਹੀਂ, ਨਾ ਉਹਦੇ ਵਰਗਾ ਕੋਈ ਹੈ। ਉਹ ਕਿਸੇ ਨੂੰ ਨਹੀਂ ਜਪਦਾ। ਗੁਰੂ ਜੀ ਜਿਹੜੇ ਅੰਦਰ ਬੈਠੇ ਨੇ, ਜਿਹੜੇ ਅੰਦਰ ਸਾਡੇ ਅੰਦਰ ਸਾਰਿਆਂ ਦੇ ਅੰਦਰ ਆਤਮਾ ਰਾਮ ਜੀ ਬੈਠੇ ਨੇ, ਆਤਮਾ ਵਾਸੁਦੇਵਸ ਬੈਠੇ ਹੈ, ਸਤਿਗੁਰੂ ਜੀ ਅੰਦਰ ਨਿਵਾਸ ਕਰ ਰਹੇ ਹਨ ਸਾਡੇ ਅੰਦਰ। ਉਸ ਨੂੰ ਇੱਥੇ ਗੁਰਬਾਣੀ ਉਹਨਾਂ ਨੂੰ ਆਪ ਨਹੀਂ ਬੋਲ ਰਹੀ ਹੈ, ਕਿਉਂਕਿ ਉਹ ਆਪ ਬੋਲਾਂਗੇ ਅਗਰ ਅਸੀਂ ਆਪ ਦੇ ਅਰਥ ਸਤਿਗੁਰੂ ਜੀ ਕਰਾਂਗੇ ਜਾਂ ਰੱਬ ਜੀ ਕਰਾਂਗੇ, ਤਾਂ ਫਿਰ ਗੁਰਬਾਣੀ ਇਹ ਵੀ ਆਖਦੀ ਹੈ ਕਿ ਆਪ ਜਪੋ। ਤੇ ਸਾਨੂੰ ਇਹ ਵੀ ਅਰਥ ਕਰਨੇ ਪੈਣਗੇ ਕਿ ਇੱਥੇ ਕਿਹਾ ਜਾ ਰਿਹਾ ਹੈ ਕਿ ਗੁਰੂ ਜੀ ਤੁਸੀਂ ਜਪੋ, ਸਾਡੇ ਵਾਸਤੇ ਨਹੀਂ ਹੈ ਇਹ ਸਿੱਖਿਆ, ਤੁਹਾਡੇ ਵਾਸਤੇ ਹੈ। ਰੱਬ ਜੀ ਤੁਹਾਡੇ ਵਾਸਤੇ ਕਿਹਾ ਜਾ ਰਿਹਾ ਤੁਸੀਂ ਜਪੋ। ਨਹੀਂ, ਇੱਥੇ ਹੁਣ ਕੀ ਹੋ ਰਿਹਾ ਹੈ, ਇੱਥੇ ਆਪ ਬਣਦਾ ਹੈ ਮਨ। ਜਦੋਂ ਮਨ ਨੇ ਆਪੇ ਆਪ ਜਪਿਆ, ਜਿਸ ਨੂੰ ਆਪਾਂ ਕਹਿੰਦੇ ਨੇ ਆਪ ਜਪੋ। ਹੁਣ ਮਨ ਨੇ ਜਦੋਂ ਆਪ ਜਪਿਆ ਕਿਸ ਤਰ੍ਹਾਂ? ਗੁਰੂ ਦੀ ਮੱਤ ਸੇਵਾ ਨਾਲ ਆਪ ਸੇਵਾ ਕੀਤੀ, ਤੇ ਗੁਰੂ ਦੀ ਮੱਤ, ਗੁਰੂ ਦਾ ਨਾਮ ਮਨ ਵਿੱਚ ਵਸਾ ਲਿਆ, ਤੇ ਹੁਣ ਅਨ ਦਿਨ ਉਸ ਨਾਮ ਨੂੰ ਧਿਆਉਂਦਾ ਹੈ। ਇਹ ਮਨ ਆਪ ਜਪਦਾ ਹੈ। ਹੁਣ ਮਨ ਫਿਰ ਕੀ ਕਰਦਾ ਹੈ? ਹੁਣ ਮਨ ਫਿਰ ਆਪੇ ਸੱਚਾ, ਆਪ ਜਪ ਕੇ ਮਨ ਸੱਚਾ ਬਣ ਜਾਂਦਾ ਹੈ। ਫਿਰ ਹੁਣ ਅੱਗੇ ਕੀ ਕਰਦਾ ਉਹ? ਹੁਣ ਬਾਕੀ ਸਾਰੇ ਰੋਮ ਰੋਮ ਇੰਦਰੀ ਗਿਆਨ ਇੰਦਰੀਆਂ ਨੂੰ ਸੱਚ ਵਰਤਾਉਂਦਾ ਹੈ, ਜਿਸ ਨੂੰ ਆਖਦੇ ਨੇ ਨਾ ਕਿ ਮਨ ਮੇਰੇ ਸਤਿਗੁਰ ਕੈ ਭਾਣੈ ਚੱਲ। ਉਸ ਤੋਂ ਬਾਅਦ ਕੀ ਕਰਦਾ ਹੈ? ਮਨ ਆਪ ਸਤਿਗੁਰੂ ਜੀ ਦੇ ਭਾਣੇ ਵਿੱਚ ਚੱਲ ਪੈਂਦਾ, ਜਿਸ ਨੂੰ ਇੱਥੇ ਆਖਦੇ ਨੇ ਅੰਨ ਦਿਨ ਨਾਮ ਧਿਆਏ ਸੱਚਾ। ਹੁਣ ਮਨ ਅੰਨ ਦਿਨ ਸਤਿਗੁਰੂ ਦੇ ਭਾਣੇ ਵਿੱਚ ਚੱਲਦਾ ਹੈ, ਸਤਿਗੁਰੂ ਜੀ ਦੇ ਹੁਕਮਾਂ ਵਿੱਚ ਚੱਲਦਾ ਹੈ। ਹੁਕਮਾਂ ਵਿੱਚ ਚੱਲ ਕੇ ਹੁਣ ਮਨ ਸੱਚਾ ਬਣ ਚੁੱਕਾ ਹੈ, ਹੁਣ ਮਨ ਹੁਕਮੀ ਬਣ ਚੁੱਕਿਆ। ਹੁਣ ਮਨ ਕੀ ਕਰਦਾ ਹੈ? ਹੁਣ ਗਿਆਨ ਇੰਦਰੀਆਂ ਨੂੰ ਵੀ ਸੱਚ ਵਰਤਾਂਦਾ ਹੈ, ਜਿਸ ਨੂੰ ਇਸੇ ਸ਼ਬਦ ਵਿੱਚ ਉੱਪਰ ਆਖ ਰਹੇ ਸਨ, ਆਪੇ ਸੱਚਾ ਸੱਚ ਵਰਤਾਏ। ਉਸ ਨੂੰ ਜਪਜੀ ਸਾਹਿਬ ਵਿੱਚ ਆਖਦੇ ਨੇ ਹੁਕਮੀ, ਹੁਕਮ ਚਲਾਏ ਰਾਹ। ਹੁਣ ਉਹ ਜਿਹੜਾ ਹੁਕਮ ਤੇ ਰਾਹ ਤੇ ਆਪ ਚੱਲ ਰਿਹਾ ਸੀ ਨਾ, ਮਨ ਮੇਰੇ ਸਤਿਗੁਰ ਕੈ ਭਾਣੈ ਚੱਲ, ਜਿਸ ਨੂੰ ਆਖ ਰਹੇ ਸਨ, ਤੇ ਹੁਣ ਮਨ ਨੇ ਸਤਿਗੁਰ ਦੀ ਮੱਤ ਤੇ ਮੰਨ ਕੇ ਹੁਕਮ ਤੇ ਚੱਲਣ, ਭਾਣੇ ਤੇ ਚੱਲਣ ਲੱਗ ਪਿਆ, ਹੁਕਮਾਂ ਤੇ ਚੱਲਣ ਲੱਗ ਪਿਆ। ਫਿਰ ਉਹ ਮਨ ਕੀ ਕਰਦਾ ਹੈ? ਹੁਕਮ ਚਲਾਏ ਰਾਹ, ਜਿਹੜਾ ਉਹ ਹੁਕਮ ਰੂਪੀ ਰਸਤਾ ਹੈ, ਉਸ ਤੇ ਇੰਦਰੀ ਗਿਆਨ ਇੰਦਰੀਆਂ ਨੂੰ, ਰੋਮ ਰੋਮ ਨੂੰ ਵੀ ਚਲਾਉਂਦਾ ਹੈ। ਉਸ ਨੂੰ ਇੱਥੇ ਆਖ ਰਹੇ ਨੇ ਆਪੇ ਬਖਸ਼ੇ। ਹੁਣ ਮਨ ਆਪ ਹੀ ਸਾਰਿਆਂ ਨੂੰ, ਉਹ ਜਿਹੜਾ ਇਹਦੇ ਅੰਦਰ ਨਾਮ ਵਸ ਚੁੱਕਾ ਹੈ ਮਨ ਦੇ ਅੰਦਰ, ਉਹੀ ਨਾਮ ਸਾਰਿਆਂ ਨੂੰ ਬਖਸ਼ ਰਿਹਾ ਹੈ, ਵਰਤਾ ਰਿਹਾ ਹੈ। ਜਿਸ ਨੂੰ ਉੱਪਰ ਵਰਤਾਏ ਲਫ਼ਜ਼ ਆ ਰਿਹਾ ਨਾ, ਉਸੇ ਨੂੰ ਇੱਥੇ ਆਪਾਂ ਬਖਸ਼ੇ ਲਫ਼ਜ਼ ਦੇ ਨਾਲ ਜੋੜ ਕੇ ਆਖ ਰਹੇ ਹਾਂ ਕਿ ਉੱਪਰ ਜਿਹੜਾ ਆ ਰਿਹਾ ਸੀ ਲਫ਼ਜ਼ ਨਾ, ਆਪੇ ਸੱਚਾ ਸੱਚ ਵਰਤਾਏ, ਇੱਥੇ ਹੁਣ ਉਹ ਕੀ, ਉਹ ਸੱਚ ਵਰਤਾ ਰਿਹਾ, ਉਸੇ ਨੂੰ ਇੱਥੇ ਕਹਿ ਰਿਹਾ ਆਪੇ ਬਖਸ਼ੇ ਗੁਰ ਸੇਵਾ। ਗੁਰੂ ਦੀ ਸੇਵਾ ਸਾਰੇ ਇੰਦਰੀ ਗਿਆਨ ਇੰਦਰੀਆਂ ਨੂੰ, ਗੁਰੂ ਦਾ ਨਾਮ ਸਾਰੇ ਇੰਦਰੀ ਗਿਆਨ ਇੰਦਰੀਆਂ ਰੋਮ ਰੋਮ ਨੂੰ ਬਖਸ਼ ਰਿਹਾ ਹੈ, ਵਰਤਾ ਰਿਹਾ ਹੈ। ਇਹ ਹੁਕਮ ਵਾਲੇ ਰਸਤੇ ਤੇ ਹੁਣ ਆਪ ਚੱਲ ਪਿਆ ਹੈ, ਤੇ ਦੂਸਰਿਆਂ ਨੂੰ ਵੀ ਹੁਕਮ ਵਾਲੇ ਰਸਤੇ ਤੇ ਗੁਰਸੇਵਾ ਤੇ ਲਗਾ ਰਿਹਾ ਹੈ। ਗੁਰੂ ਸੇਵਾ ਵਾਲਾ, ਗੁਰੂ ਦੀ ਮੱਤ ਦਾ ਨਾਮ ਇਹਦੇ ਅੰਦਰ ਹੁਣ ਵਸ ਗਿਆ ਹੈ, ਤੇ ਦੂਜਿਆਂ ਨੂੰ ਵੀ ਇਹ ਬਖਸ਼ ਰਿਹਾ ਹੈ, ਵਰਤਾ ਰਿਹਾ ਹੈ, ਹੁਕਮੀ ਹੁਕਮ ਚਲਾ ਰਿਹਾ ਹੈ। ਕਿਉਂਕਿ ਆਪ ਚੱਲ ਗਿਆ, ਇਸ ਲਈ ਲਾਏ ਚੱਲ ਕੇ ਹੀ ਲਾ ਰਿਹਾ ਹੈ। ਚੱਲ ਲਾਏ ਦਾ ਵੀ, ਚਲਾਏ ਵਿੱਚ ਵੀ ਚੱਲ ਤੇ ਲਾਏ ਦੋ ਲਫ਼ਜ਼ ਗੁਪਤ ਨੇ। ਉਹ ਕਹਿੰਦੇ ਨੇ ਆਪ ਚੱਲ ਕੇ ਤਾਂ ਹੀ ਲਾਏ, ਦੂਸਰਿਆਂ ਨੂੰ ਚਲਾ ਰਿਹਾ ਹੈ। ਹੁਕਮੀ ਹੁਕਮ ਚਲਾਏ ਰਾਹ, ਆਪ ਚੱਲ ਰਿਹਾ ਤਾਂ ਹੀ ਦੂਸਰਿਆਂ ਨੂੰ ਹੁਣ ਉਸ ਰਾਹ ਤੇ ਚਲਾ ਰਿਹਾ। ਉਹ ਸੱਚ ਰੂਪੀ ਨਾਮ ਇਹਦੇ ਅੰਦਰ ਵਸਿਆ ਸੀ, ਉਹ ਸੱਚ ਰੂਪੀ ਨਾਮ ਹੀ ਹੁਣ ਇਹ ਬਖਸ਼ ਰਿਹਾ ਹੈ, ਭਾਵ ਵਰਤਾ ਰਿਹਾ ਹੈ। ਆਪੇ ਹੀ ਹੁਣ ਬਖਸ਼ਾ ਰਿਹਾ, ਕਿਉਂਕਿ ਹੁਣ ਇਹਦੇ ਅੰਦਰ ਨਾਮ ਸੀ, ਹੁਣ ਨਾਮ ਹੀ ਵਰਤਾ ਰਿਹਾ ਹੈ। ਅੰਨ ਦਿਨ ਨਾਮ, ਆਪ ਵੀ ਅੰਨ ਦਿਨ ਨਾਮ ਨੂੰ ਧਿਆਉਂਦਾ ਹੈ, ਤੇ ਦੂਸਰਿਆਂ ਨੂੰ ਵੀ ਹੁਣ ਉਹ ਨਾਮ ਹੀ ਬਖਸ਼ਦਾ ਹੈ, ਨਾਮ ਹੀ ਵਰਤਾਉਂਦਾ ਹੈ, ਸੱਚ ਹੀ ਵਰਤਾ ਰਿਹਾ ਹੈ। ਹਾਂਜੀ ਜੀ ਵੀਰ ਜੀ, ਆਪ ਜੀ ਨੇ ਆਪੇ ਨੂੰ ਬੜੇ ਚੰਗੀ ਤਰ੍ਹਾਂ ਸਮਝਾਣਾ ਕੀਤਾ ਹੈਗਾ। ਪਰ ਕਈ ਵਾਰੀ ਇੱਕ ਚੀਜ਼ ਸਮਝ ਵਿੱਚ ਆਉਂਦੀ ਹੈਗੀ, ਜੋ ਮੈਂ ਆਪ ਜੀ ਤੋਂ ਸ਼ੇਅਰ ਵੀ ਕਰ ਰਿਹਾ ਹੈਗਾ। ਹਾਂਜੀ, ਕਿਉਂਕਿ ਭੋਜਨ ਅਸੀਂ ਛਕਣਾ ਹੈਗਾ ਤੇ ਲਹੂ ਆਪੇ ਬਣਨਾ ਹੈਗਾ। ਕਈ ਵਾਰੀ ਇੰਜ ਫੀਲ ਹੁੰਦਾ ਹੈ, ਆਪ ਜੀ ਲਹੂ ਕਿਸ ਤਰ੍ਹਾਂ ਬਣ ਰਿਹਾ ਹੈ, ਆਪ ਜੀ ਕੋ ਸਮਝਾ ਰਹੇ ਹੈਗੇ ਹੋ। ਤੇ ਭੋਜਨ ਜਦੋਂ ਤੱਕ ਸਾਨੂੰ ਜੇਕਰ ਭੋਜਨ ਛਕਣਾ ਆ ਜਾਏ ਕਿ ਕਿਹੜਾ ਭੋਜਨ ਚੰਗਾ ਹੈ ਸਾਡੇ ਸਰੀਰ ਲਈ, ਕਿਹੜਾ ਭੋਜਨ ਚੰਗਾ ਨਹੀਂ ਹੈ, ਤੇ ਲਹੂ ਬਣਾਉਣ ਦੀ ਕਿਰਿਆ, ਆਟੋਮੈਟਿਕ ਕਿਰਿਆ, ਆਪਣੇ ਆਪ ਅੱਗੇ ਵਾਲੀ ਜਿਹੜੀ ਕਿਰਿਆ ਆਪ ਜੀ ਦੱਸਦੇ ਹੈਗੇ ਹੋ, ਉਹ ਕਿਰਿਆ ਆਪਣੇ ਆਪ ਹੀ ਆਟੋਮੈਟਿਕਲੀ ਟੁਰ ਪੈਂਦੀ ਹੈ।
ਉਹ ਸਾਨੂੰ ਜਾਣਕਾਰੀ 99% ਨੂੰ ਨਹੀਂ ਹੈ ਕਿ ਲਹੂ ਕਿਸ ਤਰ੍ਹਾਂ ਬਣਦਾ ਹੈ, ਲੇਕਿਨ ਲਹੂ ਫਿਰ ਵੀ ਸਾਡੇ ਸਰੀਰ ਵਿੱਚ ਬਣਦਾ, ਸਾਡੇ ਸਰੀਰ ਦੇ ਵਿੱਚ ਦੌੜਦਾ ਹੈਗਾ ਤੇ ਸਾਡੇ ਸਰੀਰ ਵਿੱਚ ਦੌੜ ਕੇ ਕਾਰ ਵਿਹਾਰ ਆਪਣੇ ਆਪ ਕਰਦਾ ਹੈਗਾ। ਤੇ ਕਈ ਵਾਰੀ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਜਿਹੜੀ ਇੱਕ ਬੇਸਿਕ ਗੱਲ ਕਰ ਰਹੇ ਹਾਂ, ਜੇ ਬੇਸਿਕ ਗੱਲ ਪਕੜ ਵਿੱਚ ਆ ਜਾਏ, ਭੋਜਨ ਦੀ ਸਮਝ ਆ ਜਾਏ, ਭੋਜਨ ਕਿਹੜਾ ਖਾਣਾ ਹੈ, ਭੋਜਨ ਦੀ ਸਮਝ ਆ ਜਾਏ ਕਿਸ ਤਰ੍ਹਾਂ ਛਕਣਾ ਹੈ, ਤੇ ਬਾਕੀ ਗੱਲ ਜਿਹੜੀ ਹੈ ਆਟੋਮੈਟਿਕ ਹੋ ਜਾਏ। ਇਸ ਬਾਬਤ ਥੋੜਾ ਜਿਹਾ ਵਿਚਾਰ ਹੋਰ ਪਾ ਦਿਓ ਜਿਸ ਹਾਂਜੀ ਦੇ ਵੀਰ ਨਾਲ ਜੀ, ਹਾਂਜੀ ਇਸੇ ਸ਼ਬਦ ਵਿੱਚ ਜਿੱਥੇ ਆਇਆ ਨਾ ਗੁਰਮਤੀ ਨਾਮ, ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਨਾਮ ਕੀ ਹੈ। ਗੁਰੂ ਦੀ ਮੱਤ ਨੂੰ ਹੀ, ਗੁਰੂ ਦੀ ਸਿੱਖਿਆਵਾਂ ਨੂੰ ਹੀ ਨਾਮ ਬੋਲਦੇ ਨੇ। ਗੁਰੂ ਦੀ ਸਿੱਖਿਆਵਾਂ ਦੇ ਵਿੱਚ ਹੀ ਸਤਿਗੁਰੂ ਜੀ ਵਰਤਦੇ ਨੇ। ਇਸ ਨੂੰ ਆਖਦੇ ਨੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਸਤਿਗੁਰੂ ਜੀ ਜਿਹੜੇ ਆ ਨਾ ਉਹ ਗੁਰੂ ਦੀ, ਉਹ ਆਪਣੀਆਂ ਸਿੱਖਿਆਵਾਂ ਵਿੱਚ ਹੀ ਵਸਦੇ ਆ। ਔਰ ਸਤਿਗੁਰੂ ਅਸੀਂ ਦੂਜੇ ਪਾਸੇ ਕਹਿੰਦੇ ਹਾਂ ਸਤਿਗੁਰੂ ਪਰਮੇਸ਼ਰ ਮੇਰਾ ਹੈ, ਉਹ ਸਾਡੇ ਅੰਦਰ ਵਸਦੇ। ਹਰੇਕ ਦੇ ਅੰਦਰ ਘੱਟ ਘੱਟ ਮੈਂ ਹਰਜੂ ਵਸਿਆ। ਇਸ ਦਾ ਮਤਲਬ ਹਰੇਕ ਦੇ ਅੰਦਰ ਸਤਿਗੁਰੂ ਜੀ ਵਸਦੇ ਨੇ ਤੇ ਉਹ ਸਾਰਿਆਂ ਨੂੰ ਨਾਲ ਦੇ ਨਾਲ ਆਪਣੀਆਂ ਸਿੱਖਿਆਵਾਂ ਦੇ ਰਹੇ ਨੇ। ਹੁਣ ਅਸੀਂ ਕੀ ਕਰਨਾ ਵਾ, ਉਹ ਜਿਹੜੇ ਮਨ ਨੂੰ ਸਤਿਗੁਰੂ ਜੀ ਨੇ ਆਪ ਇਸ ਬੋਡੀ ਨੂੰ ਕੰਟਰੋਲ ਕਰਨ ਵਾਸਤੇ ਰੱਖਿਆ ਕਿ ਤੂੰ ਹੀ ਬੋਡੀ ਨੂੰ ਕੰਟਰੋਲ ਕਰਨਾ, ਤੇਰੇ ਕੰਟਰੋਲ ਦੇ ਵਿੱਚ ਹੀ ਸਾਰੇ ਇੰਦਰੀ ਗਿਆਨ ਇੰਦਰੀ ਰੋਮ ਰੋਮ ਰਹਿਣਗੇ। ਹੁਣ ਤੂੰ ਕਰਨਾ ਕੀ ਹੈ, ਸਿਰਫ ਉਹ ਕਹਿੰਦੇ ਨੇ ਤੂੰ ਜਿਹੜੀਆਂ ਸਿੱਖਿਆਵਾਂ, ਮੈਂ ਸਤਿਗੁਰੂ ਜੀ ਕਹਿੰਦੇ ਜਿਹੜੀਆਂ ਸਿੱਖਿਆਵਾਂ ਮਨ ਦੀ ਤੁਸੀਂ ਕੰਟਰੋਲ ਕਰਨਾ, ਬਟ ਕਰਨਾ ਕਿਹਦੇ ਨਾਲ ਹੈ, ਸਤਿਗੁਰੂ ਦੇ ਭਾਣੇ ਦੇ ਵਿੱਚ, ਸਤਿਗੁਰੂ ਦੀ ਸਿੱਖਿਆਵਾਂ ਦੇ ਨਾਲ, ਨਾਮ ਗੁਰਮਤ, ਗੁਰੂ ਦੀ ਮੱਤ ਦੇ ਨਾਲ। ਇਹ ਤੁਸੀਂ ਤਾਂ ਕੰਟਰੋਲ ਕਰ ਪਾਓਗੇ, ਤੁਸੀਂ ਸਿਰਫ ਆਪਣੇ ਮਨ ਵਿੱਚ ਪਹਿਲਾਂ ਇਸ ਗੁਰੂ ਦੀ ਮੱਤ, ਗੁਰੂ ਦੀ ਸਿੱਖਿਆਵਾਂ ਵਸਾ ਲਵੋ। ਤੁਸੀਂ ਵਸਾ ਲੋਗੇ ਫਿਰ ਤੁਸੀਂ ਹੀ ਕੰਟਰੋਲ ਕਰਨਾ ਸਾਰੀ ਬੋਡੀ ਨੂੰ, ਸਾਰੇ ਇੰਦਰੀ ਗਿਆਨ ਇੰਦਰੀ ਰੋਮ ਰੋਮ ਨੂੰ। ਉਸੇ ਨੂੰ ਕਹਿੰਦੇ ਨੇ ਨਾ, ਉਹ ਸਾਡੀ ਜਿਹੜੀ 4 ਖੰਡਾਂ ਵਾਲੀ ਜਿਹੜੀ ਯਾਤਰਾ ਵਾ, ਪਹਿਲੀ ਤੋਂ ਸ਼ੁਰੂ ਹੋ ਕੇ ਜਦੋਂ ਚੌਥੀ ਖੰਡ ਤੇ ਸਾਡੀ ਯਾਤਰਾ ਪਹੁੰਚਦੀ ਨੇ, ਉਦੋਂ ਤੱਕ ਮਨ ਵਿੱਚ ਨਾਮ ਵਸ ਜਾਂਦਾ ਹੈ। ਉਹ ਚੌਥੀ ਅਵਸਥਾ ਨੂੰ ਇੱਥੇ ਕਹਿ ਰਹੇ ਨੇ ਗੁਰਮਤੀ ਨਾਮ ਮਨ ਵਿੱਚ ਵਸਾਏ। ਹੁਣ ਉਹ ਵਸਾ ਕੇ ਮਨ ਜਪ ਰਿਹਾ ਹੈ, ਆਪ ਜਪੋ, ਜਿਸ ਨੂੰ ਕਹਿੰਦੇ ਨੇ ਮਨ ਨੂੰ, ਮਨ ਦੀ ਉਸ ਅਵਸਥਾ ਨੂੰ ਕਹਿੰਦੇ ਨੇ ਜਿਸ ਮਨ ਨੇ ਹੁਣ ਨਾਮ ਜਪਣਾ ਸ਼ੁਰੂ ਕਰਦਾ, ਉਸ ਨੂੰ ਕਹਿੰਦੇ ਨੇ ਹੁਣ ਆਪ ਜਪ ਰਿਹਾ ਤੂੰ। ਹੁਣ ਕਹਿੰਦੇ ਹੁਣ ਤੂੰ ਇੱਕ ਕੰਮ ਹੋਰ ਕਰੀ, ਦੂਜਿਆਂ ਨੂੰ ਵੀ ਜਪਾ, ਕਿਉਂਕਿ ਤੇਰੇ ਕੰਟਰੋਲ ਦੇ ਵਿੱਚ ਕੀਤੇ ਆ ਨਾ ਇੰਦਰੀ ਗਿਆਨ ਇੰਦਰੀ। ਪ੍ਰਮਾਤਮਾ ਜੀ ਕਹਿੰਦੇ ਨੂੰ ਮੈਂ ਹੀ ਹੁਕਮ ਬਣਾਇਆ ਕਿ ਇੰਦਰੀ ਗਿਆਨ ਇੰਦਰੀਆਂ ਨੂੰ ਵੀ ਪ੍ਰਮਾਤਮਾ ਨੇ ਬਣਾਇਆ, ਲੇਕਿਨ ਉਹਨੇ ਕਿਹਾ ਵੀ ਮਨ ਤੂੰ ਕੰਟਰੋਲ ਕਰੇਗਾ, ਮੈਂ ਦੇਖਾਂਗਾ ਕਿ ਤੂੰ ਕੰਟਰੋਲ ਠੀਕ ਤਰ੍ਹਾਂ ਕਰਦਾ ਕਿ ਨਹੀਂ। ਕਰਨਾ ਕੀ ਹੈ, ਮੇਰੀ ਮੱਤ ਦੇ ਅਨੁਸਾਰ ਹੀ ਕਰਨਾ, ਪਰ ਮੈਂ ਦੇਖ ਰਿਹਾ ਅੰਦਰ ਬੈਠ ਕੇ, ਹਰ ਜੀਉ ਅੰਦਰ ਬੈਠਾ ਵੇਖੈ। ਮਨ ਨੂੰ ਕਹਿੰਦੇ ਮਨ ਤੂੰ ਸਤਿਗੁਰੂ ਦੇ ਭਾਣੇ 'ਚ ਚੱਲ ਕੇ ਦੂਜਿਆਂ ਨੂੰ ਚਲਾਈ। ਇਹ ਸਾਡੀ ਬੇਸਿਕ ਸਭ ਤੋਂ ਸਾਡੀ ਸਿੱਖਿਆ ਇਹ ਹੈ ਵੀ ਮਨ ਨੇ ਸਤਿਗੁਰੂ ਜੀ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਉਣਾ ਹੈ। ਇਸ ਨੂੰ ਨਾਮ ਨੂੰ ਵਸਾ ਕੇ ਉਸ ਨੂੰ ਪਲ ਅਨ ਦਿਨ ਨਾਮ ਧਿਆਏ, ਪਲ ਪਲ ਅਸੀਂ ਉਸ ਸਿੱਖਿਆਵਾਂ ਨੂੰ ਯਾਦ ਰੱਖਣਾ, ਭੁੱਲਣਾ ਨਹੀਂ, ਉਹਦੇ ਅਕੋਰਡਿੰਗ ਹੀ ਆਪਣੇ ਐਕਟ ਕਰਨੇ ਆ। ਇਹ ਸਭ ਤੋਂ ਬੇਸਿਕ। ਔਰ ਫਿਰ ਮਨ ਨੇ ਇੰਦਰੀ ਗਿਆਨ ਇੰਦਰੀਆਂ ਨੂੰ ਵੀ ਉਸੇ ਸਿੱਖਿਆ ਦੇ ਅਨੁਸਾਰ ਚਲਾਣਾ ਹੈ। ਇਹ ਸਾਡੀ ਸਭ ਤੋਂ ਬੇਸਿਕ ਸਿੱਖਿਆ ਹੈ। ਇਸੇ ਦੇ ਨਾਲ ਇਹੀ ਸਤਿਗੁਰੂ ਜੀ ਇਸ ਨੂੰ ਆਪਣੇ ਆਪਣੇ ਲਫ਼ਜ਼ਾਂ ਵਿੱਚ ਖੋਲਦੇ ਰਹਿੰਦੇ ਨੇ। ਇਹ ਕੋਈ ਬਹੁਤ ਵੱਡੀ ਉੱਚੀ ਬੜੀ ਔਖੀ ਕੋਈ ਸਤਿਗੁਰੂ ਜੀ ਸਿਧਾਂਤ ਨਹੀਂ ਡਿਸਕਸ ਕਰ ਰਹੇ ਨੇ। ਸਾਨੂੰ ਪ੍ਰੋਬਲਮ ਕੀ ਸੀ, ਸਾਨੂੰ ਅੱਜ ਤੱਕ ਇਸ ਤਰ੍ਹਾਂ ਕੀਤਾ ਨਹੀਂ ਨਾ ਗਿਆ, ਸਾਨੂੰ ਇਹ ਤਾਂ ਨਵੀਂ ਲੱਗ ਰਹੀ ਹੈ, ਔਖੀ ਲੱਗ ਰਹੀ ਹੈ, ਕੁਝ ਨਿਰਾਲੀ ਵਿਚਾਰ ਲੱਗ ਰਹੀ ਹੈ। ਨਹੀਂ, ਸਾਨੂੰ ਅੱਜ ਤੱਕ ਇਹ ਕੀਤੀ ਨਹੀਂ ਕਿ ਸਤਿਗੁਰੂ ਜੀ ਹਰੇਕ ਸ਼ਬਦ ਵਿੱਚ ਇਹ ਵਿਚਾਰ ਦੇਣਗੇ। ਤੁਸੀਂ ਨੋਟ ਕਰੋਗੇ ਹਰ ਸ਼ਬਦ ਵਿੱਚ ਇਹ ਵਿਚਾਰ ਦੇ ਰਹੇ ਨੇ, ਹਰ ਸ਼ਬਦ ਵਿੱਚ ਹੀ ਬਖਸ਼ੀ ਆ ਰਿਹਾ ਹੈ, ਕਰਮੀ ਆ ਰਿਹਾ ਹੈ। ਬਖਸ਼ ਦਾ ਮਤਲਬ ਅਸੀਂ ਇਹ ਕਹਿਣਾ ਕਿ ਸਤਿਗੁਰੂ ਜੀ ਦੀ ਬਖਸ਼ਿਸ਼ ਕਰ ਰਹੇ ਨੇ। ਉੱਪਰ ਸਤਿਗੁਰੂ ਜੀ ਜੇ ਆਖ ਰਹੇ ਨੇ ਨਾ ਵਰਤਾ ਰਿਹਾ, ਬਖਸ਼ੇ ਦਾ ਮਤਲਬ ਇਹ ਵੀ ਤਾਂ ਹੋ ਰਿਹਾ ਨਾ ਬਖਸ਼ ਰਿਹਾ, ਅਸੀਂ ਕੁਝ ਦੇ ਰਹੇ ਹਾਂ, ਕਿਸੇ ਨੂੰ ਕੁਝ ਵਰਤਾ ਰਿਹਾ, ਆਪੇ ਬਖਸ਼ ਰਿਹਾ ਹੈ, ਆਪੇ ਉਹ ਵਰਤਾ ਰਿਹਾ ਹੈ। ਗੁਰ ਦੀ ਸੇਵਾ, ਗੁਰੂ ਰੂਪੀ ਸੇਵਾ, ਕਿ ਜੋ ਉਸਨੂੰ, ਜਿਹਨੂੰ ਉੱਪਰ ਗੁਰਸੇਵਾ ਆਖਦੇ ਨੇ, ਉਸ ਨੂੰ ਥੱਲੇ ਕਹਿੰਦੇ ਨੇ ਜੋ ਉਹਨੂੰ ਪ੍ਰਾਪਤ ਹੋ ਗਿਆ ਨਾ, ਨਾਮ ਪ੍ਰਾਪਤ ਹੋ ਗਿਆ, ਉਸੇ ਨੂੰ ਕਹਿੰਦੇ ਜੋ ਪ੍ਰਾਪਤ ਹੋਏਗਾ ਉਹੀ ਤਾਂ ਦੇਵੇਗਾ। ਜੋ ਅੰਦਰ ਜੀਚ ਹੋਏਗੇ ਉਹੀ ਤਾਂ ਬੰਦਾ ਵਰਤਾਏਗਾ ਨਾ, ਜੋ ਉਹਦੇ ਅੰਦਰ ਹੋਏਗਾ। ਮਨ ਕੋਲ ਨਾਮ ਹੈ, ਗੁਰੂ ਦੀ ਸੇਵਾ ਕਰਕੇ ਪ੍ਰਾਪਤ ਹੋਇਆ, ਇਸ ਲਈ ਉਹ ਗੁਰੂ ਦੀ ਸੇਵਾ ਨਾਮ ਹੀ ਵੰਡ ਰਿਹਾ ਹੈ, ਬਖਸ਼ ਰਿਹਾ ਹੈ। ਮਨ ਨੇ ਨਾਮ, ਦੇਖੋ ਇੱਥੇ ਮਨ ਦੀ ਗੱਲ ਚੱਲੀ, ਮਨ ਨੇ ਨਾਮ ਵਸਾਇਆ। ਕਿਉਂ ਵਸਾਇਆ? ਪਹਿਲਾਂ ਨਹੀਂ ਸੀ ਵਸਾਇਆ ਹੋਇਆ, ਇਸ ਲਈ ਮਨ ਪਹਿਲਾਂ ਸਤਿਗੁਰੂ ਦੇ ਭਾਣੇ ਵਿੱਚ ਨਹੀਂ ਚੱਲਦਾ। ਇਸ ਨੂੰ ਸਤਿਗੁਰੂ ਦੇ ਭਾਣੇ ਵਿੱਚ ਚਲਾਣਾ ਹੈ। ਇਸ ਨੂੰ ਕਹਿੰਦੇ ਨੇ ਮਨ ਜੀਤੇ। ਸੁਰਤ ਜਦੋਂ ਮੱਤ ਲੈ ਕੇ ਮਨ ਨੂੰ ਬਾਰ-ਬਾਰ ਸਮਝਾਉਂਦੀ ਹੈ ਤੇ ਮਨ ਜਦੋਂ ਸਮਝ ਕੇ ਸਤਿਗੁਰੂ ਦੇ ਭਾਣੇ ਵਿੱਚ ਚੱਲਣ ਲੱਗ ਜਾਂਦਾ ਹੈ ਨਾ, ਫਿਰ ਸੁਰਤ ਨੂੰ ਪਤਾ ਕਿ ਮਨ ਦੇ ਕੰਟਰੋਲ 'ਚ ਹੀ ਸਾਰੇ ਇੰਦਰੀ ਗਿਆਨ ਇੰਦਰੀ।
ਜਦੋਂ ਮਨ ਸਤਿਗੁਰੂ ਦੇ ਭਾਣੇ 'ਚ ਚੱਲਣ ਲੱਗ ਜਾਂਦਾ, ਫਿਰ ਇਹ ਆਪਣੇ ਸਾਰੇ, ਜਿਸ ਨੂੰ ਕਹਿੰਦੇ ਨਾ ਅੰਧੀ ਰਈਅਤ ਗਿਆਨ ਵਿਹੂਣੀ, ਉਹ ਅੰਧੀ ਰਈਅਤ ਜਿਹੜੀ ਕਹਿੰਦੇ ਨੇ ਨਾ, ਪ੍ਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁਖੋਂ ਅਲਾਏ, ਉਹ ਪ੍ਰਜਾ ਜਿਹੜੀ ਅੰਧੀ ਗਿਆਨ ਤੋਂ ਬਿਨਾਂ ਅੰਧੀ ਸੀ ਨਾ, ਹੁਣ ਮਨ ਨੇ ਉਹ ਗਿਆਨ ਲੈ ਲਿਆ, ਮਨ ਨੇ ਉਹ ਨਾਮ ਲੈ ਲਿਆ, ਮਨ ਨੇ ਉਹ ਗੁਰਮਤ ਲੈ ਲਈ। ਹੁਣ ਉਹ ਆਪਣੀ ਉਸ ਪ੍ਰਜਾ ਨੂੰ ਵੀ ਮਨ ਉਹ ਗਿਆਨ ਵੰਡਦਾ ਹੈ। ਹੁਣ ਉਹ ਪ੍ਰਜਾ ਵੀ ਅੰਧੀ ਨਹੀਂ ਹੈ, ਪ੍ਰਜਾ ਨੂੰ ਵੀ ਮਨ ਗਿਆਨ ਰੂਪੀ ਅੱਖਾਂ ਦੇ ਦਿੰਦਾ ਹੈ, ਗਿਆਨ ਰੂਪੀ ਅੱਖਾਂ ਬਖਸ਼ ਰਿਹਾ ਹੈ। ਉਹਦੀ ਉਹ ਜਿਹੜੀ ਇੰਦਰੇ ਗਿਆਨ ਇੰਦਰੇ ਰੋਮ ਰੋਮ ਵਾਲੀ ਪ੍ਰਜਾ ਹੈ ਨਾ, ਉਹ ਹੁਣ ਉਹ ਵੀ, ਪਹਿਲਾਂ ਮਨ ਵੀ ਅੰਧਾ ਸੀ ਤੇ ਇਹਦੀ ਪ੍ਰਜਾ ਵੀ ਅੰਧੀ ਸੀ। ਹੁਣ ਮਨ ਸਿਆਣਾ ਬਣ ਗਿਆ ਹੈ ਸਤਿਗੁਰੂ ਜੀ ਦੇ ਨਾਮ ਵਿੱਚ। ਅਨੂ ਜੀ ਨੇ ਆਖਦੇ ਨੇ, ਸੁਣਿਆ ਅੰਧੇ ਪਾਵੈ ਰਾਹ, ਪਹਿਲਾਂ ਮਨ ਨੇ ਰਾਹ ਪ੍ਰਾਪਤ ਕੀਤਾ ਸੁਣ ਕੇ, ਸਤਿਗੁਰੂ ਜੀ ਦੀ ਸਿੱਖਿਆ, ਸਤਿਗੁਰੂ ਜੀ ਦਾ ਨਾਮ ਸੁਣ ਕੇ ਉਹ ਅੰਧੇ ਮਨ ਨੇ ਰਾਹ ਪ੍ਰਾਪਤ ਕੀਤਾ। ਫਿਰ ਉਹ ਰਾਹ ਹੁਕਮੀ ਰੂਪ ਰਾਹ ਤੇ ਦੂਜਿਆਂ ਨੂੰ ਚਲਾ ਰਿਹਾ, ਆਪਣੀ ਪ੍ਰਜਾ ਨੂੰ ਵੀ ਹੁਕਮੀ ਹੁਕਮ ਚਲਾਏ ਰਾਹ। ਪਹਿਲਾਂ ਅੰਧੇ ਮਨ ਨੇ ਆਪ ਰਸਤਾ ਸਤਿਗੁਰੂ ਜੀ ਤੋਂ ਸੁਣ ਕੇ, ਉਸ ਸਤਿਗੁਰੂ ਦੇ ਰਸਤੇ ਪ੍ਰਾਪਤ ਕਰਕੇ, ਗਿਆਨ ਰੂਪੀ ਅੱਖਾਂ ਤੇ ਜਾ ਕੇ ਆਪਣੇ ਅੰਦਰ ਸਤਿਗੁਰੂ ਜੀ ਦੇ ਨਾਮ ਦਾ ਜਿਹੜਾ ਬੱਲਿਓ ਚਿਰਾਗ ਕਰ ਲਿਆ, ਆਪਣੇ ਅੰਦਰ ਦੀਵਾ ਬਾਲ ਲਿਆ, ਅੰਧਾ ਨਹੀਂ ਰਿਹਾ ਮਨ ਹੁਣ। ਤੇ ਉਸਨੇ ਹੁਣ ਜਿਹੜੀ ਉਹਦੀ ਪ੍ਰਜਾ ਵੀ ਗਿਆਨ ਤੋਂ ਬਿਨਾਂ ਅੰਧੀ ਸੀ, ਪ੍ਰਜਾ ਅੰਧੀ ਗਿਆਨ ਬਿਨ, ਉਸ ਨੂੰ ਵੀ ਹੁਣ ਹੁਕਮ ਰੂਪੀ ਰਾਹ ਤੇ ਆਪ ਚਲਾਉਣ ਲੱਗ, ਕਿਉਂਕਿ ਆਪ ਉਹਨੂੰ ਹੁਕਮ ਦਾ ਰਾਹ ਮਿਲਿਆ। ਪਹਿਲਾਂ ਮਨ ਵੀ ਅੰਧਾ ਸੀ, ਪ੍ਰਜਾ ਵੀ ਅੰਧੀ ਸੀ, ਹੁਣ ਮਨ ਸਿਆਣਾ ਹੋ ਗਿਆ ਨਾਮ ਕਰਕੇ, ਪ੍ਰਜਾ ਨੂੰ ਵੀ ਨਾਮ ਵੰਡ ਕੇ ਅੰਧੇ ਤੋਂ ਸੁਜਾਨ ਬਣਾ ਰਿਹਾ। ਇਹ ਵੀਰ ਜੀ, ਇਹ ਹੈ ਬੇਸਿਕ ਕਨਸੈਪਟ ਸੀ ਹੈ, ਲੇਕਿਨ ਅਸੀਂ ਕਦੀ ਇਸ ਨਜ਼ਰੀਏ ਨਾਲ ਇਹਨੂੰ ਕਦੀ ਗੁਰਬਾਣੀ ਨੂੰ ਦੇਖਿਆ ਨਹੀਂ, ਨਾ ਇਹਦਾ ਪ੍ਰਚਾਰ ਕੀਤਾ, ਇਸ ਲਈ ਸਾਨੂੰ ਥੋੜਾ ਜਿਹਾ ਨਵਾਂ ਲੱਗ ਰਿਹਾ ਜਾਂ ਥੋੜਾ ਜਿਹਾ ਔਖਾ ਲੱਗ ਰਿਹਾ। ਬੜੇ ਬਹੁਤ ਸੌਖਾ ਰਸਤਾ ਹੈ ਵੀਰ ਜੀ। ਹਾਂਜੀ ਜੀ ਵੀਰ ਜੀ, ਜਿਹੜੀ ਗੱਲ ਆਪ ਕਹਿ ਰਹੇ ਹੋ ਮੈਂ ਉਸ ਤੋਂ 100% ਐਗਰੀ ਕਰ ਰਿਹਾ। ਕਿਧਰੇ ਵੀ ਮੈਂ ਉਸਦੇ ਉੱਤੇ ਕਿੰਤੂ ਪਰੰਤੂ ਨਹੀਂ ਕਰ ਰਿਹਾ। ਸਿਰਫ ਇੱਕ ਗੱਲ ਮੈਂ ਕਰਨਾ ਚਾਹ ਰਿਹਾ ਹੈਗਾ, ਜਿਸ ਤਰ੍ਹਾਂ ਆਪ ਕਹਿ ਰਹੇ ਹੋ ਕਿ ਬਾਣੀ ਦੇ ਰਾਹੀਂ ਮਨ ਨੂੰ ਸਮਝਾਣਾ ਹੈ, ਬਿਲਕੁਲ ਠੀਕ ਗੱਲ ਹੈ। ਇਸ ਬਾਬਤ ਕਿਧਰੇ ਵੀ ਕਿੰਤੂ ਪਰੰਤੂ ਨਹੀਂ ਹੈ। ਪਰ ਸੈਕਿੰਡ ਗੱਲ ਜਿਹੜੀ ਕਰ ਰਹੇ ਹੈਗੇ ਨਾ, ਉਸ ਬਾਬਤ ਸਿਰਫ ਮੈਂ ਹਲਕਾ ਜਿਹਾ ਡਿਫਰ ਇੱਥੇ ਕਰ ਰਿਹਾ। ਜਿਹੜੀ ਗੱਲ ਮੈਨੂੰ ਸਮਝ ਆ ਰਹੀ ਹੈਗੀ ਹੈ ਕਿ ਮਨ ਨੂੰ ਸਮਝਾ ਦਿੱਤਾ, ਮਨ ਨੇ ਗਿਆਨ ਇੰਦਰੀਆਂ ਨੂੰ ਸਮਝਾਣਾ ਉਹ ਆਟੋਮੈਟਿਕ ਪ੍ਰੋਸੈਸ ਹੈ। ਜਦੋਂ ਅਸੀਂ ਮਨ ਨੂੰ ਸਮਝਾ ਦਿੱਤਾ, ਅੱਗੇ ਦਾ ਕੰਮ ਜਿਹੜਾ ਹੈ ਉਹ ਆਟੋਮੈਟਿਕ ਹੋਣਾ ਸ਼ੁਰੂ ਹੋ ਗਿਆ। ਹੁਣ ਗਿਆਨ ਇੰਦਰੀਆਂ ਨੂੰ ਅਸੀਂ ਨਹੀਂ ਸਮਝਾਣਾ, ਜਾਂ ਅਸੀਂ ਜਿਹੜਾ ਹੈਗਾ ਗਿਆਨ ਇੰਦਰੀ ਇਹ ਸਮਝ ਲਈਏ ਮਨ ਸਮਝ ਗਿਆ ਤੇ ਗਿਆਨ ਇੰਦਰੀ ਆਟੋਮੈਟਿਕਲੀ ਆਪਣੀ ਰਾਹ ਤੇ ਤੁਰ ਪਏ। ਹਾਂਜੀ, ਉਹ ਤਾਂ ਉਹਦੇ ਹੈ ਹੀ, ਉਹਦੇ ਗੁਲਾਮ, ਉਹ ਤਾਂ ਹੈ ਹੀ ਉਹਦੇ ਕੰਟਰੋਲ ਵਿੱਚ ਆਲਰੇਡੀ। ਅਸੀਂ ਜਦੋਂ ਚੰਗਾ ਛੱਤ ਲਿਆ ਤੇ ਲਹੂ ਆਪੇ ਬਣ ਗਿਆ, ਲਹੂ ਅਸੀਂ ਨਹੀਂ ਬਣਾਣਾ। ਤੇ ਉਸੇ ਤਰੀਕੇ ਦੇ ਨਾਲ ਬਸ ਇੰਨੀ ਬੇਨਤੀ ਸੀਗੀ, ਇਸ ਗੱਲ ਤੋਂ ਬਿਲਕੁਲ ਡਿਫਰ ਨਹੀਂ ਕਰ ਰਹੇ ਕਿ ਤੁਸੀਂ ਜਿਹੜੀ ਅੱਗੇ ਦੀ ਡਿਟੇਲ ਦੇ ਰਹੇ ਹੋ, ਬਹੁਤ ਸੋਹਣੀ ਡਿਟੇਲ ਦੇ ਰਹੇ ਹੋ। ਉਹ ਅੰਦਰ ਦੀ ਪ੍ਰੋਸੈਸ ਤੁਹਾਡੀ ਡੂੰਘੀ ਸਟੱਡੀ ਹੈਗੀ ਹੈ, ਬਹੁਤ ਅੱਛੀ ਤਰ੍ਹਾਂ ਸਮਝਾ ਰਹੇ ਹੋ ਤੁਸੀਂ। ਅਗਲੇ ਪਦੇ ਤੋਂ ਪਾਠ ਕਰ ਲਈ, ਇੱਕ ਪਦੇ ਦਾ ਅੱਜ ਹੋਰ ਪਾਠ ਕਰ ਲਈਏ, ਸਮੇਂ ਦੀ ਅੱਜ ਘਾਟ ਹੋਣ ਦੀ ਵਜ੍ਹਾ ਕਰਕੇ। ਵੀਰ ਜੀ ਭਾਵੇਂ 3 ਕਰ ਲਓ। ਭੁਪਿੰਦਰ ਵੀਰ ਜੀ ਯੂਐਸਏ ਵਾਲੇ ਦਾ ਮੈਸੇਜ ਆਇਆ, ਸ਼ਾਇਦ ਉਹ ਥੋੜਾ ਜਿਹਾ ਲੇਟ ਜੁਆਇਨ ਕਰਨਗੇ। ਦੋ ਪਦਿਆਂ ਦਾ ਪਾਠ ਕਰਕੇ ਨਾ, 2 ਪਦਿਆਂ ਦਾ ਪਾਠ ਕਰਕੇ ਫਿਰ ਅਸੀਂ ਇੱਕ ਦਾ ਸਵਾਲ ਲੈ ਲੈਂਦੇ ਹਾਂ। 11:15 ਵਜੇ ਤੱਕ ਸਮਾਪਤੀ ਵੀ ਕਰਨੀ ਹੈ। ਠੀਕ ਹੈ ਵੀਰ ਜੀ, ਰਾਈਟ। ਆਪੇ ਸੱਚਾ ਸੱਚੀ ਨਾਈ, ਗੁਰਮੁਖ ਦੇਵੈ ਮਨ ਵਸਾਈ। ਜਿਨ ਮਨ ਵਸਿਆ ਸੇ ਜਨ ਸੋਹੇ, ਤਿੰਨ ਸਿਰ ਚੂਕਾ ਕਾਹਾ ਹੈ। ਆਪੇ ਸੱਚਾ ਸੱਚੀ ਨਾਈ। ਮੈਂ ਬੇਸਿਕ ਗੱਲ ਹੀ ਕਰ ਰਿਹਾ, ਜਿਸ ਮੁਤਾਬਿਕ ਸਮਝ ਵਿੱਚ ਆ ਰਹੀ ਹੈ। ਤੁਸੀਂ ਸੁਪਿੰਦਰ ਵੀਰ ਜੀ, ਜਿਸ ਤਰੀਕੇ ਨਾਲ ਤੁਸੀਂ ਸਮਝਾਉਂਦੇ ਹੋ, ਖੋਲ ਕੇ ਹੋਰ ਚੰਗੀ ਤਰ੍ਹਾਂ ਸਮਝਾ ਦਿਆ ਜਾਏ। ਆਪੇ ਸੱਚਾ, ਉਹ ਪ੍ਰਮਾਤਮਾ ਆਪ ਹੀ ਸੱਚਾ ਹੈਗਾ। ਕਿਉਂ ਸੱਚਾ ਹੈ? ਸੱਚੇ ਨਾਮ ਦੀ ਵਜ੍ਹਾ ਕਰਕੇ। ਉਹਦੀ ਵਡਿਆਈ ਜਿਹੜੀ ਹੈਗੀ ਹੈ ਉਹ ਵੀ ਸੱਚੀ ਹੈ। ਸੱਚੀ ਤੋਂ ਪਾਵੇ ਅਟਲ। ਹਾਂ, ਉਸ ਸੱਚੇ ਨਾਮ ਨਾਲ ਜੁੜਿਆ ਸਾਡਾ ਮਨ ਵੀ ਪਵਿੱਤਰ ਹੋ ਜਾਂਦਾ ਹੈਗਾ। ਗੁਰਮੁਖ ਦੇਵੇ ਮਨ ਵਸਾਈ। ਹੁਣ ਗੁਰੂ ਦੇ ਰਾਹੀਂ ਜਿਹੜੇ ਗੁਰੂ ਦੇ ਸਨਮੁਖ ਬੈਠਦੇ ਹਨ, ਉਹਨਾਂ ਦੇ ਮਨ ਦੇ ਅੰਦਰ ਸੱਚ ਵਸ ਜਾਂਦਾ ਹੈਗਾ। ਗੁਰਮੁਖ ਦੇਵੇ ਮਨ ਵਸਾਈ। ਜਿਨ ਮਨ ਵਸਿਆ, ਜਿਨ੍ਹਾਂ ਦੇ ਮਨ ਵਿੱਚ ਇਹ ਸੱਚ ਵਸ ਜਾਂਦਾ ਹੈ, ਸੇ ਜਨ ਸੋਹੇ। ਦੇਖੋ ਅੱਖਰ ਫਿਰ ਜਨ ਆ ਰਿਹਾ ਹੈਗਾ।
ਜਨ ਤੋਂ ਪਾਓਗੀ ਸੇਵਾ ਪਾਓਗੇ। ਸੇਵਕ ਹੈਗੇ ਹਨ। ਜਿਨ ਮਨ ਵਸਿਆ ਸੇ ਜਨ ਸੋਹੇ। ਸੋਹੇ ਤੋਂ ਪਾਓਗੇ, ਉਹ ਖੂਬਸੂਰਤ ਜੀਵਨ ਵਾਲੇ ਹੋ ਜਾਂਦੇ ਨੇ, ਸ਼ੋਭਨੀਕ ਜੀਵਨ ਬਣ ਜਾਂਦਾ ਹੈ ਉਹਨਾਂ ਦਾ। ਜਿਨ ਮਨ ਵਸਿਆ ਸੇ ਜਨ ਸੋਹੇ, ਤਿੰਨ ਸਿਰ ਚੂਕਾ ਕਾਹਾ ਏ। ਉਹਨਾਂ ਦੇ ਸਿਰ ਤੋਂ ਕਾਹਾ ਤੋਂ ਪਾਓਗੇ। ਇੰਜ ਸਮਝ ਲਈਏ ਉਹਨਾਂ ਦੇ ਜੀਵਨ ਵਿੱਚੋਂ, ਉਹਨਾਂ ਦੇ ਸਿਰ ਦੇ ਵਿੱਚੋਂ ਕਲੇਸ਼ ਮੁੱਕ ਜਾਂਦੇ ਹੈਗੇ। ਭਾਵੇਂ ਉਹ ਵਿਕਾਰਾਂ ਦੇ ਕਲੇਸ਼ ਹੋਣ, ਭਾਵੇਂ ਮਾਇਆ ਦਾ ਪ੍ਰਭਾਵ ਹੋਵੇ, ਭਾਵੇਂ ਕਰਮਕਾਂਡੀ ਜੀਵਨ ਹੈਗਾ, ਉਹਨਾਂ ਦੇ ਸਿਰ ਤੋਂ ਮੁੱਕ ਜਾਂਦਾ ਹੈਗਾ। ਤਿੰਨ ਸਿਰ ਚੂਕਾ ਕਾਹਾ ਏ। ਉਹਨਾਂ ਦਾ ਕਲੇਸ਼ੀ ਜੀਵਨ ਜਿਹੜਾ ਹੈਗਾ ਉਹ ਮੁੱਕ ਜਾਂਦਾ ਹੈਗਾ। ਜੀ ਹਰਵਿੰਦਰ ਵੀਰ ਜੀ। हरविंदर वीर जी, आपकी दी आवाज नहीं आ रही। लगता है शायद नेटवर्क में प्रॉब्लम। आपे सच्चा सच्ची नाई, ਉਹ ਰੱਬ ਜਿਹੜਾ ਨਾ ਉਹ ਸਦੀਵ ਹੋਣ ਵਾਲਾ ਹੈ। ਉਹ ਕਦੀ ਉਹ ਕਹਿੰਦੇ ਉਹ ਅਬਨਾਸ਼ੀ ਰਾਇਆ, ਉਹ ਕਦੀ ਬਾਕੀ ਸਾਰੀ ਦੁਨੀਆ पे दिन रब चले निस्सस चले तार का लख पलोए, मुकाम ਉਹ ਹੀ ਏਕ ਹੈ। ਉਹ ਪਰਮਾਤਮਾ ਜਿਹੜਾ ਨਾ ਉਹ ਸਦੀਵ ਹਸਤੀ ਵਾਲਾ ਹੈ। ਆਪੇ ਸੱਚਾ ਸੱਚੀ ਨਾਈ। ਨਾਈ ਤੋਂ ਇੱਥੇ ਵਡਿਆਈ, ਉਹਦੀ ਬ੍ਰਾਂਡ ਨੇਮ ਜਿਹਨੂੰ ਅਸੀਂ ਕਹਿੰਦੇ ਆ ਨਾ, ਉਹਦਾ ਬ੍ਰਾਂਡ ਨੇਮ ਵੀ ਬਿਲਕੁਲ ਹਮੇਸ਼ਾ ਕਾਇਮ ਰਹਿਣ ਵਾਲਾ, ਕਿਉਂਕਿ ਉਹ ਕੰਮ ਆਪਣੇ ਤੇਰਾ ਬਿਰਦ ਐਸਾ ਹੈ ਕਿ ਉਹਦਾ ਜਿਹੜਾ ਬ੍ਰਾਂਡ ਨੇਮ ਹੈ ਨਾ ਉਹ ਵੀ ਹਮੇਸ਼ਾ, ਕਿਉਂਕਿ ਉਹ ਕਹਿੰਦੇ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ, ਜਾਂ ਸੱਚਾ ਸਾਹਿਬ ਸੱਚੀ ਨਾਹੀ। ਅੱਲਾਹ ਰਾਮ ਜੀਵੋ ਤੇਰੀ ਨਾਈ। ਮੈਂ ਤੇ ਤੇਰੇ ਬ੍ਰਾਂਡ ਨੇਮ। ਅਸੀਂ ਕਈ ਚੀਜ਼ਾਂ ਨਾ ਅਸੀਂ ਕਿਸੇ ਕੇਟਰਰ ਕੋਲੋਂ ਰੋਟੀ ਬੁੱਕ ਕਰਵਾ ਲੈਂਦੇ ਹਾਂ, ਕਿਉਂ? ਉਹਦਾ ਬ੍ਰਾਂਡ ਨੇਮ ਸੁਣ ਕੇ। ਅਸੀਂ ਕਈਆਂ ਕੋਲੋਂ ਕੋਈ ਕਿਸਮ ਕੋਈ ਜਾਤ ਦੇ ਸ਼ੂਜ਼ ਖਰੀਦਨੇ ਨੇ, ਅਸੀਂ ਇੱਕ ਪਾਰਟਿਕੂਲਰ ਬ੍ਰਾਂਡ ਦਾ ਖਰੀਦ ਲੈਂਦੇ ਹਾਂ, ਕਿਉਂ? ਕਿਉਂਕਿ ਉਹਦਾ ਨਾਮ ਬੜਾ ਵੱਡਾ ਹੁੰਦਾ ਹੈ। ਇਸ ਤਰ੍ਹਾਂ ਜਿਹੜਾ ਰੱਬ ਦਾ ਨਾਮ ਹੈ ਨਾ, ਰੱਬ ਦਾ ਬ੍ਰਾਂਡ ਨੇਮ ਹੈ, ਰੱਬ ਦੇ ਬਿਰਦ ਦੇ ਹਿਸਾਬ ਤੇ ਉਹਦਾ ਬ੍ਰਾਂਡ ਨੇਮ ਬੜਾ ਵੱਡਾ ਹੈ। ਤੇ ਇਸੇ ਹਿਸਾਬ ਨਾਲ ਵੀ ਕਹਿੰਦੇ ਤੇਰਾ ਬ੍ਰਾਂਡ ਨੇਮ ਬਿਲਕੁਲ ਜਿਹੜਾ ਹਮੇਸ਼ਾ ਉਹ ਵੱਡਾ ਹੀ ਰਹੇਗਾ ਤੇਰਾ। ਸੱਚਾ ਸਾਹਿਬ ਸੱਚੀ ਨਾਈ ਗੁਰਮੁਖ ਦੇਵ ਹੈ ਮਨ ਵਸਾਈ। ਜਿਹੜੇ ਬੰਦੇ ਗੁਰੂ ਦੀ ਅਗਵਾਈ ਨੂੰ ਆਪਣੇ ਜੀਵਨ ਵਿੱਚ ਕਬੂਲ ਕਰ ਲੈਂਦੇ ਨੇ, ਐਸਿਆਂ ਨੂੰ ਹਰਵਿੰਦਰ ਆਪਣੀ ਜੀ, ਵਡਿਆਈ ਉਹਨਾਂ ਦੇ ਦਿਲਾਂ ਵਿੱਚ ਫਿੱਟ ਕਰ ਦਿੰਦਾ ਹੈ। ਕਹਿ ਲੋ ਵੀ ਗੁਰਮੁਖ ਦੇਵ। ਆਵਾਜ਼ ਨਹੀਂ ਆ ਰਹੀ बीजी नेटवर्क में प्रॉब्लम है, थोड़ी वॉइस कट रही है ਜਿਹੜੀ ਹੈ ਨਾ। ਆਵਾਜ਼ ਨਹੀਂ ਆ ਰਹੀ? ਭਾਵੇਂ ਸੁਖਿੰਦਰ ਵੀ ਜੀ ਕਰ ਲੈਣਾ ਕਿ ਜੇ ਆਵਾਜ਼ ਨਹੀਂ ਆ ਰਹੀ ਤੇ। ਹੁਣ ਬੈਟਰ ਹੈ ਹਰਵਿੰਦਰ ਵੀਰ ਜੀ, ਕੰਟੀਨਿਊ ਕਰੋ, ਹੁਣ ਬੈਟਰ ਹੈ। ਅੱਛਾ, ਵੀ ਆਪਣੇ ਨਾਮ ਦੀ ਆਪਣੀ ਵਡਿਆਈ ਦੀ ਪ੍ਰਤੀਤ ਜਿਹੜੀ ਹੈ ਨਾ, ਅਸੀਂ ਕਈ ਸਾਰੀਆਂ ਗੱਲਾਂ ਕਿਉਂ ਨਹੀਂ ਕਰ ਪਾ ਰਹੇ? ਗੁਰੂ ਸਾਨੂੰ ਕਹਿੰਦਾ ਇਹ ਕੰਮ ਕਰ, ਅਸੀਂ ਕਿਉਂ ਨਹੀਂ ਕਰ ਪਾ ਰਹੇ? ਸਾਨੂੰ ਭਰੋਸਾ ਨਹੀਂ ਹੈ। ਸਾਨੂੰ ਹਜੇ ਜਿਹੜਾ ਹੈ ਨਾ ਵੀ ਜੋ ਗੁਰੂ ਕਹਿੰਦਾ ਵੀ ਝੂਠ ਨਾ ਬੋਲ, ਵੀ ਉਹ ਗੁਰੂ ਤੇ ਕਹਿੰਦਾ ਵੀ ਜੇ ਤੂੰ ਝੂਠ ਨਹੀਂ ਬੋਲੇਗਾ ਤੇ ਤੇਰੀ ਜ਼ਿੰਦਗੀ ਦੁੱਖ ਘੱਟ ਹੋ ਜਾਣਗੇ। ਲੇਕਿਨ ਸਾਨੂੰ ਕਿਉਂਕਿ ਹਜੇ ਭਰੋਸਾ ਨਹੀਂ ਆ ਰਿਹਾ, ਸਾਨੂੰ ਹਜੇ ਗੁਰੂ ਦੇ ਬ੍ਰਾਂਡ ਨੇਮ ਦੇ ਉੱਤੇ ਭਰੋਸਾ ਨਹੀਂ ਹੈ। ਸਾਨੂੰ ਸਾਡੀਆਂ ਚਲਾਕੀਆਂ, ਚਤਰਾਈਆਂ, ਸਿਆਣਪਾਂ ਇਹਨਾਂ ਉੱਤੇ ਜ਼ਿਆਦਾ ਭਰੋਸਾ ਹੈ। ਬੰਦਾ ਕਹਿੰਦਾ ਕਿ ਨਹੀਂ ਮੈਂ ਝੂਠ ਬੋਲ ਕੇ ਆਪਣਾ ਕੰਮ ਸਾਰ ਲਵਾਂ। ਕਹਿੰਦਾ ਜਿਨ੍ਹਾਂ ਨੂੰ ਉਹ ਗੁਰੂ ਆਪ ਜਿਹਨਾਂ ਨੂੰ ਬਖਸ਼ਿਸ਼ ਕਰਦਾ ਨਾ ਜਿਨ੍ਹਾਂ ਉੱਤੇ, ਉਹਨਾਂ ਦੇ ਕਹਿੰਦੇ ਗੁਰਮੁਖ ਦੇਵ ਹੈ। ਉਹ ਗੁਰਮੁਖਾਂ ਨੂੰ ਜਿਹੜਾ ਨਾ ਉਹ ਆਪਣੀ ਵਡਿਆਈ ਉਹਨਾਂ ਦੇ ਹਿਰਦਿਆਂ ਜਿਹੜਾ ਨਾ ਉਹ ਟਿਕਾ ਦਿੰਦਾ ਹੈ। ਗੁਰਮੁਖ ਦੇਵ ਹੈ ਮਨ ਵਸਾਈ। ਉਹਨਾਂ ਦੇ ਮਨ ਵਿੱਚ ਜਿਹੜਾ ਹੈ ਉਹ ਪਰਮਾਤਮਾ ਆਪਣੀ ਵਡਿਆਈ ਦੀ ਪ੍ਰਤੀਤ ਜਿਹੜੀ ਹੈ ਉਹ ਬਿਠਾ ਦਿੰਦਾ ਹੈ। ਕਹਿੰਦਾ ਜਿਨ ਮਨ ਵਸਿਆ ਸੇ ਜਨ ਸੋ ਹੈ। ਜਿਹੜਾ ਗੁਰਮੁਖਾਂ ਦੇ ਮਨ ਵਿੱਚ ਵਸਾ ਦਿੰਦਾ ਹੈ ਔਰ ਜਿਨ੍ਹਾਂ ਦੇ ਮਨ ਵਿੱਚ ਵਸ ਜਾਂਦਾ ਹੈ ਨਾ, ਉਹ ਕਹਿੰਦਾ ਉਹ ਜਿਨ ਮਨ ਵਸਿਆ ਸੇ ਜਨ ਸੋ ਹੈ, ਉਹ ਬੰਦੇ ਸ਼ੋਭਨੀਕ ਹੋ ਜਾਂਦੇ ਨੇ। ਉਹਨਾਂ ਦਾ ਜੀਵਨ ਬੜਾ ਸੋਹਣਾ ਸੁਚੱਜਾ ਜੀਵਨ ਜਿਹਨੂੰ ਕਹਿੰਦੇ ਆ ਨਾ, ਵੀ ਜਿਸ ਤਰ੍ਹਾਂ ਵੀ ਉਹਨਾਂ ਦਾ ਉੱਠਣਾ ਬੈਠਣਾ ਬੋਲਣਾ ਚਾਲਣਾ। ਕਈ ਬੰਦੇ ਹੁੰਦੇ ਨੇ ਫਜ਼ੂਲ ਦੀਆਂ ਗੱਲਾਂ ਕਰਨ ਵਾਲੇ, ਕਈ ਬੰਦੇ ਹੁੰਦੇ ਨੇ ਜੋ ਟਿੱਕਾ ਟਿੱਪਣੀ ਜਿੱਦਾਂ ਪੈਰ। ਕਈ ਵਾਰ ਅਸੀਂ ਕਹਿੰਦੇ ਫੰਕਸ਼ਨ ਤੇ ਜਾਵਾਂਗੇ ਨਾ, ਜਿੱਥੇ ਬੰਦੇ ਉਹ ਸਾਰਾ ਗਰੁੱਪ ਮਿਲ ਕੇ ਇੱਕ ਦੂਜੇ ਦੇ ਪੈਰ ਹੀ ਖਿੱਚਦੇ ਹੁੰਦੇ ਨੇ, ਵੀ ਉਹ ਸੁਚੱਜਾ ਜੀਵਨ ਨਹੀਂ ਹੈ। ਵੀ ਉਹ ਇੱਕ ਦੂਜੇ ਦੀ ਗੱਲ ਕੱਢਣੀ, ਇੱਕ ਦੂਜੇ ਦੇ ਪੈਰ ਖਿੱਚਣੇ, ਇਹਦੀ ਗੱਲ ਉਹ ਲਾਇ ਤਬਾਰੀ ਕਰਨੀ, ਇਹਦੀ ਗੱਲ ਤੂੰ ਸੁਣ ਕੇ ਆਏ ਉਹਨੂੰ ਕਹਿ ਦਿੱਤਾ। ਕਹਿੰਦਾ ਨਹੀਂ, ਕਹਿੰਦੇ ਇਹ ਗੁਰਮੁਖਾਂ ਨੂੰ ਪ੍ਰਮਾਤਮਾ ਆਪਣੀ ਵਡਿਆਈ ਦੀ ਪ੍ਰਤੀਤ ਆਪ ਉਹਨਾਂ ਦੇ ਹਿਰਦਿਆਂ ਵਿੱਚ ਆਪ ਉਹਦੀ ਨਾਈ ਸੱਚੀ ਹੈ। ਉਹ ਪ੍ਰਮਾਤਮਾ ਆਪ ਸੱਚਾ ਹੈ, ਉਹਦਾ ਬ੍ਰਾਂਡ ਨੇਮ ਵੀ ਸੱਚਾ ਹੈ। ਕਈਆਂ ਦਾ ਬ੍ਰਾਂਡ ਨੇਮ, ਕਈਆਂ ਜੇ ਕਿਸੇ ਬੰਦੇ ਕੋਈ ਬ੍ਰਾਂਡ ਨੇਮ ਹੋ ਗਿਆ, ਜੇ ਕੋਈ ਫਲਾਣਾ ਕਹਿ ਲੋ, ਕੋਈ ਸ਼ੂਜ਼ ਕਹਿ ਲੋ ਨਾਈਕੀ ਹੈ, ਉਹਦਾ ਬ੍ਰਾਂਡ ਨੇਮ ਅੱਛਾ ਹੋ ਗਿਆ।
ਜਾਂ ਸਾਡੇ ਵੀ ਆਪਣੇ ਆਪਣੇ ਜੋ ਛੋਟਾ ਮੋਟਾ ਕਾਰੋਬਾਰ ਕਰਨੇ ਅਸੀਂ ਸਾਡੇ ਵੀ ਆਪਣੇ ਬ੍ਰਾਂਡ ਨੇਮ ਨੇ। ਜੇ ਅਸੀਂ ਬ੍ਰਾਂਡ ਨੇਮ ਦਾ ਖਿਆਲ ਨਾ ਕਰੀਏ ਨਾ ਤੇ ਵਿਦ ਟਾਈਮ ਉਹ ਬ੍ਰਾਂਡ ਨੇਮ ਖਰਾਬ ਹੋ ਜਾਂਦਾ ਹੈ। ਕੁਝ ਸਮੇਂ ਤੱਕ ਤੇ ਬੰਦੇ ਉਸ ਬ੍ਰਾਂਡ ਨੇਮ ਦੇ ਹਿਸਾਬ ਤੇ ਚੀਜ਼ ਨੂੰ ਬਾਏ ਕਰਨਗੇ, ਫਿਰ ਉਹ ਕਹਿਣਗੇ ਨਹੀਂ ਵੀ ਇਹ ਹੁਣ ਇਹ ਮਤ ਤੋਰੀ ਰਾਮ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ। ਵੀ ਰੱਬ ਦੀ ਸਮਰੱਥਾ ਕੈਸੀ ਹੈ, ਕਹਿੰਦੇ ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ। ਰੱਬ ਦੀ ਸਮਰੱਥਾ ਬਾਰੇ ਜੇ ਨਾ ਵੀ ਉਹ ਜੋ ਮਰਜ਼ੀ ਕਰਨਾ ਚਾਹੇ ਨਾ, ਤੇ ਉਹਦਾ ਬ੍ਰਾਂਡ ਨੇਮ परमात्मा आप सच्चा है, हमेशा सच्चा तो बहुत सदी होने वाला है। सब कुछ जो 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 दिसे सो सगल विनाश है, जो बादर की छाई, लेकिन रब दिसदा भी नहीं और रब हमेशा वास्ते परमानेंट है। ਉਹਦਾ ਬ੍ਰਾਂਡ ਨੇਮ ਵੀ ਪਰਮਾਨੈਂਟ ਹੈ, ਕਿਉਂਕਿ ਉਹ ਹੀ ਵਿਲ ਨੈਵਰ ਫੇਲ। ਕੋਈ ਹੋ ਸਕਦਾ ਕਿ ਦੁਨਿਆਵੀ ਬ੍ਰਾਂਡ ਕੱਲ ਨੂੰ ਆਪਣੇ ਬ੍ਰਾਂਡ ਨੇਮ ਦੇ ਪਰਫਾਰਮੈਂਸ ਲੈਵਲ ਤੋਂ ਗਿਰ ਜਾਵੇ, ਫਿਰ ਉਹਦਾ ਬ੍ਰਾਂਡ ਨੇਮ ਖਰਾਬ ਵੀ ਹੋ ਸਕਦਾ ਹੈ। ਲੇਕਿਨ ਰੱਬ ਦੇ ਪ੍ਰਥਾਈ ਐਸਾ ਨਹੀਂ ਹੈ। ਕਹਿੰਦੇ ਜਿਹੜੇ ਬੰਦੇ ਗੁਰਮੁਖ ਹੋ ਜਾਂਦੇ ਨੇ, ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਜਿਹੜੇ ਨੇ, ਉਹਨਾਂ ਦੇ ਹਿਰਦਿਆਂ ਵਿੱਚ ਪਰਮਾਤਮਾ ਆਪਣਾ ਬ੍ਰਾਂਡ ਨੇਮ ਜਿਹੜਾ ਨਾ ਉਹ ਪੱਕਾ ਵੀ ਉਹਨਾਂ ਨੂੰ ਆਪਣੇ ਬ੍ਰਾਂਡ ਨੇਮ ਦੀ ਪ੍ਰਤੀਤ ਦੇ ਦਿੰਦਾ। ਤਾਂ ਹੀ ਉਹ ਔਖੇ ਔਖੇ ਮਾਰਗ, ਅਸੀਂ ਕਹਿੰਦੇ ਵੀ ਜਿਹੜੇ ਜਿਤਨੇ ਵੀ ਗੁਰੂ ਵਿਅਕਤੀ ਹੋਏ ਨੇ ਸਾਰੇ ਰਿਵੋਲੂਸ਼ਨਰੀਜ਼ ਹੋਏ ਨੇ, ਸਾਰੇ ਕ੍ਰਾਂਤੀਕਾਰੀ ਹੋਏ ਨੇ। ਇੰਨੇ ਔਖੇ, ਗੁਰੂ ਅਮਰਦਾਸ ਜੀ ਨੂੰ ਦੇਖ ਲਓ ਬਈ, ਵਿਡੋ ਰੀਮੈਰਿਜ, ਸਤੀ ਪ੍ਰਥਾ ਦਾ ਵਿਰੋਧ ਕਰਨਾ ਸਮਾਜਿਕ ਤੌਰ ਦੇ ਉੱਤੇ ਉਸ ਜ਼ਮਾਨੇ ਅੰਦਰ, ਜਦੋਂ ਅੱਜ ਅਸੀਂ ਛੂਆਛੂਤ ਦੀ ਗੱਲ ਹਜੇ ਅਸੀਂ ਨਹੀਂ ਛੱਡ ਪਾ ਰਹੇ, ਜਦੋਂ ਕਿ ਸਾਰੀ ਸਰਕਾਰ ਸਾਰਾ ਕੁਝ ਸਾਰਾ ਸਿਸਟਮ ਸਾਡੇ ਫੇਵਰ ਵਿੱਚ ਹੈ, ਉਹਨਾਂ ਜ਼ਮਾਨਿਆਂ ਵਿੱਚ ਕਹਿਣਾ ਸਾਰਾ ਸਰੋਵਰ ਦਾ ਕੰਸੈਪਟ ਸਾਰਾ ਕੀ ਹੈ, ਪੰਗਤ ਦਾ ਕੰਸੈਪਟ ਕੀ ਹੈ, ਸਾਰੇ ਇੱਕੋ ਨਾਲ ਬੈਠ ਕੇ ਖਾਓਗੇ। ਸਰੋਵਰ ਦਾ ਕੰਸੈਪਟ ਕੀ ਹੈ, ਸਾਰੇ ਤੂੰ ਕਹਿੰਦਾ ਮੈਂ ਉਹਦੀ ਛਾਂ ਮੇਰੇ ਤੇ ਨਹੀਂ ਪੈਣ ਦੇਣੀ, ਗੁਰੂ ਕਹਿੰਦਾ ਸਾਰੇ ਇੱਕੋ ਪਾਣੀ ਵਿੱਚ ਨਹਾਓ ਫਿਰ ਅੰਦਰ ਆਇਆ ਜੀ। ਇਹ ਗੁਰੂ ਵਿਅਕਤੀ ਸਾਰੇ ਕ੍ਰਾਂਤੀਕਾਰੀ ਰਿਵੋਲੂਸ਼ਨਰੀਜ਼ ਹੋਏ ਨੇ, ਕਿਉਂਕਿ ਉਹਨਾਂ ਦੇ ਮਨ ਵਿੱਚ ਰੱਬ ਦੇ ਬ੍ਰਾਂਡ ਦੀ ਪ੍ਰਤੀਤ ਜਿਹੜੀ ਹੈ ਨਾ ਉਹ ਬੜੀ ਅੱਛੀ ਉਹਨਾਂ ਅੰਦਰ ਬਿਲਕੁਲ ਉਹ ਬੈਠੀ ਹੋਈ ਸੀ। ਕਹਿੰਦੇ ਜਿਨ ਮਨ ਵਸਿਆ, ਹੁਣ ਜਿਨ੍ਹਾਂ ਦੇ ਮਨ ਵਿੱਚ ਇਹ ਪਰਮਾਤਮਾ ਦੀ ਨਾਈ ਬ੍ਰਾਂਡ ਨੇਮ ਜਿਨ੍ਹਾਂ ਦੇ ਮਨ ਵਿੱਚ ਵਸ ਗਿਆ, ਕਹਿੰਦੇ ਸੇ ਜਨ ਸੋ ਹੈ, ਉਹਨਾਂ ਦਾ ਜੀਵਨ ਬੜਾ ਸ਼ੋਭਨੀਕ ਹੋ ਗਿਆ। ਉਹ ਜਿੱਥੇ ਵੀ ਜਾਂਦੇ ਨਾ ਬਈ ਉਹਨਾਂ ਦਾ ਉਹ ਹਰ ਥਾਂ ਦੇ ਉੱਤੇ ਪ੍ਰਵਾਨ, ਉਹਨਾਂ ਦਾ ਜੀਵਨ ਬੜਾ ਸੋਹਣਾ ਸੁਚੱਜਾ ਜੀਵਨ ਹੋ ਗਿਆ। ਕਹਿੰਦੇ ਤਿੰਨ ਸਿਰ ਚੂਕਾ ਕਾਹਾ ਹੈ, ਉਹਨਾਂ ਦੇ ਸਿਰ ਤੇ ਕਾਹਾ ਦੇ ਅਰਥ ਕਰਦੇ ਪਏ ਨੇ। ਉਹਨਾਂ ਦੀ ਜ਼ਿੰਦਗੀ ਵਿੱਚੋਂ ਲਾਸ, ਡੈਫਿਸਿਟ, ਝਗੜਾ, ਕੁਝ ਹੋਰ ਦੋ ਪੰਕਤੀਆਂ ਨੇ ਜਿਨ੍ਹਾਂ ਚ ਕਾਹਾ ਵਰਡ ਆਂਦਾ ਪਿਆ। ਸਦਾ ਮੁਕਤ ਰਹਿ ਇੱਕ ਰੰਗੀ, ਨਾ ਹੀ ਕਿਸੇ ਨਾਲ ਕਾਹਾ ਹੈ। ਕਾਹਾ ਪਤਾ ਕਿ ਝਗੜਾ, ਫਸਾਦ, ਪੰਗਾ। ਰਾਮ ਨਾਮ ਘਾਟੇ ਅੰਤਰ ਪੂਜਾ, ਅਵਰ ਨਾ ਦੂਜਾ ਕਾਹਾ ਹੈ। ਵੀ ਜਿਨ੍ਹਾਂ ਨੇ ਇਸ ਤਰੀਕੇ ਦਾ ਜੀਵਨ ਜੀਣਾ ਸੀ, ਉਹਨਾਂ ਦੇ ਉੱਤੇ ਕਿਸੇ ਇਹਦੇ ਨਾਲ ਉਲਝੇ ਪਏ ਆ, ਉਹਦੇ ਨਾਲ ਉਲਝੇ ਪਏ ਆ, ਧੜੇ ਬਣੇ ਪਏ ਨੇ। ਵੀ ਗੁਰਦੁਆਰਿਆਂ ਵਿੱਚ ਵੀ ਜਿਹੜੇ ਪ੍ਰਬੰਧ ਸੰਭਾਲਣਾ ਚਾਹੁੰਦੇ ਉਹਨਾਂ ਵਿੱਚ ਦੋ ਧੜੇ ਨੇ, ਉਹਨਾਂ ਵਿੱਚ ਵੀ ਆਪਣੀ ਬੜੀ ਪਰੇਸ਼ਾਨੀ ਲੱਗੀ ਹੋਈ ਹੈ। ਕਹਿੰਦਾ ਲੇਕਿਨ ਜਿਨ੍ਹਾਂ ਨੂੰ ਇਹ ਵਸ ਗਿਆ ਨਾ, ਉਹਨਾਂ ਦੇ ਸਿਰ ਤੋਂ ਇਹ ਟੰਟੇ ਉਹ ਇਹਨਾਂ ਅੰਦਰ ਉਲਝ ਕੇ ਨਹੀਂ ਰਹਿ ਜਾਣ। ਹਾਂਜੀ ਵੀਰ ਜੀ। ਜੀ ਸੁਖਵਿੰਦਰ ਵੀਰ ਜੀ ਇਹ ਜਿਹੜਾ ਆਪਾਂ ਸ਼ਬਦ ਪੜ੍ਹ ਰਹੇ ਹਾਂ, ਇਸ ਸ਼ਬਦ ਤੋਂ ਬਿਲਕੁਲ ਜਿਹੜਾ ਆਪਾਂ ਪਿਛਲਾ ਸ਼ਬਦ ਛੋੜ ਕੇ ਆਏ ਆ ਨਾ, ਸਮਾਪਤ ਕਰਕੇ ਆਏ ਆ, ਉਸ ਸ਼ਬਦ ਦੀ ਅਖੀਰਲੀ ਤੁਕ ਵਿੱਚ ਸੀ ਨਾਨਕ ਨਾਮ ਮਿਲੇ ਵਡਿਆਈ। ਦੇਖੋ ਜੋ ਚੀਜ਼ ਸਾਨੂੰ ਮਿਲੇਗੀ ਉਹੀ ਚੀਜ਼ ਅਸੀਂ ਅੱਗੇ ਕਿਸੇ ਨੂੰ ਦੇ ਸਕਾਂਗੇ ਨਾ। ਜੋ ਚੀਜ਼ ਸਾਨੂੰ ਮਿਲਦੀ ਹੈ ਅਸੀਂ ਉਹੀ ਚੀਜ਼ ਅੱਗੇ ਵਰਤ ਸਕਦੇ ਹਾਂ, ਵਰਤਾ ਸਕਦੇ ਹਾਂ, ਅੱਗੇ ਕਿਸੇ ਹੋਰ ਨੂੰ ਬਖਸ਼ ਸਕਦੇ ਹਾਂ, ਦੇ ਸਕਦੇ ਹਾਂ। ਦੇਖੋ ਇੱਥੇ ਜਿਹੜਾ ਲਫ਼ਜ਼ ਆ ਰਿਹਾ ਦੇਵੈ, ਪਿਛਲੇ ਬੰਦ ਵਿੱਚ ਲਫ਼ਜ਼ ਆਇਆ ਸੀ ਬਖਸ਼ੇ, ਉਸ ਤੋਂ 2 ਬੰਦ ਪਹਿਲਾਂ ਲਫ਼ਜ਼ ਆਇਆ ਸੀ ਵਰਤਾਏ। ਮਨ ਦੇ ਵਿੱਚ ਮਨ ਨੇ ਆਪਣੇ ਅੰਦਰ ਕੀ ਚੀਜ਼ ਵਸਾਈ ਸੀ, ਪਹਿਲਾਂ ਅਗਲੀ ਅੱਧੀ ਤੁਕ ਹੈ ਗੁਰਮੁਖ ਦੇਵੈ ਮਨ ਵਿੱਚ ਵਸਾਈ। ਮਨ ਨੇ ਆਪਣੇ ਅੰਦਰ ਕੀ ਚੀਜ਼ ਵਸਾਈ ਸੀ, ਨਾਮ ਵਸਾਇਆ ਸੀ। ਉਹ ਨਾਮ ਦੇਖੋ, ਨਾਮ ਗੁਰਬਾਣੀ ਨਾ ਪਰਮਾਤਮਾ ਨੂੰ ਕਹਿੰਦੀ ਹੈ ਨਾਮ ਨੂੰ ਹੀ ਕਹਿੰਦੀ ਹੈ ਨਿਰੰਜਨ ਹੈ। ਕਹੋ ਨਾਨਕ ਨਾਮ ਨਿਰੰਜਨ ਅਗਮ ਅਗੋਚਰ ਹੁਕਮੇ ਰਿਆ ਸਮਾਈ। ਆਦ ਤੋਂ ਹੀ ਸੱਚ ਹੀ ਪਰਮਾਤਮਾ ਹੈ, ਨਾਮ ਹੀ ਪਰਮਾਤਮਾ ਹੈ, ਨਾਮ ਹੀ ਸੱਚ ਹੈ, ਨਾਮ ਹੀ ਪਰਮਾਤਮਾ ਹੈ, ਸੱਚ ਹੀ ਪਰਮਾਤਮਾ ਹੈ। ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਕਿ ਸੱਚ ਹੀ ਪਰਮਾਤਮਾ ਹੈ। ਤੇ ਹੁਣ ਜਿਹੜਾ ਇੱਥੇ ਗੱਲ ਕਰ ਰਹੇ ਨੇ ਨਾ ਆਪੇ ਸੱਚਾ, ਲੇਕਿਨ ਹੁਣ ਮਨ ਨੇ ਕੀ ਕੀਤਾ ਨਾ, ਮਨ ਨੇ ਉਹ ਜਿਹੜਾ ਨਾਮ ਸੱਚਾ ਹੈ, ਸੱਚ ਰੂਪੀ ਪਰਮਾਤਮਾ ਹੈ, ਨਾਮ ਰੂਪੀ ਪਰਮਾਤਮਾ ਹੈ, ਉਹ ਮਨ ਨੇ ਹੁਣ ਆਪਣੇ ਅੰਦਰ ਵਸਾ ਲਿਆ ਹੈ, ਜਿਸ ਨੂੰ ਗੁਰਬਾਣੀ ਆਖਦੀ ਹੈ ਸੱਚਖੰਡ ਵਸੈ ਨਿਰੰਕਾਰ। ਮਨ ਨੇ ਜਿਹੜਾ ਉਹ ਨਾਮ ਜਿਹੜਾ ਨਿਰੰਕਾਰ ਸੀ, ਨਾਮ ਜਿਹੜਾ ਸੱਚਾ ਸੀ, ਸੱਚ ਰੂਪੀ ਨਾਮ, ਸੱਚ ਰੂਪੀ ਪਰਮਾਤਮਾ
ਮਨ ਨੇ ਆਪਣੇ ਅੰਦਰ ਵਸਾ ਲਿਆ। ਹੁਣ ਉਹ ਮਨ ਵੀ ਸੱਚ ਰੂਪੀ ਪ੍ਰਮਾਤਮਾ ਬਣ ਗਿਆ, ਨਾਮ ਰੂਪੀ ਪ੍ਰਮਾਤਮਾ। ਮਨ ਦੇ ਅੰਦਰੋਂ ਹੁਣ ਜੋ ਕੁਝ ਵੀ ਨਿਕਲੇ ਉਹ ਨਾ ਪ੍ਰਮਾਤਮਾ ਹੀ ਨਿਕਲ ਰਿਹਾ ਹੈ। ਗੁਰਬਾਣੀ ਜਿਸ ਨੂੰ ਆਖਦੀ ਹੈ ਨਾ, ਨਾਨਕ ਨਾਮ ਮਿਲਿਆ ਵਡਿਆਈ। ਨਾਮ ਰੂਪੀ ਅੰਦਰ ਮਨ ਦੇ ਅੰਦਰ ਨਾਮ ਵਸਿਆ, ਨਾਮ ਦੀ ਵਡਿਆਈ ਮਿਲ ਗਈ। ਪਰਮਾਤਮਾ ਦੀ ਵਡਿਆਈ ਤਾਂ ਸੱਚੀ ਹੈ, ਲੇਕਿਨ ਉਹ ਸੱਚ ਵਡਿਆਈ ਕੀ ਸੀ? ਨਾਮ। ਉਹ ਮਨ ਨੂੰ ਵੀ ਮਿਲ ਗਈ। ਹੁਣ ਮਨ ਦੇ ਕੋਲ ਵੀ ਨਾਮ ਰੂਪੀ ਸੱਚ ਰੂਪੀ ਵਡਿਆਈ ਹੈ। ਮਨ ਕੋਲ ਵੀ ਉਹ ਜਿਹੜੀ ਸੱਚੀ ਨਾਈ ਹੈ ਨਾ, ਸੱਚੀ ਵਡਿਆਈ ਹੈ। ਸੱਚੀ ਵਡਿਆਈ ਕਿਸ ਨੂੰ ਆਖਦੇ ਨੇ? ਨਾਮ ਨੂੰ ਕਹਿੰਦੇ ਨੇ। ਹੁਣ ਉਹ ਮਨ ਕੋਲ ਵੀ ਹੈ, ਉਹ ਜਿਹੜੀ ਆਪੇ ਸੱਚਾ, ਜਿਹੜੀ ਸੱਚਾ ਨਾਮ ਹੈ, ਜਿਹੜਾ ਨਾਮ ਹੀ ਸੱਚ ਹੈ, ਜਿਹੜਾ ਸੱਚ ਹੀ ਪ੍ਰਮਾਤਮਾ। ਕਹਿੰਦੇ ਹੁਣ ਉਹ ਮਨ ਦੇ ਵਿੱਚ ਵਸ ਰਿਹਾ ਹੈ। ਹੁਣ ਕਹਿੰਦਾ ਮਨ ਦੇ ਵਿੱਚ ਵਸ ਹੀ ਨਹੀਂ ਰਿਹਾ, ਕਿ ਕਹਿੰਦੇ ਮਨ ਵਿੱਚ ਵਸਣ ਦੇ ਨਾਲ ਕੀ ਹੋ ਰਿਹਾ? ਮਨ ਹੁਣ ਉਹ ਜਿਸ ਨੂੰ ਲਫ਼ਜ਼ ਆ ਰਿਹਾ ਨਾ ਗੁਰਮੁਖ, ਇਸੇ ਨੇ ਉੱਪਰ ਲਫ਼ਜ਼ ਬੋਲ ਰਹੇ ਸੀ ਸਤਿਗੁਰੂ ਜੀ, ਸੱਚ ਵਰਤਾਏ। ਮਨ ਹੁਣ ਸੱਚ ਨੂੰ ਕਿਉਂਕਿ ਉਹਦੇ ਅੰਦਰ ਮਨ ਨੂੰ ਨਾਮ ਮਿਲਿਆ। ਮਨ ਨਾਮ ਦੇ ਰਿਹਾ ਦੂਜਿਆਂ ਨੂੰ। ਇੰਦਰੇ ਗਿਆਨ ਇੰਦਰੇ ਰੋਮ ਰੋਮ ਨੂੰ ਮਨ ਨਾਮ ਦੇ ਰਿਹਾ, ਜਿਸ ਨੂੰ ਉਹਦੇ ਬੋਲੇ ਨਾ ਗੁਰਮੁਖ। ਗੁਰੂ ਦੇ ਮੁਖ ਤੋਂ ਕੀ ਪ੍ਰਾਪਤ ਹੁੰਦਾ ਹੈ? ਗੁਰੂ ਦੇ ਮੁਖ ਤੋਂ ਨਾਮ ਪ੍ਰਾਪਤ ਹੁੰਦਾ ਹੈ। ਗੁਰੂ ਦੇ ਮੁਖ ਤੋਂ ਸ਼ਬਦ ਪ੍ਰਾਪਤ ਹੁੰਦਾ ਹੈ। ਗੁਰੂ ਦੇ ਮੁਖ ਤੋਂ ਬਚਨ ਨਿਕਲਦੇ ਨੇ। ਗੁਰੂ ਦੇ ਮੁਖ ਤੋਂ ਹੁਕਮ ਨਿਕਲਦੇ। ਇੱਥੇ ਨਾਮ ਨੂੰ ਹੀ ਗੁਰਮੁਖ ਆਖਿਆ ਜਾ ਰਿਹਾ, ਜਿਸ ਨੂੰ ਉੱਪਰ ਸਤਿਗੁਰੂ ਜੀ ਆਖ ਰਹੇ ਸਨ ਕਿ ਜਿਸ ਨੂੰ ਉੱਪਰ ਕਹਿੰਦੇ ਗੁਰ ਸੇਵਾ ਆਪੇ ਬਖਸ਼ੇ ਗੁਰ ਸੇਵਾ। ਉੱਪਰ ਕਹਿ ਰਹੇ ਨੇ ਸੱਚ ਵਰਤਾਏ, ਇੱਥੇ ਉਸੇ ਨੂੰ ਲਫ਼ਜ਼ ਨੂੰ ਆਖਦੇ ਨੇ ਗੁਰਮੁਖ ਦੇਵੈ। ਉਰੇ ਕਹਿੰਦੇ ਨੇ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਸੱਚ ਰੂਪੀ ਨਾਮ ਰੂਪੀ ਮੱਤ ਉਹ ਦੇ ਰਿਹਾ ਹੁਣ ਦੂਜਿਆਂ ਨੂੰ, ਕਿਉਂਕਿ ਪਹਿਲਾਂ ਉਹਨੇ ਵਸਾਈ ਸੀ। ਪਹਿਲਾਂ ਉਸਨੇ ਨਾਮ ਰੂਪੀ ਵਡਿਆਈ ਪ੍ਰਾਪਤ ਕੀਤੀ ਸੀ। ਹੁਣ ਮਨ ਦੇ ਕੋਲ ਨਾਮ ਰੂਪੀ ਵਡਿਆਈ ਹੈ। ਮਨ ਦੇ ਅੰਦਰ ਹੁਣ ਨਾਮ ਰੂਪੀ ਪ੍ਰਮਾਤਮਾ ਹੈ। ਮਨ ਹੁਣ ਨਾਨਕ ਸੱਚ ਧਿਆਨ ਸੱਚ ਕਰਕੇ ਮਨ ਹੁਣ ਸੱਚ ਰੂਪੀ ਪ੍ਰਮਾਤਮਾ ਬਣ ਚੁੱਕਾ ਹੈ। ਮਨ ਦੇ ਅੰਦਰ ਸੱਚ ਰੂਪੀ ਪ੍ਰਮਾਤਮਾ ਵਸ ਗਿਆ ਹੈ। ਮਨ ਵਸਾਈ। ਪਹਿਲਾ ਮਨ ਨੇ ਸੱਚ ਰੂਪੀ ਪ੍ਰਮਾਤਮਾ, ਨਾਮ ਰੂਪੀ ਪ੍ਰਮਾਤਮਾ ਅੰਦਰ ਵਸਾਇਆ। ਹੁਣ ਮਨ ਉਹ ਨਾਮ ਰੂਪੀ ਪ੍ਰਮਾਤਮਾ, ਸੱਚ ਰੂਪੀ ਪ੍ਰਮਾਤਮਾ ਵਰਤਾ ਰਿਹਾ ਹੈ। ਇਸੇ ਨੂੰ ਆਖ ਰਹੇ ਨੇ ਹੁਣ ਉਹ ਸੱਚਾ, ਤੇ ਜਿਹੜੀ ਵਡਿਆਈ ਹੁਣ ਦੇ ਰਿਹਾ ਦੂਜਿਆਂ ਨੂੰ, ਉਹ ਨਾ ਹੀ ਸੱਚੀ ਹੈ। ਕਹਿੰਦੇ ਹੁਣ ਕੋਈ ਭੁਲੇਖਾ ਨਾ ਕਰਿਓ, ਜੋ ਹੁਣ ਮਨ ਦੇ ਰਿਹਾ ਨਾ, ਕਹਿੰਦੇ ਉਹ ਉਹੀ ਹੈ ਜੋ ਸੱਚਾ ਨਾਮ ਹੈ। ਉਹ ਨਾਮ ਰੂਪੀ ਵਡਿਆਈ ਹੈ। ਇਹ ਵੀ ਕਹਿੰਦੇ ਸੱਚੀ ਹੈ। ਇਹ ਕਹਿੰਦੇ ਹੁਣ ਇਹ ਝੂਠੀ ਵਡਿਆਈ ਨਹੀਂ ਹੈ, ਇਹ ਉਹ ਸੱਚੀ ਵਡਿਆਈ ਹੈ ਜੋ ਨਾਮ ਨੇ ਨਾਮ ਮਿਲਿਆ ਵਡਿਆਈ ਪ੍ਰਾਪਤ ਕਰ ਲਈ ਸੀ। ਕਹਿੰਦੇ ਹੁਣ ਇਹ ਦੇ ਵੀ ਰਿਹਾ ਮਨ। ਪਹਿਲਾਂ ਮਨ ਨੇ ਵਸਾਈ ਸੀ, ਹੁਣ ਮਨ ਇਹ ਆਪਣੇ ਇੰਦਰੇ ਗਿਆਨ ਇੰਦਰੀਆਂ ਨੂੰ ਅਵਰਾ ਨਾਮ ਵੀ ਜਪਾ ਰਿਹਾ ਹੈ, ਭਾਵ ਦੇ ਰਿਹਾ ਹੈ। ਉਹਨਾਂ ਨੂੰ ਵੀ ਹੁਣ ਹੁਕਮ ਰੂਪੀ ਰਾਹ ਤੇ ਚਲਾ ਰਿਹਾ ਹੈ। ਜਿਨ ਮਨ ਵਸਿਆ ਸੇ ਜਨ ਸੋ ਹੈ। ਇਹ ਕੀ ਕਹਿੰਦੇ? ਇਹਦੇ ਇੱਕ ਉਲਟ ਕੰਮ ਹੋਇਆ। ਤਿੰਨ ਸਿਰ ਚੂਕਾ ਕਾਹਾ ਹੈ। ਜਦੋਂ ਸਾਡੇ ਸਿਰ ਤੋਂ, ਜਿਹਨੂੰ ਦੋ ਬੰਦਾ ਪਹਿਲਾਂ ਸਤਿਗੁਰੂ ਜੀ ਆਖ ਰਹੇ ਸਨ, ਜੰਮ ਕਾ ਜੇਵੜਾ ਗਲ ਫਾਹਾ ਹੈ। ਜੋ ਸਾਡੇ ਗਲ ਦੇ ਵਿੱਚ, ਜੋ ਸਾਡੇ ਸਿਰ ਤੇ, ਜੋ ਸਾਡੇ ਪਹਿਲਾਂ ਮਨ ਦੇ ਵਿੱਚ ਭੈੜੀ ਮਤ ਦੁਰਮਤ ਵਸੀ ਹੋਈ ਸੀ, ਦੁਰਮਤ ਨੂੰ ਗੁਰਬਾਣੀ ਜੰਮ ਆਖਦੀ ਹੈ। ਤੇ ਜਦੋਂ ਅਸੀਂ ਦੁਰਮਤ ਦੇ ਪ੍ਰਭਾਵ ਨੂੰ ਕਬੂਲ ਕਰ ਲੈਂਦੇ ਹਾਂ, ਤਾਂ ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਦੁਰਮਤ ਰੂਪੀ ਜੰਮ ਦਾ ਜਿਹੜਾ ਫਾਹਾ ਸੀ ਨਾ ਆਪਣੇ ਗਲੇ 'ਚ ਪਾ ਲਿਆ। ਕਹਿੰਦੇ ਤੁਸੀਂ ਦੁਰਮਤ ਰੂਪੀ ਜੰਮ ਦਾ ਫਾਹਾ ਆਪਣੇ ਗਲੇ, ਕਿਉਂਕਿ ਤੁਸੀਂ ਉਸ ਮੱਤ ਨੂੰ ਮੰਨ ਲਿਆ। ਦੁਰਮਤ ਭੈੜੀ ਮੱਤ ਨੂੰ ਜੰਮ ਆਖਦੇ ਨੇ। ਤੇ ਜੰਮ ਤਾਂ ਕੀ ਕਹਿੰਦੇ, ਭੈੜੀ ਮੱਤ ਸਾਨੂੰ ਸਾਰੇ ਜਗ੍ਹਾ ਤੋਂ ਮਿਲਦੀ ਰਹਿੰਦੀ, ਸਾਡੇ ਕੰਨ ਸੁਣਦੇ। ਕਹਿੰਦੇ ਲੇਕਿਨ ਤੁਸੀਂ ਮੰਨਣਾ ਨਹੀਂ। ਕਹਿੰਦੇ ਨੇ ਮੰਨੈ ਜੰਮ ਕੇ ਸਾਥ ਨਾ ਜਾਏ। ਕਹਿੰਦੇ ਤੁਸੀਂ ਕਦੀ ਵੀ ਦੁਰਮਤ ਨੂੰ ਮੰਨਣਾ ਨਹੀਂ। ਤੁਹਾਨੂੰ ਕੋਈ ਵੀ ਗੁਰੂ ਤੋਂ ਉਲਟ ਮੱਤ ਸੁਣਾਏ, ਤੁਸੀਂ ਮੰਨਣਾ ਨਹੀਂ। ਇਹ ਜੰਮ ਹੈ। ਤੁਸੀਂ ਨਾਮ ਨੂੰ ਆਪਣੇ ਮਨ ਵਿੱਚ ਵਸਾਣਾ, ਤੁਸੀਂ ਦੁਰਮਤ ਨੂੰ ਨਾ ਵਸਾਣਾ, ਭਾਵ ਦੁਰਮਤ ਰੂਪੀ ਜੰਮ ਦਾ ਫਾਹਾ ਆਪਣੇ ਗਲ 'ਚ ਨਾ ਪਾਣਾ। ਦੁਰਮਤ ਨੂੰ ਹੀ ਇੱਥੇ, ਜਿਸ ਨੂੰ ਦੁਰਮਤ ਬੋਲ ਰਹੇ ਨਾ, ਇਸੇ ਨੂੰ ਗੁਰਬਾਣੀ ਮੁਗਲ ਵੀ ਆਖਦੀ ਹੈ। ਜੰਮ ਕਰ ਮੁਗਲ ਚੜਾਇਆ। ਬਾਬਰ ਬਾਣੀ 'ਚ ਜਿਹੜੀ ਗੱਲ ਆਉਂਦੀ ਨਾ, ਜੰਮ ਕਰ ਮੁਗਲ ਚੜਾਇਆ, ਉੱਥੇ ਵੀ ਗੁਰਬਾਣੀ ਇਹੀ ਆਖਦੀ ਹੈ ਕਿ ਜਿਹੜੇ ਨਾ ਜੰਮ ਰੂਪੀ ਮੁਗਲ ਸਾਡੇ ਚੜ ਕੇ ਆਉਂਦੇ ਨੇ ਸਾਡੇ ਦੇਸ਼ ਤੇ ਸਾਡੇ ਦੇਸ਼ ਨੂੰ ਤਬਾਹ ਕਰ ਦਿੰਦੇ, ਉਹ ਇਹੀ ਦੁਰਮਤ ਰੂਪੀ ਜੰਮਾਂ ਦੀ ਗੱਲ ਹੀ ਚੱਲ ਰਹੀ। ਕਹਿੰਦੇ ਨੇ ਦੁਰਮਤ ਰੂਪੀ ਜੰਮ ਜਿਹੜੇ ਮੁਗਲ ਬਣ ਕੇ ਆਉਂਦੇ ਨੇ ਨਾ, ਬਾਬਰ ਬਣ ਕੇ ਆਉਂਦੇ ਨੇ, ਤੇ ਸਾਡਾ ਜਿਹੜਾ ਵਸਦਾ ਵਸਾਇਆ ਸ਼ਹਿਰ ਤਬਾਹ ਕਰ ਜਾਂਦੇ ਨੇ, ਇਹ ਉਹਦੀ ਗੱਲ ਚੁੱਕੀ। ਕਹਿੰਦੇ ਉਹਨਾਂ ਦਾ ਹੁਣ ਸਿਰ ਤੋਂ ਕਾਹ ਚੁੱਕ ਜਾਂਦਾ ਹੈ, ਉਹ ਜੰਮਾਂ ਦਾ ਜੇਵੜਾ ਕੱਟਿਆ ਜਾਂਦਾ ਹੈ। ਹੁਣ ਮਨ ਦੇ ਵਿੱਚ ਨਾਮ, ਮਨ ਦੇ ਵਿੱਚ ਗੁਰਮਤ ਵਸ ਜਾਂਦੀ ਹੈ। ਤੇ ਉਹ ਮਨ ਫਿਰ ਹੁਣ ਉਹ ਜਿਹੜੀ ਅੰਦਰ ਨਾਮ ਵਸ ਗਿਆ, ਉਹ ਨਾਮ ਸੱਚਾ ਹੈ। ਹੁਣ ਉਹ ਮਨ ਦੇ ਵਿੱਚ ਪ੍ਰਾਪਤ ਹੋ ਗਿਆ, ਇਸ ਲਈ ਹੁਣ ਮਨ ਵੀ ਸੱਚਾ ਹੋ ਗਿਆ ਹੈ।
ਹੁਣ ਮਨ ਜੋ ਵਡਿਆਈ ਨਾਮ ਨੂੰ ਮਨ ਨੂੰ ਜੋ ਵਡਿਆਈ ਮਿਲੀ ਹੈ, ਨਾਨਕ ਨਾਮ ਮਿਲਿਆ ਵਡਿਆਈ। ਕਹਿੰਦੇ ਹੁਣ ਇਹ ਜੋ ਮਨ ਨੂੰ ਮਤ ਪ੍ਰਾਪਤ ਹੋਈ ਹੈ, ਮਨ ਦੇ ਅੰਦਰ ਨਾਮ ਵਡਿਆਈ, ਕਹਿੰਦੇ ਇਹ ਉਹੀ ਹੈ ਜੋ ਸੱਚਾ ਨਾਮ ਅੰਦਰ ਪ੍ਰਮਾਤਮਾ ਦੇ ਵਸ ਰਿਹਾ ਸੀ, ਜਿਸ ਨੂੰ ਆਖ ਰਹੇ ਸੀ ਨਾ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ। ਕਹਿੰਦੇ ਹੁਣ ਮਨ ਚੱਲਣ ਲੱਗ ਪਿਆ, ਮਨ ਨੂੰ ਉਹ ਵਡਿਆਈ ਪ੍ਰਾਪਤ ਹੋ ਗਈ, ਉਹ ਨਾਮ ਪ੍ਰਾਪਤ ਹੋ ਗਿਆ। ਹੁਣ ਮਨ ਨਾਮ ਵਿੱਚ ਪ੍ਰਾਪਤ ਹੋ ਕੇ ਨਾਮ ਦਾ ਰੂਪ ਹੀ ਬਣ ਗਿਆ ਹੈ, ਗੁਰਬਾਣੀ ਬਣ ਗਿਆ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਸੱਚ ਬਣ ਗਿਆ ਹੈ, ਇਹ ਮਨ ਵੀ ਸੱਚਾ ਹੋ ਗਿਆ ਹੈ ਹੁਣ। ਹਾਂਜੀ ਜੀ ਵੀਰ ਜੀ, ਅੱਜ 2 ਪਦਿਆਂ ਦਾ ਹੀ ਪਾਠ ਹੋਣਾ ਸੀਗਾ, ਔਰ ਰਲ ਮਿਲ ਕੇ ਪਾਠ ਕਰ ਲਈਏ, ਫਿਰ ਸਮਾਪਤੀ ਹੈਗੀ। ਉਸ ਦੇ ਬਾਅਦ ਫਿਰ ਇੱਕ ਸਵਾਲ ਦਾ ਸਾਡੇ ਕੋਲ ਸਮਾਂ ਹੋਏਗਾ। ਕਿਸੇ ਵੀ ਵੀਰ ਦਾ ਕੋਈ ਸਵਾਲ ਹੋਏ ਤੇ ਤਜਿੰਦਰ ਵੀਰ ਜੀ ਨੂੰ ਨੋਟ ਕਰਾ ਦਿਆ ਜੇ। ਜੀ ਭੈਣ ਜੀ ਦਾ ਆਇਆ ਹੋਇਆ ਇੱਕ ਸਵਾਲ ਜੀ। ਆਪੇ ਬਖਸ਼ੇ ਗੁਰ ਸੇਵਾ ਲਾਏ, ਗੁਰਮਤੀ ਨਾਮ ਮਨ ਵਸਾਏ, ਅੰਦਿਨ ਨਾਮ ਧਿਆਏ ਸਾਚਾ, इस जग में नामो लाहा है। आपे सच्चा सच्ची नाई, गुरमुख देवै मन वसाई, जिन मन वसया से जन सोहे, तिन सिर चूका काहा है। जिन मन वसया से जन सोहे, तिन सिर चूका काहा है। होइयां बेअंत पुलां दी किमा। वाहिगुरू जी का खालसा, वाहिगुरू जी की फतेह। ਤਜਿੰਦਰ ਵੀਰ ਜੀ, ਗੁਰਪ੍ਰੀਤ ਵੀਰ ਜੀ, ਜਿਹੜੀ ਅਸੀਂ ਨੈਕਸਟ ਮੀਟਿੰਗ ਅਟੈਂਡ ਕਰਨੀ ਹੈ, ਇਨ ਬਿਟਵੀਨ ਆਪ ਜੀ ਉਹਦਾ ਲਿੰਕ ਕੋਸ਼ਿਸ਼ ਕਰਕੇ ਉਹਦਾ ਲਿੰਕ ਲੈ ਲਓ, ਜਿਹਦੇ ਨਾਲ ਸੰਗਤ ਨੂੰ ਲਿੰਕ ਦੇ ਸਕੀਏ ਕਿ ਉਹ ਵੀ ਜੁਆਇਨ ਕਰ ਸਕਣ, ਜੋ ਜੁਆਇਨ ਕਰਨਾ ਚਾਹੁੰਦੇ। ਤੇ ਤੁਹਾਡੀ ਪਰਮਿਸ਼ਨ ਹੈ ਵੀ ਜੀ ਅਸੀਂ ਉਹ ਲਿੰਕ ਸਹਿਜ ਪਾਠ ਵਾਲੇ ਗਰੁੱਪ ਵਿੱਚ ਸ਼ੇਅਰ ਕਰ ਸਕਦੇ ਹਾਂ? ਜੀ 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 ਬਿਲਕੁਲ, ਉਧਰ ਸ਼ੇਅਰ ਕਰਨਾ ਪਏਗਾ ਸਾਨੂੰ, ਤਾਂ ਹੀ ਸੰਗਤ ਜੁੜ ਪਾਏਗੀ। ਠੀਕ ਹੈ ਵੀ ਜੀ। ਇੱਕ ਹਰਨੀਤ ਕੌਰ ਭੈਣ ਜੀ ਦਾ ਇੱਕ ਸਵਾਲ ਆਇਆ ਸੀਗਾ, ਉਹਨਾਂ ਦਾ ਪਹਿਲਾ ਸਵਾਲ ਹੈ ਕਿ ਭੈਣ ਜੀ ਤੁਹਾਡੀ ਆਡੀਓ ਔਨ ਹੈ, ਪਲੀਜ਼ ਆਪਣਾ ਸਵਾਲ ਰੱਖ ਲਓ ਜੋ ਤੁਸੀਂ ਲਿਖਿਆ ਸੀ ਮੈਸੇਜ ਵਿੱਚ। ਹਾਂਜੀ ਹਰਨੀਤ ਕੌਰ ਭੈਣ ਜੀ ਤੁਹਾਡੀ ਆਡੀਓ ਔਨ ਹੈ, ਪਲੀਜ਼ ਆਪਣਾ ਸਵਾਲ ਰੱਖ ਲਓ। हेलो जी भैन जी। वाहिगुरू जी का खालसा, वाहिगुरू जी की फतेह। वाहिगुरू जी की फतेह। वीर जी आप जी कह रहे सी कि अगर अपना मन अगर मन जाता है ते फिर अपनी बाकी इंद्रियां भी कंट्रोल विच आ जांदियां ने जी। ते गुरबानी कहंदी है मन मेरिया है स्वर्ण मेरियो, अपन हर एक इंद्रियां नु अलग अलग प्रेरित करने आ। ਤੇ ਮੈਨੂੰ ਸਮਝ ਨਹੀਂ ਆਇਆ ਸੀ ਵੀ ਜੀ ਕਿ ਅਗਰ ਮਨ ਆ ਜਾਏ ਤੇ ਸਾਰੀ ਇੰਦਰੀਆਂ ਵੀ ਕੰਟਰੋਲ ਵਿੱਚ ਕਿਵੇਂ ਆ ਜਾਂਦੀਆਂ? ਜੀ ਜੀ ਹਰਵਿੰਦਰ ਵੀਰ ਜੀ। ਸਤਬੀਰ ਵੀਰ ਜੀ, ਤੁਸੀਂ ਬੋਲਿਆ ਸੀ, ਤੁਸੀਂ ਜਵਾਬ ਦਿਓ। ਦੇਖੋ ਵੀਰ ਜੀ, ਮੈਂ ਤੇ ਅਜੇ ਵੀ ਇਹ ਮੰਨਣਾ ਕਰ ਰਿਹਾ ਹਾਂ, ਕਿਉਂਕਿ ਮਨ ਰਾਜਾ ਹੈਗਾ। ਇਹ ਗੱਲ ਆਪ ਜੀ ਵੀ ਸਮਝਾਣਾ ਕਰਦੇ ਹੋ ਤੇ ਗੁਰੂ ਸਾਹਿਬ ਵੀ ਬਾਰ-ਬਾਰ ਸਮਝਾਉਂਦੇ ਹਨ, ਮਨ ਸਮਝਾਵਨ ਕਾਰ ਨੇ ਕਛੁਅਕ ਪੜੀਏ ਗਿਆਨ। ਉਹਨਾਂ ਨੇ ਇਹੋ ਗੱਲ ਸਮਝਾਣੀ ਕੀਤੀ ਹੈ ਕਿ ਜਦੋਂ ਮਨ ਸਮਝ ਜਾਂਦਾ ਤੇ ਸਾਡੇ ਗਿਆਨ ਇੰਦਰੀ, ਸਾਡੀ ਅੱਖਾਂ ਜਿਹੜੀਆਂ ਗਿਆਨ ਇੰਦਰੀ ਕਿਹੜੇ ਹੈਗੇ ਨੇ ਸਾਡੀ ਅੱਖਾਂ ਗਿਆਨ ਇੰਦਰੀਆਂ ਕਿਉਂ ਨਹੀਂ ਤੱਕ ਪਾ ਰਹੀਆਂ ਠੀਕ ਨਾਲ? ਕਿਉਂਕਿ ਜਸਟ ਲਰਨਸ ਟੂ ਕੋਆਪਰੇਟ। ਜੀ ਆਵਾਜ਼ ਵਿਚਕਾਰ ਕਿਸੇ ਹੋਰ ਦੀ ਆ ਰਹੀ ਸੀਗੀ। ਹਾਂਜੀ ਵੀਰ ਜੀ, ਅਸੀਂ ਤੱਕਣਾ ਸਮਝਣਾ ਕਰੀਏ ਨਾ ਤੇ ਗਿਆਨ ਇੰਦਰੀ ਸਾਡੀ ਅੱਖਾਂ, ਸਾਡੀ ਨਾਸਿਕਾ ਹੈਗੀਆਂ, ਸਾਡੀ ਖਲੜੀ ਹੈਗੀ ਹੈ, ਸਾਡੀ ਜ਼ਬਾਨ ਸਵਾਦ ਲੈ ਕੇ ਸਾਨੂੰ ਗਿਆਨ ਦਿੰਦੀ ਹੈਗੀ ਹੈ, ਸਾਡੇ ਕੰਨ ਸੁਣਨ ਵਿੱਚ ਗਿਆਨ ਦਿੰਦੇ ਹੈਗੇ ਹਨ। ਲੇਕਿਨ ਸਾਡੇ ਗਿਆਨ ਇੰਦਰੀ ਜਿਹੜੇ ਹੈਗੇ ਹਨ ਉਹ ਸੱਚ ਦਾ ਗਿਆਨ ਕਿਉਂ ਨਹੀਂ ਲੈ ਪਾ ਰਹੇ? ਕਿਉਂਕਿ ਸਾਡੇ ਮਨ ਵਿੱਚ ਮੈਲ ਹੈ, ਸਾਡੀ ਅੱਖਾਂ ਗੰਦਗੀ ਦੇਖਣ ਵਿੱਚ ਲੁਭਾਈਮਾਨ ਹੋਈਆਂ, ਕੰਨ ਨਿੰਦਿਆ ਚੁਗਲੀ ਸੁਣਨ ਵਿੱਚ ਲੁਭਾਈਮਾਨ ਹੋਏ ਹੋਏ। ਜਦੋਂ ਮਨ ਦੀ ਮੈਲ ਨਿਕਲ ਗਈ ਤੇ ਅੱਖਾਂ ਆਪਣੇ ਆਪ ਸੱਚ ਦੇਖਣ ਵਿੱਚ ਰੁਚਿਤ ਹੋ ਗਈਆਂ। ਇਹ ਸਾਨੂੰ ਕਰਨ ਦੀ ਲੋੜ ਨਹੀਂ ਪਈ। ਦੇਖੋ ਜਿਹੜੇ ਸਾਡੇ ਜੋਗੀ ਸਮਝਾਉਂਦੇ ਹਨ ਨਾ, ਉਹ ਹੱਠ ਧਰਮ ਸਮਝਾਉਂਦੇ ਆਂਦੇ ਹਨ, ਉਹ ਹੱਠ ਧਰਮ ਕਰਦੇ ਹੈਗੇ, ਉਹ ਮਨ ਦੀ ਮੈਲ ਨਹੀਂ ਕੱਢ ਪਾਉਂਦੇ, ਜਿਸ ਵਜ੍ਹਾ ਕਰਕੇ ਗੁਰੂ ਸਾਹਿਬ ਨੇ ਹੱਠ ਧਰਮ ਤੋਂ ਸਾਨੂੰ ਹਟਾ ਕੇ ਜਿਹੜੀ ਸਿੱਧ ਕੋਸ਼ ਬਾਣੀ ਵੀ ਆਉਂਦੀ ਹੈ ਨਾ, ਉਹ ਜੋਗੀਆਂ ਦੇ ਨਾਲ ਕੀ ਵਾਰਤਾਲਾਪ ਹੋਈ? ਗੁਰੂ ਸਾਹਿਬ ਨੇ ਹੱਠ ਧਰਮ ਤੋਂ ਕੱਢ ਕੇ ਉਹਨਾਂ ਨੂੰ
ਗੁਰਮਤੀ ਦਿੱਤੀ ਹੈਗੀ ਹੈ। ਪੂਰੀ ਸਿੱਧ ਕੋਸ਼ ਬਾਣੀ ਦੇ ਅੰਦਰ ਉਹੀਓ ਚਰਚਾ ਚੱਲੀ ਹੈ ਕਿ ਗੁਰੂ ਸਾਹਿਬ ਉਹਨਾਂ ਨੂੰ ਕਹਿ ਕੇ ਕੀ ਸਮਝਾਇਆ ਕਿ ਤੁਸੀਂ ਕਿਉਂ ਜੰਗਲਾਂ ਵਿੱਚ ਵਾਸਾ ਕਰ ਰਹੇ ਹੋ। ਤੁਸੀਂ ਜੰਗਲਾਂ ਵਿੱਚ ਵਾਸਾ ਕਰਨ ਦੀ ਲੋੜ ਨਹੀਂ ਤੁਹਾਨੂੰ ਮਨ ਨੂੰ ਟਿਕਾਣੇ ਤੇ ਲਿਆਉਣ ਲਈ। ਤੁਸੀਂ ਜੇਕਰ ਆਪਣੇ ਸੰਸਾਰ ਵਿੱਚ ਵਾਸਾ ਕਰਦੇ ਹੋਏ ਵੀ ਗੁਰਮਤ ਦੇ ਰਾਹੀਂ, ਸਤਿਗੁਰੂ ਦੀ ਬਾਣੀ ਦੇ ਰਾਹੀਂ, ਸੱਚ ਦੇ ਗਿਆਨ ਦੇ ਰਾਹੀਂ ਤੁਸੀਂ ਆਪਣਾ ਉੱਚਾ ਤੇ ਸੁੱਚਾ ਜੀਵਨ ਬਤੀਤ ਕਰ ਸਕਦੇ ਹੋ। ਜਦੋਂ ਮਨ ਕਾਬੂ ਵਿੱਚ ਆ ਜਾਏ ਤੇ ਗਿਆਨ ਇੰਦਰੀ ਆਪਣੇ ਆਪ ਕਾਬੂ ਵਿੱਚ ਆ ਜਾਂਦੇ ਨੇ। ਮੈਨੂੰ ਤੇ ਜਿਹੜੀ ਚੀਜ਼ ਸਮਝ ਆਉਂਦੀ ਹੈ ਤੁਸੀਂ ਇਸ ਬਾਬਤ ਨਹੀਂ ਸਤਵੀਰ ਵੀਰ ਜੀ ਐਕਚੁਅਲੀ ਨਾ ਭੈਣ ਜੀ ਦਾ ਜਿਹੜਾ ਕੁਐਸਚਨ ਹੈਗਾ ਨਾ ਉਹਦੇ ਚ ਉਹਨਾਂ ਨੇ ਕਿਹਾ ਕਿ ਤੁਸੀਂ ਕਿਹਾ ਸੀਗਾ ਕਿ ਆਟੋਮੈਟਿਕਲੀ ਉਹ ਠੀਕ ਹੋ ਜਾਣਗੇ ਮਨ ਗਿਆਨ ਇੰਦਰੀ ਜਿਹੜੇ ਨੇ ਨਾ, ਪਰ ਉਹ ਭੈਣ ਜੀ ਕਹਿੰਦੇ ਨੇ ਕਿ ਜਿਵੇਂ ਫਿਰ ਉਹਨਾਂ ਨੂੰ ਬਈ ਗੁਰੂ ਅਮਰਦਾਸ ਪਾਤਸ਼ਾਹ ਨੂੰ ਅਲੱਗ-ਅਲੱਗ ਇੰਦਰੀਆਂ ਨੂੰ ਕਹਿਣ ਦੀ ਕਿਉਂ ਸੰਬੋਧਿਤ ਕਰਕੇ ਕਿਉਂ ਕਿਹਾ? ਉਹਨਾਂ ਦਾ ਕੁਐਸਚਨ ਮੇਰਾ ਖਿਆਲ ਆਇਆ ਸੀਗਾ। ਜੀ ਆਵਾਜ਼ ਕੱਟ ਰਹੀ ਹੈ ਤੁਹਾਡੀ ਜੀ ਹਰਨੀਤ ਕੌਰ ਭੈਣ ਜੀ ਦਾ ਆਡੀਓ ਆਨ ਹੈ, ਉਹ ਦੁਬਾਰਾ ਕੁਐਸਚਨ ਰੱਖ ਲੈਣਾ ਅਗਰ ਹਾਂਜੀ ਵੀਰ ਜੀ ਮੇਰਾ ਇਹ ਸਵਾਲ ਸੀ ਕਿ ਗੁਰੂ ਸਾਹਿਬ ਜੀ ਨੇ ਅਮਰਦਾਸ ਸਾਹਿਬ ਜੀ ਨੇ ਆਪਣੇ ਨੂੰ ਅਲੱਗ-ਅਲੱਗ ਇੰਦਰੀਆਂ ਇਹ ਮਨ ਮੇਰਿਆ, हे ਸਵਰਨੋ ਮੇਰਿਓ, हे ਨੇਤਰੋ ਮੇਰਿਓ, ਅਲੱਗ-ਅਲੱਗ ਇੰਦਰੀਆਂ ਨੂੰ ਰਿਸਪੈਕਟ ਮਤਲਬ ਮਨ ਨੂੰ ਕਹਿ ਕੇ ਅਗਰ ਬਾਕੀ ਕੰਟਰੋਲ ਹੋ ਜਾਂਦੇ ਤੇ ਉਹ ਜੀ ਸੰਬੋਧਨ ਜ਼ਰੂਰ ਕੀਤਾ ਗਿਆ ਹੈ। ਜਿਸ ਤਰ੍ਹਾਂ ਚਰਨ ਚਲੋ ਮਾਰਗ ਗੋਬਿੰਦ ਵੀ ਕਿਹਾ ਗਿਆ ਹੈਗਾ, ਲੇਕਿਨ ਚਰਨਾਂ ਨੇ ਟੁਰਨਾ ਕਿੱਥੇ ਹੈਗਾ, ਜਾਂ ਕੰਨਾਂ ਨੇ ਸੁਣਨਾ ਕੀ ਹੈ, ਜਾਂ ਅੱਖਾਂ ਨੇ ਤੱਕਣਾ ਕੀ ਹੈ, ਇਹ ਸਾਡੀ ਮਨ ਦੀ ਅਵਸਥਾ ਦੇ ਉੱਤੇ ਡਿਪੈਂਡ ਕਰਦਾ ਹੈ। ਅਸੀਂ ਕਿਧਰੇ ਵੀ ਵਿਚਰ ਰਹੇ ਹੋਈਏ ਨਾ, ਅਸੀਂ ਧਿਆਨ ਦਈਏ, ਅਸੀਂ ਦਿਨ ਵਿੱਚ ਲੱਖਾਂ ਚੀਜ਼ਾਂ ਦੇਖਦੇ ਹਾਂ, ਅੱਖਾਂ ਕਰਕੇ ਅਸੀਂ ਬੜਾ ਕੁਝ ਦੇਖਦੇ ਹਾਂ, ਲੇਕਿਨ ਸਾਨੂੰ ਯਾਦ ਕਿਹੜੀ ਚੀਜ਼ਾਂ ਰਹਿ ਜਾਂਦੀਆਂ ਹੈਗੀਆਂ? ਜਿੱਥੇ ਸਾਡੀ ਸੁਰਤ ਟਿਕ ਜਾਂਦੀ ਹੈਗੀ। ਅਸੀਂ ਲੱਖਾਂ ਚੀਜ਼ਾਂ ਨਹੀਂ ਯਾਦ ਰੱਖ ਪਾਉਂਦੇ, ਸਿਰਫ ਅਸੀਂ ਉਹਨਾਂ ਵਿੱਚੋਂ ਗਿਣਤੀ ਦੀ ਕੁਝ ਚੀਜ਼ਾਂ ਯਾਦ ਰੱਖ ਪੈਂਦੇ ਹਾਂ ਕਿ ਅੱਜ ਮੈਂ ਫਲਾਣੀ ਚੀਜ਼ ਦੇਖੀ, ਉਹ ਚੰਗੀ ਵੀ ਹੈ ਤੇ ਉਹ ਭੈੜੀ ਵੀ ਹੈ। ਦੋਨੋਂ ਚੀਜ਼ਾਂ ਵਿੱਚੋਂ ਜਿਹੋ ਜੀ ਸਾਡੀ ਮਨ ਦੀ ਅਵਸਥਾ ਹੈ, ਸਾਡੀ ਸੁਰਤ ਉੱਥੇ ਟਿਕ ਜਾਂਦੀ ਹੈਗੀ ਹੈ। ਅੱਖਾਂ ਕੇਵਲ ਜ਼ਰੀਆ ਹੈਗੀ ਹੈ, ਤੱਕਣਾ ਸੁਰਤ ਨੇ ਵੇ। ਕੰਨ ਕੇਵਲ ਜ਼ਰੀਆ ਹੈਗੇ, ਸੁਣਨਾ ਕੰਨ ਨੇ ਨਹੀਂ ਹੈ, ਸੁਣਨਾ ਸੁਰਤ ਨੇ ਵੇ। ਜਦੋਂ ਸਾਡੀ ਮਨ ਸੁਧਰ ਜਾਏਗਾ, ਜਦੋਂ ਸਾਡੀ ਸੁਰਤ ਸੱਚ ਪਾਸੇ ਟੁਰ ਪਏਗੀ ਤੇ ਆਪਣੇ ਆਪ ਹੀ ਸਾਡੀ ਤੱਕਣੀ ਤੇ ਸੁਣਨੀ ਜਿਹੜੀ ਹੈਗੀ ਹੈ ਆਪਣੇ ਆਪ ਉਹ ਸੁਧਰ ਜਾਏਗੀ। ਹਾਂਜੀ ਵੀਰ ਜੀ, ਸਤਵੀਰ ਵੀਰ ਜੀ, ਇਸੇ ਨੂੰ ਨਾ ਗੁਰਬਾਣੀ ਦਾ ਜਿਹੜਾ ਸਿਧਾਂਤ ਹੈ ਨਾ, ਗੁਰਬਾਣੀ ਆਖਦੀ ਹੈ ਮਨ ਮੈਲਾ ਸਭ ਕਿਛ ਮੈਲਾ, ਤਨ ਤੋਤੇ ਮਨ ਅੱਛਾ ਨਾ ਹੋਈ। ਗੁਰਬਾਣੀ ਵੀ ਕਹਿੰਦੀ ਜੇ ਸਾਰਾ ਕੁਝ ਮੈਲਾ ਹੈ ਨਾ, ਕਹਿੰਦੇ ਉਹਦੇ ਪਿੱਛੇ ਰੀਜ਼ਨ ਇਹ ਹੈ ਕਿ ਮਨ ਮੈਲਾ। ਕਿਉਂ ਮਨ ਮੈਲੇ ਨਾਲ ਸਾਰਾ ਕੁਝ ਸਾਫ਼ ਕਿਵੇਂ ਹੋ ਜਾਏ? ਕਹਿੰਦੇ ਫਿਰ ਮਨ ਨਾ, ਜਦੋਂ ਮਨ ਆਪ ਸੱਚ ਲੈ ਲੈਂਦਾ ਨਾ, ਫਿਰ ਕਹਿੰਦਾ ਇਹ ਸਾਰਿਆਂ ਨੂੰ ਸੱਚ ਵਰਤਾ ਕੇ ਸਾਰਿਆਂ ਨੂੰ ਵੀ ਕੀ ਕਹਿੰਦੇ ਨਿਰਮਲ ਕਰ ਲੈਂਦਾ। ਇਸੇ ਕਰਕੇ ਕਹਿੰਦੇ ਜੇ ਦੂਜੇ ਸਾਰੇ ਕੁਝ ਮੈਲੇ ਹਨ ਨਾ, ਜੇ ਇੰਦਰੀ ਗਿਆਨ ਇੰਦਰੀ ਮੈਲੇ ਹਨ, ਕਹਿੰਦੇ ਉਹਦਾ ਰੀਜ਼ਨ ਇਹ ਹੈ ਕਿ ਮਨ ਨਾ ਇੰਦਰੀ ਗਿਆਨ ਇੰਦਰੀਆਂ ਨੂੰ ਸਤਿਗੁਰੂ ਦੀ ਮੱਤ ਨਹੀਂ ਦੇ ਰਿਹਾ। ਇੰਦਰੀ ਗਿਆਨ ਇੰਦਰੀ ਕੀ ਕਹਿੰਦੇ ਆ, ਜਦੋਂ ਮਨ ਸਤਿਗੁਰੂ ਦੀ ਮੱਤ ਲੈ ਲੈਂਦਾ ਹੈ ਤਾਂ ਫਿਰ ਮਨ ਆਟੋਮੈਟਿਕਲੀ ਉਹ ਇੰਦਰੀ ਗਿਆਨ ਇੰਦਰੀ ਨੂੰ ਮੱਤ ਦੇਣ ਲੱਗ ਜਾਂਦਾ ਹੈ। ਇਸ ਤਰ੍ਹਾਂ ਸਾਰੇ ਤਨ ਦੇ ਇੰਦਰੀ ਗਿਆਨ ਇੰਦਰੀ ਰੋਮ ਵੀ ਕੀ ਕਹਿੰਦੇ ਨਿਰਮਲ ਹੋ ਜਾਂਦੇ ਹਨ। ਮਨ ਮੈਲਾ ਸਭ ਕੁਛ ਮੈਲੇ ਦਾ ਭਾਵ ਹੈ ਕਿ ਜਦੋਂ ਮਨ ਮੈਲਾ ਹੁੰਦਾ ਤਾਂ ਮਨ ਮੈਲੇ ਵਿਚਾਰ ਹੀ ਅੱਗੇ ਦਿੰਦਾ ਹੈ। ਅੱਜ ਅਜਲੇ ਸ਼ਬਦ ਵੀ ਜਿਵੇਂ ਹੈ ਨਾ, ਗੁਰਮੁਖ ਦੇਵੈ, ਫਿਰ ਮਨ ਗੁਰਮੁਖ ਨਹੀਂ ਦੇਵੇ, ਫਿਰ ਮਨ ਮਤ ਦਿੰਦਾ। ਅਗਰ ਮਨ ਮੈਲਾ ਹੈ, ਮਨ ਦੇ ਕੋਲ ਜਿਹੜੀ ਮੱਤ ਹੈ, ਅਗਰ ਮਨ ਦੇ ਅੰਦਰ ਨਾਮ ਹੈ ਤਾਂ ਮਨ ਨਾਮ ਵੰਡੇਗਾ ਇੰਦਰੀ ਗਿਆਨੀ ਦੇ ਅੰਦਰ। ਅਗਰ ਮਨ ਦੇ ਕੋਲ ਚੰਗੀ ਮੱਤ ਹੁੰਦੀ ਹੈ ਤਾਂ ਮਨ ਚੰਗੀ ਮੱਤ ਅੱਗੇ ਦੇਵੇਗਾ, ਭੈੜੀ ਮੱਤ ਹੈ ਤੇ ਭੈੜੀ ਮੱਤ। ਸੋ ਇੰਦਰੀ ਗਿਆਨ ਇੰਦਰੀ ਇਸ ਲਈ ਖਰਾਬ ਹੁੰਦੇ ਨੇ ਕਿ ਮਨ ਉਹਨਾਂ ਨੂੰ ਭੈੜੀ ਮੱਤ ਦਿੰਦਾ ਹੈ। ਹਾਂ, ਆਟੋਮੈਟਿਕਲੀ ਬਿਲਕੁਲ ਜਦੋਂ ਮਨ ਹੋ ਜਾਏਗਾ ਕਿ ਕਿੰਨੇ ਮੈਲੇ ਤੋਂ ਨਿਰਮਲ ਹੋ ਜਾਏਗਾ, ਸਾਰਾ ਤਨ ਵੀ ਨਾਲ ਹੀ ਨਿਰਮਲ ਹੋ ਜਾਂਦਾ ਹੈ। ਉਹ ਬਿਲਕੁਲ ਗੱਲ ਸੱਚੀ ਹੈ। ਜਦੋਂ ਮਨ ਸਾਫ਼ ਹੋ ਜਾਂਦਾ ਹੈ ਤਾਂ ਤਨ ਵੀ ਸਾਫ਼ ਹੋ ਜਾਂਦਾ ਹੈ, ਇੰਦਰੀ ਗਿਆਨ ਇੰਦਰੀ ਵੀ ਨਿਰਮਲ ਹੋ ਜਾਂਦੇ। ਪਰ ਉਹਦੇ ਪਿੱਛੇ ਕੀ ਹੁੰਦਾ ਹੈ ਕਿ ਮਨ ਨਾ ਫਿਰ ਉਹਨਾਂ ਨੂੰ ਸੱਚ ਰੂਪੀ ਭੋਜਨ ਵੰਡਣ ਲੱਗ ਜਾਂਦਾ ਹੈ, ਜਿਸ ਨੂੰ ਅੱਜ ਬੋਲ ਰਹੇ ਨਾ ਗੁਰਮੁਖ ਦੇਵੇ। ਮਨ ਗੁਰੂ ਦੇ ਮੁਖ ਤੋਂ ਨਿਕਲੀਆਂ ਹੋਈਆਂ ਫਿਰ ਸਿੱਖਿਆਵਾਂ ਹੀ ਅੱਗੇ ਦਿੰਦਾ ਇੰਦਰੀ ਗਿਆਨ ਇੰਦਰੀਆਂ ਨੂੰ। ਫਿਰ ਉਹ ਇੰਦਰੀ ਗਿਆਨ ਇੰਦਰੀਆਂ ਨੂੰ ਸਮਝਾ ਦਿੰਦਾ ਵੀ ਪਹਿਲਾਂ ਤੁਸੀਂ ਗਲਤ ਕਰਦੇ ਸੀ, ਹੁਣ ਇਹ ਨਾ ਕਰੋ। ਫਿਰ ਉਹ ਉਹਨਾਂ ਨੂੰ ਸਮਝਾ ਕੇ ਮਨ ਦੇ ਲੈਂਦੇ, ਉਹ ਮੱਤ ਲੈ ਵੀ ਲੈਂਦੇ ਨੇ। ਇਸ ਤੇ ਆਟੋਮੈਟਿਕ ਪ੍ਰੋਸੈਸ ਹੁੰਦਾ ਰਹਿੰਦਾ। ਮਨ ਕੋਲ ਸਤਿਗੁਰੂ ਦੀ ਮੱਤ ਹੈ
ਤਾਂ ਇੰਦਰੀਆਂ ਕੋਲ ਵੀ ਸਤਿਗੁਰੂ ਦੀ ਮੱਤ ਜਾਏਗੀ। ਮਨ ਕੋਲ ਵੀਰ ਜੀ ਸਤਿਗੁਰੂ ਦੀ ਮੱਤ ਨਹੀਂ ਹੈ, ਇੰਦਰੀਆਂ ਕੋਲ ਸਤਿਗੁਰੂ ਦੀ ਮੱਤ ਅੱਗੇ ਟ੍ਰਾਂਸਫਰ ਨਹੀਂ ਹੋਏਗੀ, ਮਨ ਹੀ ਟ੍ਰਾਂਸਫਰ ਕਰਦਾ, ਇਸੇ ਲਈ ਆਟੋਮੈਟਿਕਲੀ ਪ੍ਰੋਸੈਸ ਹੈ। ਪਰ ਪਹਿਲਾਂ ਜੀ, ਮਨ ਦੇ ਕੋਲ ਹਾਂਜੀ ਇਸ ਤਰ੍ਹਾਂ ਵੀ ਪੋਸਿਬਿਲਿਟੀ ਹੋ ਸਕਦੀ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਇੱਕ ਸਟੈਪ ਹੋਰ ਅੱਗੇ ਵੱਧ ਕੇ ਡਾਇਰੈਕਟਲੀ ਗਿਆਨ ਇੰਦਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਵੀਰ ਜੀ ਉਹ ਅਮਰਦਾਸ ਪਾਤਸ਼ਾਹ ਜੀ ਨਹੀਂ ਸਮਝਾ ਰਹੇ, ਅਮਰਦਾਸ ਮਹਿਲੇ ਤੀਜੇ ਦਾ ਉਹ ਕਹਿ ਰਹੇ ਨੇ ਕਿ ਅਸੀਂ ਇਸ ਤਰ੍ਹਾਂ ਆਨੰਦ ਵਾਲੀ ਅਵਸਥਾ ਤੇ ਕਿੱਥੋਂ ਪਹੁੰਚੇ ਆ। ਉਹ ਸੁਰਤ ਸਮਝਾ ਰਹੀ ਹੈ ਪਹਿਲਾਂ ਮਨ ਨੂੰ, ਜਿਹੜਾ ਪਹਿਲਾ ਮਨ ਸਤਿਗੁਰੂ ਦੇ ਭਾਣੇ ਵਿੱਚ ਨਹੀਂ ਚੱਲ ਰਿਹਾ ਸੀ ਨਾ, ਜਿਹਨੂੰ ਆਖਦੇ ਨੇ ਨਾ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਉਹ ਸੁਰਤ ਆਖਦੀ ਹੈ ਪਹਿਲਾਂ ਮਨ ਨੂੰ। ਜਿਹੜੀ ਸੁਰਤ ਪਹਿਲਾਂ ਸਤਿਗੁਰੂ ਦੀ ਸ਼ਰਨ ਜਨ ਬਣ ਕੇ ਸਤਿਗੁਰੂ ਦੇ ਅੱਗੇ ਆਉਂਦੀ ਹੈ ਤੇ ਸਤਿਗੁਰੂ ਜੀ ਨੂੰ ਕਹਿੰਦੀ ਹੈ, ਸਤਿਗੁਰੂ ਜੀ ਜਿਹੜਾ ਤੁਸੀਂ ਸਾਡੀ ਬੋਡੀ ਦਾ ਮਨ ਰਾਜਾ ਬਣਾਇਆ ਨਾ, ਜਿਸ ਨੂੰ ਕੰਟਰੋਲ ਵਿੱਚ ਸਾਰੇ ਇੰਦਰੇ ਕੀਤੇ ਹੈ ਤੁਸੀਂ, ਸਤਿਗੁਰੂ ਜੀ ਉਹ ਤੁਹਾਡੇ ਭਾਣੇ 'ਚ ਨਹੀਂ ਚੱਲ ਰਿਹਾ। ਸਤਿਗੁਰੂ ਜੀ ਉਹਨੂੰ ਸੁਰਤ ਨੂੰ ਕਹਿੰਦੇ ਨੇ ਵੀ ਤੂੰ ਫਿਰ ਉਹਨੂੰ ਚਲਾਉਣਾ ਚਾਹਨੀ ਹੈ, ਉਹ ਤੈਨੂੰ ਦੱਸ ਰਿਹਾ ਉਹ ਗਿਆਨ ਕਾ ਬੱਧਾ ਮਨ, ਉਹ ਗਿਆਨ ਸਤਿਗੁਰੂ ਜੀ ਦੇ ਗਿਆਨ ਦੇ ਨਾਲ ਉਹ ਕੰਟਰੋਲ ਰਹਿ ਸਕਦਾ ਹੈ, ਜਿਸ ਨੂੰ ਕਹਿੰਦੇ ਨੇ ਸਤਿਗੁਰ ਕੇ ਭਾਣੇ ਨਾਲ ਉਹ ਕੰਟਰੋਲ ਰਹਿ ਸਕਦਾ ਹੈ। ਤੂੰ ਭਾਣਾ ਚਾਹੁੰਦੀ ਹੈ ਤਾਂ ਸੁਰਤ ਜਦੋਂ ਸਤਿਗੁਰੂ ਤੋਂ ਮੱਤ ਲੈਂਦੀ ਹੈ, ਫਿਰ ਸੁਰਤ ਅੱਗੇ ਮਨ ਨੂੰ ਇੰਦਰੀ ਗਿਆਨ ਇੰਦਰੀਆਂ ਨੂੰ ਸਮਝਾਉਂਦੀ ਹੈ ਕਿ ਤੁਸੀਂ ਵੀ ਸਤਿਗੁਰੂ ਦਾ ਭਾਣਾ ਲਓ। ਸਭ ਤੋਂ ਪਹਿਲਾਂ ਮਨ ਨੂੰ ਸਮਝਾਉਂਦੀ ਹੈ, ਮਨ ਨੂੰ ਸਮਝਾ ਕੇ ਨਾਲ ਨਾਲ ਇੰਦਰੀ ਗਿਆਨ ਇੰਦਰੀਆਂ ਨੂੰ ਵੀ ਸਮਝਾਉਂਦੀ ਹੈ ਕਿ ਤੁਹਾਡਾ ਖਸਮ ਮਨ ਹੈ, ਤੁਸੀਂ ਉਹਦੀ ਗੱਲ ਮੰਨੋ। ਨਾਲ ਨਾਲ ਮਨ ਨੂੰ ਵੀ ਸਮਝਾਉਂਦੀ ਹੈ, ਮਨ ਮੇਰਿਆ ਤੂੰ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਨਾਲ ਨਾਲ ਉਹ ਇੰਦਰੀਆਂ ਗਿਆਨ ਇੰਦਰੀਆਂ ਨੂੰ ਸਮਝਾਉਂਦੀ ਹੈ ਕਿ ਤੁਸੀਂ ਸਾਰਿਆਂ ਨੇ ਗਿਆਨ ਨਾਲ ਗਿਆਨ ਦੇ ਅੰਦਰ ਚੱਲਣਾ ਸੀ, ਸਤਿਗੁਰੂ ਦੇ ਭਾਣੇ ਵਿੱਚ ਚੱਲਣਾ ਸੀ। ਉਹ ਇੱਕ ਪ੍ਰੋਸੈਸ ਹੈ। ਉਸ ਤਰ੍ਹਾਂ ਸਾਨੂੰ ਸਮਝਾਉਣ ਲਈ ਸਤਿਗੁਰੂ ਜੀ ਯੂਜ਼ ਕਰ ਰਹੇ ਨੇ ਕਿ ਪਹਿਲਾਂ ਜਦੋਂ ਅਸੀਂ ਕਿਤੇ ਧਿਆਨ ਲਗਾਉਂਦੇ ਹਾਂ ਨਾ, ਤਾਂ ਸਾਨੂੰ ਧਿਆਨ ਦੇ ਨਾਲ ਸੁਰਤ ਸਾਡੀ ਉਹ ਉੱਥੋਂ ਜਿੱਥੇ ਧਿਆਨ ਲਾਗੇ ਉਹਦੀ ਮੱਤ ਪ੍ਰਾਪਤ ਹੋ ਜਾਂਦੀ ਹੈ। ਉਹ ਮੱਤ ਦੇ ਨਾਲ ਫਿਰ ਅਸੀਂ ਆਪਣੇ ਮਨ ਨੂੰ ਤੇ ਆਪਣੇ ਇੰਦਰੀ ਗਿਆਨ ਇੰਦਰੀਆਂ ਨੂੰ ਸਮਝਾ ਸਕਦੇ ਹਾਂ। ਮਨ ਸਮਝ ਗਿਆ, ਫਿਰ ਮਨ ਅੱਗੇ ਇੰਦਰੀ ਗਿਆਨ ਇੰਦਰੀਆਂ ਤੱਕ ਮਨ ਦੇ ਥਰੂ ਫਿਰ ਉਹ ਗੱਲ ਪਹੁੰਚ ਜਾਂਦੀ ਹੈ। ਉਹ ਇੱਕ ਪ੍ਰੋਸੈਸ ਸਾਨੂੰ ਸਮਝਾ ਰਿਹਾ ਗਿਆ ਹੈ। ਹਾਂਜੀ ਬਿਲਕੁਲ ਉਹ ਜਿੰਨਾ ਮੈਨੂੰ ਸਮਝ ਆਉਂਦਾ ਹੈ ਕਿ ਮਨ ਇੱਕ ਵਾਰੀ ਮੈਲ ਤੋਂ ਰਹਿਤ ਹੋ ਜਾਂਦਾ ਹੈ, ਅੱਗੇ ਦੀ ਪ੍ਰੋਸੈਸ ਆਟੋਮੈਟਿਕ ਹੈ, ਆਪਣੇ ਆਪ ਹੀ ਉਹ ਅੱਖਾਂ ਨੂੰ ਵੀ ਸੁਧਾਰ ਦੇਗਾ, ਆਪਣੇ ਆਪ ਹੀ ਉਹ ਰੈਗੂਲਰ ਇੱਕ ਪ੍ਰੋਸੈਸ ਆਪਣੇ ਆਪ ਹੋਣ ਲੱਗੇਗਾ। शायद इकबाल वीर जी कुछ कहना चाह रहे हैं। इकबाल वीर जी इकबाल वीर जी माने इंद्रियां ਨੂੰ ਸਮਝਾਉਣ ਵਾਸਤੇ ਜਿਹੜੇ ਸਾਡੇ ਕਰਮ वीर जी वॉइस स्लो आ रही है, थोड़ा फोन नेड़े करो, वॉइस स्लो आ रही है। वीर जी आपकी आवाज, इकबाल वीर जी आवाज नहीं आ रही है आप जी दी। ਮਨ ਨੂੰ ਸਮਝਾਉਣ ਵਾਸਤੇ ਪਹਿਲਾ ਕਰਮ ਇੰਦਰੀ ਕਰਦੇ ਆ ਜੀ। ਤਜਿੰਦਰ ਵੀਰ ਜੀ ਤੁਹਾਡਾ ਵੀ ਨੈਟਵਰਕ ਚੈੱਕ ਕਰੋ, ਤਜਿੰਦਰ ਵੀਰ ਜੀ ਆਪਣਾ ਵੀ ਨੈਟਵਰਕ। ਹੈਲੋ ਹੈਲੋ जी वीर जी आवाज आ रही है, बोलियो ਅਰੇ ਮਨ ਨੂੰ ਸਮਝਾਉਣ ਵਾਸਤੇ ਸਾਡੇ ਸਭ ਤੋਂ ਪਹਿਲਾ ਸਟੈਪ ਕਰਮ ਇੰਦਰੀ ਹੀ ਕਰਦੇ ਆ, ਕਿਉਂਕਿ ਮਨ ਸਮਝਾਵਣ ਕਾਰਨ ਹੈ। ਕਛੂਕ ਪੜੀਏ ਗਿਆਨ ਦਾ ਤਾਂ ਪੜਾਂਗੇ ਜੇ ਸਾਡੇ ਕਰਮ ਇੰਦਰੀ ਕਰਮ ਕਰਨਗੇ। ਜੇ ਕਰਮ ਇੰਦਰੀ ਹੀ ਕਰਮ ਨਹੀਂ ਕਰਨਗੇ ਨੇ ਤਾਂ ਗਿਆਨ ਕਿੱਦਾਂ ਡਾਇਵਰਟ ਜਾਂ ਗਿਆਨ ਕਿੱਦਾਂ ਪਹੁੰਚੂਗਾ ਉਹਦੇ ਕੋਲ। ਤਨ ਔਰ ਮਨ ਦੀ ਗੱਲ ਗੁਰਬਾਣੀ ਦੋਨੋਂ ਬਰਾਬਰ ਰੱਖਦੀ ਹੈ, ਕਿਤੇ ਤਨ ਨੂੰ ਮੋਹਰੇ ਕਰਦੀ ਹੈ, ਕਿਤੇ ਮਨ ਨੂੰ ਮੋਹਰੇ ਕਰਦੀ ਹੈ। ਇਸ ਕਰਕੇ ਦੋਨੇ ਹੀ ਸਾਨੂੰ ਨਾਲ ਲੈ ਕੇ ਚੱਲਣੇ ਪੈਣਗੇ, ਤਾਂ ਆਪਾਂ ਇਹਦਾ ਸਹੀ ਅੰਸਰ ਲੱਭ ਲਵਾਂਗੇ। ਜੇ ਅਸੀਂ ਇਕੱਲਾ ਮਨ ਨੂੰ ਲੈ ਗਏ, ਤਨ ਪਿੱਛੇ ਛੱਡਿਆ, ਤਾਂ ਵੀ ਅਧੂਰੇ ਰਹਾਂਗੇ। ਹੈ ਠੀਕ ਆ ਪਰ ਅਧੂਰੇ ਰਹਾਂਗੇ। ਜੇ ਅਸੀਂ ਦੋਨਾਂ ਨੂੰ, ਕਿਉਂਕਿ ਗੁਰਬਾਣੀ ਨੇ ਦੋਨਾਂ ਨੂੰ ਹੀ ਬਰਾਬਰਤਾ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਵਿੰਦਰ ਵੀਰ ਜੀ मैं की कुछ ऐड कर सकता? सत श्री अकाल एवरीवन जी। जी वीर जी कौन बोल रहे हैं वीर जी? मैं नवजोत गल कर रहे हैं जी। हाँ जी बोलो वीर। एक्चुअली मैं थोड़ा सा हिंदी में बोलना चाहूंगा कि बहन जी का मेरा क्वेश्चन हैगा कि मतलब जो मन है उसने इंद्रियों को एक एक करके उसने एक एक करके बेसिकली उसको क्यों बांटने की बात करी। जैसे कानों के लिए अलग से बात करी, पैरों के लिए अलग से बात करी, श्रवणों के लिए, आंखों के लिए अलग से बात करी। तो एक चीज मैं एक्चुअली ऐड ये करना चाहता था कि मैं पूना में था एक्चुअली मेरी स्टडीज के लिए, तो वहां पर मेरे साथ में ना कुछ लोग थे जो कि गीता वगैरह में काफी इंटरेस्टेड रहते थे। मैं उनके साथ में ना कुछ जगहों पे गया जहाँ पे गीता का काफी अच्छे से प्रचार चलता था। वहां पे वो लोग यही कंफ्यूज थे कि पहले इंद्रियों को कंट्रोल करे कि पहले मन को कंट्रोल करे।
मैं कंपैरिजन इसलिए कर रहा हूँ क्योंकि वी आर वेरी लकी कि अपन ये बात कर पा रहे हैं कि पहले मन को कंट्रोल करो तो सारी इंद्रियां कंट्रोल हो जाती है, मन जीते जग जीत। पर बाकी दुनिया में तो यही भ्रम है कि पहले मन को पकड़े कि पहले इंद्रियों को पकड़े, पहले आंखों को पकड़े कि पहले कानों को पकड़े। बहुत तो बढ़िया। कबीर जी ने अपने को ये भी बताया कि कान कुंडल, वो जो सोने के कवच, वो जो उसकी बात करी गई है, मेरे को शब्द याद नहीं है, लेकिन कानों से स्टार्ट होता है, आंखों तक जाता है, रसना रस समाई, वो भी चीजें आ जाती है। सो वी आर ब्लेस्ड कि इस तरीके से चीजें हैं। एंड बीच में एक सजेशन और आया था, मैं उसको अप्रिशिएट करना चाहूंगा, कि बोला गया था कि क्या गुरु साहब ने डायरेक्टली आके इंद्रियों को जवाब दिया। तो आई थिंक वो भी एक पॉसिबिलिटी बनती है, अगर कोई रिसर्च करके बताएगा तो वो काफी अच्छा रहेगा। बिकॉज एक शब्द आता है, एक संत एक राम, सेवा को दोए भले। तो यहाँ पे संत मन है और जो राम है वो गुरु की सीधा मत है। तो एक संत एक राम, सेवा को दोए भले। और सेवा की जब भी बात आती है तो वो भक्ति की बात आती है, और जब भक्ति की बात आती है तो वहां पे वर्ण चकना की बात। आवाज कटी गई वीर जी। हाँ नवजोत जी, आप जी की आवाज आवाज नहीं आ रही। वीर जी आवाज नहीं आ रही आपकी। एनीवेज नवजोत जी, बड़े अच्छे विचार आप जी दे रहे सी, अगर आप जी सुन पा रहे हैं। बहुत प्यारे वीर जी, बहुत अच्छी गल आपने की ਵੀਰ ਜੀ ਅਗਰ ਇਸ ਤਰ੍ਹਾਂ ਸਾਰੇ ਜਿਹੜੇ ਆਪਣੇ ਨਾਲ ਜੁੜੇ ਆ ਨਾ, ਸਾਰੇ ਜਿਹੜੇ ਆਪਣੇ ਨਾਲ ਜੁੜੇ ਆ, ਇੱਕ ਮਿੰਟ ਸਤਵੀਰ ਵੀਰ ਜੀ ਜੀ ਵੀਰ ਜੀ, ਜੇ ਇਸ ਤੇ ਜਿਹੜੇ ਆਪਣੇ ਨਾਲ ਸਾਰੇ ਆਪਣੇ ਨਾਲ ਜੁੜੇ ਆ ਨਾ, ਜੇ ਸਾਰੇ ਕੁਝ ਚਾਹੇ ਇੱਕ ਮਿੰਟ ਕੋਈ ਵੀ ਕਿਸੇ ਤਰ੍ਹਾਂ ਵੀ ਅਗਰ ਸਾਰੇ ਸ਼ੇਅਰਿੰਗ ਕਰਨਗੇ, ਦੇਖੋ ਕਿੰਨਾ ਅੱਛਾ ਲੱਗਿਆ ਨਾ। ਸਾਰੇ ਸ਼ੇਅਰਿੰਗ ਕਰਨੀ ਚਾਹੀਦੀ, ਕੋਈ ਆਪਣੇ ਕਿਸੇ ਵੀ ਆਪਣੇ ਮਨ ਵਿੱਚ ਜੋ ਵੀ, ਚਾਹੇ 1 ਮਿੰਟ ਬੋਲਣ, ਕੋਈ 2 ਮਿੰਟ ਬੋਲਣ, ਕੋਈ ਵੀ ਬੋਲਣ, ਇੱਥੇ ਕੋਈ ਜ਼ਰੂਰੀ ਥੋੜੀ ਕਿ ਸਿਰਫ ਕੋਈ ਬੋਲੇਗਾ, ਸਾਰੇ ਸ਼ੇਅਰਿੰਗ ਕਰਨੀ ਚਾਹੀਦੀ। ਕਿੰਨਾ ਅੱਛਾ ਉਹਨਾਂ ਨੇ ਸ਼ੇਅਰ ਕੀਤਾ ਵੀਰ ਜੀ ਨੇ। जी बिल्कुल बिल्कुल सहमत हाँ ਤੁਹਾਡੀ। ਜਿਤਨੇ ਆਪਣੇ ਗਰੁੱਪ ਵਿੱਚ ਜਿਤਨੇ ਵੀ ਸਾਰੇ ਜੁੜਦੇ ਆ ਨਾ, ਕੋਸ਼ਿਸ਼ ਕਰਨ ਸਾਰੇ ਕੁਝ ਨਾ ਕੁਝ ਆਪਣੀ ਵੀ ਸ਼ੇਅਰਿੰਗ ਕਰਨ, ਉਹਦੇ ਨਾਲ ਸਾਨੂੰ ਸਾਰਿਆਂ ਨੂੰ ਵੀ ਫਾਇਦਾ ਹੋਏਗਾ। ਬਾਕੀ ਮੈਂ ਇੱਕ ਗੱਲ ਐਡ ਕਰਨਾ ਚਾਹਾਂਗਾ, ਉਹਨਾਂ ਨੇ ਗੀਤਾ ਦਾ ਨਾਮ ਲਿੱਤਾ ਹੈਗਾ, ਹੋ ਸਕਦਾ ਜਿਹੜੇ ਗੀਤਾ ਦੀ ਵਿਚਾਰ ਕਰ ਰਹੇ ਹੋਣ ਉਹ ਬੱਚੇ ਅਜੇ ਉਸ ਅਵਸਥਾ ਵਿੱਚ ਨਾ ਪਹੁੰਚੇ ਹੋਣ ਕਿ ਗੀਤਾ ਨੂੰ। ਸੁਪ੍ਰੀਤ ਸਿੰਘ ਜੀ ਵੀ ਕੁਝ ਕਹਿਣਾ ਚਾਹ ਰਹੇ ਨੇ, ਬੜੀ ਦੇਰ ਤੋਂ ਰਿਕੁਐਸਟ ਕਰ ਰਹੇ। ਗੀਤਾ ਬਾਰੇ ਜਿਹੜਾ ਕਮੈਂਟ ਆ ਉਸ ਤੋਂ ਮੈਂ ਪੂਰੀ ਤਰ੍ਹਾਂ ਤੋਂ ਸਹਿਮਤ ਨਹੀਂ ਹੋ ਰਿਹਾ। ਬਾਕੀ ਹੋ ਸਕਦਾ ਉਹਨਾਂ ਦੀ ਸਟੱਡੀ ਇੰਨੀ ਪ੍ਰੋਡ ਨਾ ਹੋਏ, ਮੈਂ ਆਪ ਵੀ ਸਟੱਡੀ ਨਹੀਂ ਕੀਤੀ ਗੀਤਾ ਦੀ, ਤੇ ਇਸ ਲਈ ਫਿਰ ਵੀ ਜਿਹੜੀ ਗੱਲ ਹੈ ਉਸ ਗੱਲ ਤੋਂ ਸਹਿਮਤ ਕਿ ਅਸੀਂ ਜਿਹੜੇ ਆ ਲੱਕੀ ਹੈਗੇ ਆ ਕਿ ਸਾਨੂੰ ਕਲੀਅਰਲੀ ਇਹ ਗੱਲ ਸਮਝਾ ਦਿੱਤੀ ਗਈ ਹੈ। ਜੀ ਤਜਿੰਦਰ ਵੀਰ ਜੀ। ਸੁਪ੍ਰੀਤ ਸਿੰਘ ਵੀਰ ਜੀ ਦਾ ਬੜੀ ਦੇਰ ਤੋਂ ਰਿਕੁਐਸਟ ਹੈਗੀ ਆ, ਸਾਡੇ ਕੋਲ ਸਮਾਂ ਸਿਰਫ 3 ਮਿੰਟ ਹੀ ਰਹਿ ਗਿਆ। ਵੀਰ ਜੀ ਪਲੀਜ਼ ਆਪਣੀ ਆਡੀਓ ਔਨ ਕਰ ਲਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਇਸ ਸਵਾਲ ਨੂੰ ਕੱਲ ਵੀ ਲੈ ਸਕਦੇ ਹਾਂ, ਕੋਈ ਗੱਲ ਨਹੀਂ। ਮੈਂ ਬਸ ਉਸੇ ਤਰ੍ਹਾਂ ਸ਼ੇਅਰਿੰਗ ਕਰਨਾ ਚਾਹ ਰਿਹਾ ਸੀ ਕਿ ਗੱਲ ਇਹ, ਜੇ ਗੁਰਬਾਣੀ ਕਹਿੰਦੀ ਹੈ ਇਹ ਸਰਵਨੋ ਮੇਰਿਓ ਸਾਚੇ ਸੁਣਨੇ ਨੂੰ ਪਟਾਏ, ਇਹ ਨੇਤਰੋ ਮੇਰਿਓ ਹਰ ਤੁਮੇ ਜੋ ਤੇਰੀ, ਤੇ ਬਾਣੀ ਇੱਕ ਜਗ੍ਹਾ ਇਹ ਵੀ ਕਹਿੰਦੀ ਹੈ ਅੱਖੀ ਬਾਝੋ ਵੇਖਣਾ, ਵਿਣ ਕੰਨਾ ਸੁਣਨਾ, ਪੈਰੋਂ ਬਾਝੋ ਚੱਲਣਾ, ਬਿਨ ਨੱਥਾ ਕਰਨਾ, ਜੇਬਾ ਬਾਝੋ ਬੋਲਣਾ, ਕਿਉਂ ਜੀਵਤ ਮਰਨਾ। ਤੇ ਵੀਰ ਜੀ ਉਹਦੇ ਤੇ ਵੀ ਚਾੜਨਾ ਪਾਣਾ ਥੋੜਾ ਜਿਹਾ, ਪਲੀਜ਼ ਰਿਕੁਐਸਟ ਹੈ। ਜੀ ਜੀ ਵੀਰ ਜੀ, ਜਿਹੜਾ ਸਾਰਾ ਕਨਸੈਪਟ ਚੱਲਦਾ ਪਿਆ ਨਾ ਕਿ ਮਨ ਨੇ ਜਿਹੜਾ ਹੈ ਸਾਰਿਆਂ ਨੂੰ ਕੰਟਰੋਲ ਕਰਨਾ ਹੈ, ਲੇਕਿਨ ਮਨ ਅੱਛਾ ਮਨ ਕੰਟਰੋਲ ਕਿਵੇਂ ਹੋਏਗਾ? ਕਹਿੰਦੇ ਮਨ ਸਮਝਾਵਨ ਕਾਰਨ ਕਿ ਚੁੱਪ ਪੜੀਏ ਗਿਆਨ, ਜਾਂ ਗਿਆਨ ਕਾ ਬੱਦਾ ਮਨ ਰਹੇ। ਹੁਣ ਮਨ ਤੱਕ ਗਿਆਨ ਪਹੁੰਚਾਏਗਾ ਕੌਣ? ਉਹ ਵੀ ਤਾਂ ਇੰਦਰੀਆਂ ਪਹੁੰਚਾਉਣਗੀਆਂ। ਅੱਖਾਂ ਕੁਝ ਅੱਛੀ ਚੀਜ਼ ਪੜ੍ਹ ਕੇ ਤੇ ਫਿਰ ਮਨ ਨੂੰ ਦੇਣਗੇ, ਕੰਨ ਕੁਝ ਸੁਣਨਗੇ, ਗੁਰੂ ਦਾ ਸ਼ਬਦ ਸੁਣਨਗੇ ਤੇ ਮਨ ਤੱਕ ਪਹੁੰਚਾਉਣਗੇ। ਤੇ ਇਹ ਜਿਹੜਾ ਇਕਬਾਲ ਵੀਰ ਜੀ ਕਹਿ ਰਹੇ ਸਨ, ਬਿਲਕੁਲ ਦੋਨੋਂ ਦਾ ਮੇਲ ਹੈ। ਮਨ ਨੇ ਇੰਦਰੀਆਂ ਨੂੰ ਕੰਟਰੋਲ ਕਰਨਾ ਹੈ। ਹੁਣ ਮਨ ਕਿਹਦਾ ਬੱਦਾ ਹੈ? ਕਹਿੰਦਾ ਗਿਆਨ ਕਾ ਬੱਦਾ ਮਨ ਰਹੇ। ਤੇ ਹੁਣ ਮਨ ਨੂੰ ਇਹ ਫੀਡਬੈਕ ਕੌਣ ਦੇਗਾ? ਕਹਿੰਦੇ ਤੇਰੇ ਕੰਨਾਂ ਨੂੰ ਸਮਝਾਤਾ ਗਿਆ ਕਿ ਵੀ ਇਸ ਤਰ੍ਹਾਂ ਨੂੰ ਮੇਰੋ ਸਾਕੇ ਸੁਣਨੇ ਨੂੰ ਪਠਾਏ। ਇਹ ਬਿਲਕੁਲ ਗੱਲ ਸੱਚੀ ਹੈ। ਜਿਹੜਾ ਡਰਾਈਵ ਕਰਨ ਵਾਲਾ ਹੈ ਉਹ ਮਨ ਹੀ ਹੈ। ये गल वो वाली कंप्लीट कर दो कि ज्ञान का बंदा मन रहे। आगे जो शब्द है या जी ਉਹ ਵੀ ਬੜਾ ਇੰਪੋਰਟੈਂਟ ਵਰਡ ਹੈਗਾ ਵੀ ਜੀ। ਹਾਂਜੀ ਜੀ, ਕਹਿੰਦੇ ਮਨ ਕੁਚਰ ਪੀਲਕ ਗੁਰੂ, ਬਈ ਮਨ ਨੂੰ ਡਰਾਈਵ ਕਰਨ ਵਾਲਾ ਜਿਹੜਾ ਹੈ ਨਾ, ਮਨ ਨੇ ਕਹਿੰਦੇ ਜੋ ਗੁਰੂ ਦਿਆ ਸੋ ਮਨ ਕੇ ਕਾਮ। ਗੁਰੂ ਜਿਹੜਾ ਤੈਨੂੰ ਜੋ ਵੀ ਦਿੰਦਾ ਪਿਆ ਨਾ ਉਹ ਹੈ ਬੇਸਿਕਲੀ ਤੇਰੇ ਮਨ ਨੂੰ ਸਮਝਾਉਣ ਵਾਸਤੇ।
ਤੇ ਕਿਉਂਕਿ ਇਹ ਸਾਰੇ ਜਿਹੜੇ ਨੇ ਨਾ ਵੀ ਅਲਟੀਮੇਟਲੀ ਸੁਣਨਾ ਕੀ ਹੈ, ਫਿਰ ਸ਼ਰਵਣਾ ਨਾਲ ਕੀ ਸੁਣਨਾ ਹੈ, ਇਹ ਸ਼ਰਵਣੋ ਮੇਰਿਓ ਸਾਚੇ ਸੁਣਨ ਨੂੰ ਪਠਾਏ, ਕਿਉਂਕਿ ਮਨ ਫਿਰ ਉਹਦੇ ਹਿਸਾਬ ਨਾਲ ਹੀ ਸ਼ਰਵਣਾ ਨੂੰ ਵੀ ਚਲਾਏਗਾ ਨਾ, ਉਹ ਹਿਸਾਬ ਨਾਲ ਗੱਲ ਚੱਲਦੀ ਵੀ ਮੈਂ ਕਹਿੰਦਾ। ਹਾਂਜੀ ਵੀਰ ਜੀ, ਜਿਹੜੇ ਮਨ ਤੱਕ ਗਿਆਨ ਪਹੁੰਚਾਣਾ ਕਿਸ ਨੇ ਨਾ, ਉਹ ਪਹੁੰਚਾਉਂਦੇ ਹੈ ਅੱਖਾਂ ਦੀ ਸੂਰਤ। ਅੱਖਾਂ ਨਹੀਂ ਦੇਖਦੀਆਂ, ਅੱਖਾਂ ਦਾ ਧਿਆਨ ਦੇਖਣਗੇ ਤੇ ਅੱਖਾਂ, ਸੁਣੋ ਵੀਰ ਜੀ ਸੁਣਨਗੇ ਤੇ ਕੰਨ। ਵੀਰ ਜੀ ਇੱਕ ਮਿੰਟ ਸੁਣੋ, ਮੈਂ ਤੁਹਾਨੂੰ ਕੱਲ ਸਾਡੀ ਗੱਲ ਚੱਲਦੀ ਪਈ ਸੀ ਨਾ ਵੀ ਸਵੇਰੇ ਉੱਠ ਕੇ ਜਿਹੜਾ ਕੱਲ ਚੱਲਦੀ ਪਈ ਸੀ ਸਾਡੀ ਸਵੇਰੇ ਉੱਠਣ ਦੀ। ਇੱਕ ਮਿੰਟ ਸੁਣੋ ਵੀਰ ਜੀ, ਇੱਕ ਸੈਕਿੰਡ ਸੁਣੋ ਵੀਰ ਜੀ, ਇੱਕ ਸੈਕਿੰਡ ਸੁਣੋ ਵੀਰ ਜੀ। ਥੱਕੀਆਂ ਹੋਈਆਂ ਅੱਖਾਂ ਨਹੀਂ ਪੜ ਸਕਦੀਆਂ। ਇੱਕ ਮਿੰਟ ਵੀਰ ਜੀ, ਇੱਕ ਮਿੰਟ ਸੁਣੋ ਵੀਰ ਜੀ। ਥੱਕੀਆਂ ਹੋਈਆਂ ਅੱਖਾਂ ਵੀ ਨਹੀਂ ਪੜ ਸਕਦੀਆਂ, ਤੇ ਇੱਕ ਪਾਗਲ ਇਨਸਾਨ ਕੋਲ ਵੀ ਅੱਖਾਂ ਹੁੰਦੀਆਂ ਬੜੀਆਂ ਸੋਹਣੀਆਂ, ਸਾਡੇ ਤੋਂ ਵੀ ਸੋਹਣੀਆਂ, ਉਹਦੀ ਬੋਡੀ ਸਾਡੇ ਤੋਂ ਸੋਹਣੀ, ਲੇਕਿਨ ਉਹਦੀਆਂ ਅੱਖਾਂ ਖੁੱਲੀਆਂ ਹੋਈਆਂ ਵੀ ਕੁਝ ਨਹੀਂ ਦੇਖ ਸਕਦੀਆਂ, ਕੋਈ ਗਿਆਨ ਨਹੀਂ ਲੈ ਸਕਦੀ, ਕਿਉਂਕਿ ਉਹਦੇ ਕੋਲ ਧਿਆਨ ਨਹੀਂ ਹੁੰਦਾ। ਵੀਰ ਜੀ ਅੱਖਾਂ ਨਹੀਂ, ਅੱਖਾਂ ਦੀ ਸੂਰਤ ਦਾ ਧਿਆਨ। ਤੁਸੀਂ ਸੋਚੋ ਗੁਰਬਾਣੀ ਸਾਨੂੰ ਕਿੱਥੇ ਲੈ ਜਾਂਦੀ ਹੈ। ਗੁਰਬਾਣੀ ਨੇ ਕੀ ਕਿਹਾ, ਸੂਰਤ ਦਾ ਧੁਨ ਚੇਲਾ ਬਣਦਾ। ਵੀਰ ਜੀ ਸੂਰਤ ਦਾ ਧੁਨ, ਅੱਖਾਂ ਨਹੀਂ ਵੇਖਦੀਆਂ, ਅੱਖਾਂ ਦੀ ਸੂਰਤ ਦਾ ਧਿਆਨ ਕਿੱਥੇ ਟਿਕਿਆ ਹੋਇਆ ਨਾ। ਅੱਖਾਂ ਦੇਖੋ ਖੁੱਲੀਆਂ, ਅੱਖਾਂ ਦੇਖ ਰਹੀਆਂ, ਜਸਟ ਲਿਸਨ ਵੀਰ ਜੀ, ਜਸਟ ਲਿਸਨ ਵੀਰ ਜੀ। ਅੱਖਾਂ ਜਿਹਦੇ ਕੋਲ ਨਹੀਂ ਹੁੰਦੀਆਂ ਫਿਰ ਵੀ ਉਹ ਸੁਰਤੀ ਦੇ ਨਾਲ ਮਨ ਤੱਕ ਗਿਆਨ ਪਹੁੰਚਾ ਸਕਦਾ। ਕੰਨ ਨਾਲ ਸੁਣੇਗਾ ਵੀਰ ਜੀ, ਕੰਨ ਨਾਲ ਵੀ ਸੁਣੋ। ਉਸ ਤੋਂ ਬਿਨਾ ਇਹਨਾਂ ਅੰਗਾਂ ਦੇ ਜਿਹੜਾ ਹੈ ਨਾ, ਉਹ ਤੇ ਸੁਰਤ ਤੇ ਉਹਨੂੰ ਕੈਚ ਕਰੇਗੀ। ਜੋ ਅੱਖਾਂ ਨੇ ਦੇਖਿਆ ਸੁਰਤ ਉਹਨੂੰ ਕੈਚ ਕਰੇਗੀ, ਜੋ ਕੰਨਾਂ ਨੇ ਸੁਣਿਆ ਸੁਰਤ ਉਹਨੂੰ ਕੈਚ ਕਰੇਗੀ। ਵੀਰ ਜੀ ਤੁਸੀਂ ਜੋ ਬੋਲਤਾ ਮੈਂ ਸੁਣਿਆ, ਤੁਸੀਂ ਕੁਐਸਚਨ ਬੋਲਤਾ, ਜਸਟ ਲਿਸਨ ਸੁਣੋ ਵੀਰ ਜੀ। ਕੰਨ ਹੀ ਸੁਣਦੇ ਨੇ, ਬਿਲਕੁਲ ਸਹੀ ਗੱਲ ਕਰ ਰਹੇ ਹੋ, ਲੇਕਿਨ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਪਾਗਲ ਇਨਸਾਨ ਦੇ ਕੰਨ ਕੁਝ ਨਹੀਂ ਸੁਣਦੇ ਨੇ, ਪਾਗਲ ਇਨਸਾਨ ਦੀ ਅੱਖਾਂ ਨਹੀਂ। ਕਿਉਂ? ਪਾਗਲ ਇਨਸਾਨ ਕੋ ਕੀ ਹੁੰਦਾ ਜਿਹੜਾ ਇੱਕ ਨਾਰਮਲ ਇਨਸਾਨ ਚ ਨਹੀਂ ਹੁੰਦਾ? ਧਿਆਨ ਨਹੀਂ ਹੁੰਦਾ ਪਾਗਲ ਇਨਸਾਨ ਕੋ। ਸਮਝੋ, ਪਾਗਲ ਇਨਸਾਨ ਦੇ ਕੰਨ ਵੀ ਸੁਣਦੇ ਨੇ, ਪਾਗਲ ਇਨਸਾਨ ਦੀਆਂ ਅੱਖਾਂ ਵੀ ਸੁਣਦੀਆਂ ਨੇ, ਪਾਗਲ ਇਨਸਾਨ ਦੀ ਜੇਬਾ ਵੀ ਬੋਲਦੀ ਹੈ। ਪਾਗਲ ਇਨਸਾਨ ਦੇ ਕੋਲ ਕੀ ਹੁੰਦਾ? ਸੁਰਤ ਹੁੰਦੀ ਹੈ, ਲੇਕਿਨ ਧਿਆਨ ਨਹੀਂ ਹੁੰਦਾ। ਪਾਗਲ ਇਨਸਾਨ ਨੂੰ ਅਸੀਂ ਫੜ ਕੇ ਸਕੂਲ ਦੀ ਕਲਾਸ ਵਿੱਚ ਬਿਠਾ ਸਕਦੇ ਹਾਂ, ਲੇਕਿਨ ਪਾਗਲ ਇਨਸਾਨ ਉਹ ਅੱਖਾਂ ਖੋਲ ਕੇ ਵੀ, ਕੰਨ ਖੋਲ ਕੇ ਵੀ ਗਿਆਨ ਨਹੀਂ ਲੈ ਸਕਦਾ। ਅੱਖਾਂ ਮਨੁੱਖ ਨਹੀਂ ਹੁੰਦੀਆਂ। ਅੱਖਾਂ ਦਾ ਅਗਰ ਅੱਖਾਂ ਦੇ ਵਿੱਚ ਧਿਆਨ ਹੈ, ਸੁਰਤੀ ਦਾ ਧਿਆਨ ਹੈ, ਧਿਆਨ ਹੀ ਮਨੁੱਖ ਹੁੰਦਾ। ਅਦਰਵਾਈਜ਼ ਉਸ ਪਾਗਲ ਇਨਸਾਨ ਨੂੰ ਅੱਖਾਂ ਦੇ ਹੁੰਦਿਆਂ, ਕੰਨਾਂ ਦੇ ਹੁੰਦਿਆਂ ਪਾਗਲਖਾਨੇ ਚ ਕਹਿੰਦੇ ਤੂੰ ਸਮਾਜ ਵਿੱਚ ਰਹਿਣ ਜੋਗਾ ਨਹੀਂ। ਕਿਉਂ? ਕਿਉਂਕਿ ਸਮਾਜ ਦੇ ਕੋਲ ਧਿਆਨ ਹੈ ਅੱਖਾਂ ਦੇ ਵਿੱਚ, ਤੇਰੀ ਅੱਖਾਂ ਦੇ ਵਿੱਚ, ਤੇਰੇ ਕੰਨਾਂ ਵਿੱਚ, ਤੇਰੇ ਸਰੀਰ 'ਚ ਧਿਆਨ ਨਹੀਂ ਹੈ। ਧਿਆਨ ਦੀ ਅਣਹੋਂਦ ਨੂੰ ਪਾਗਲ ਕਹਿੰਦੇ ਨੇ। ਔਰ ਹੌਲੀ ਹੌਲੀ ਉਹਦੀ ਇਲਾਜ ਇਸ ਲਈ ਕਰਦੇ ਨੇ, ਕਹਿੰਦੇ ਨੇ ਹੁਣ ਇਹ ਥੋੜਾ ਇਹਦਾ ਧਿਆਨ ਲੱਗਣ ਲੱਗੇ, ਸਮਝਣ ਲੱਗ ਗਿਆ ਕੁਝ ਗੱਲਾਂ ਵੀ ਜੀ। ਅੱਖਾਂ ਨਹੀਂ ਕੁਝ ਦੇਖਦੀਆਂ, ਅੱਖਾਂ ਦਾ ਧਿਆਨ ਦੇਖਦਾ ਹੈ। ਕੰਨ ਨਹੀਂ ਕੁਝ ਸੁਣ ਸਕਦੇ ਅਗਰ ਕੰਨਾਂ ਦੇ ਵਿੱਚ ਸੁਰਤ ਤੇ ਉਹਦਾ ਧਿਆਨ ਨਹੀਂ ਹੈ। ਸੁਰਤ ਧੁਨ, ਸਤਿਗੁਰੂ ਸਾਨੂੰ ਕਿੱਥੇ ਲਿਜਾਣਾ ਚਾਹ ਰਹੇ ਨੇ? ਸੁਰਤ ਧੁਨ ਚੇਲਾ, ਉੱਥੇ ਤੱਕ ਲਿਜਾਣ। ਜਦੋਂ ਅਸੀਂ ਵੀ ਖੁਦ ਜਦੋਂ ਸਰੀਰਕ ਤੌਰ ਤੇ ਕਲਾਸ 'ਚ ਬੈਠੇ ਹੁੰਦੇ ਹਾਂ, ਸਕੂਲ 'ਚ ਜਾਂਦੇ ਹਾਂ, ਤਾਂ ਉਦੋਂ ਅਸੀਂ ਬਲੈਕ ਬੋਰਡ ਵੱਲ ਦੇਖ ਵੀ ਰਹੇ ਹੁੰਦੇ ਹਨ, ਮੈਡਮ ਟੀਚਰ ਪੜ੍ਹਾ ਵੀ ਰਿਹਾ ਹੁੰਦਾ, ਲੇਕਿਨ ਟੀਚਰ ਸਾਨੂੰ ਪਤਾ ਕੀ ਬੋਲਦਾ? ਉਹ ਤੇਰਾ ਧਿਆਨ ਕਿੱਧਰ ਹੈ? ਅਸੀਂ ਕਲਾਸ ਵਿੱਚ ਬੈਠੇ ਹੋਏ ਵੀ ਜੀ, ਪ੍ਰੈਜ਼ੈਂਟ ਹੋਏ ਵੀ ਪ੍ਰੈਜ਼ੈਂਟ ਨਹੀਂ ਹੁੰਦੇ ਆ ਅਗਰ ਸਾਡਾ ਧਿਆਨ ਨਹੀਂ ਹੁੰਦਾ। ਸਾਨੂੰ ਟੀਚਰ ਇਹ ਨਹੀਂ ਬੋਲਦਾ ਵੀ ਤੇਰੀ ਅੱਖਾਂ ਕਿਉਂ ਬੰਦ ਹੈ, ਉਹ ਇਹ ਨਹੀਂ ਬੋਲਦਾ। ਉਹਨੂੰ ਪਤਾ ਵੀ ਅੱਖਾਂ ਇਹਦੀਆਂ ਖੁੱਲੀਆਂ ਪਈਆਂ, ਲੇਕਿਨ ਇਹ ਕਹਿੰਦੇ, ਉਹ ਟੀਚਰ ਇਹ ਬੋਲਦਾ तेरा ध्यान किधर है, मैंने जो पढ़ाया तूने सुना किधर, तेरा ध्यान किधर है। जिथे ध्यान होएगा वीर जी, अखा उसी अखा ओही ज्ञान लै सकदे, कान ओही सुन सकदे जिथे ध्यान होएगा। इसी नूं गुरबाणी चेला बोलदी है, कहंदी ने सुरत नहीं, सुरत दा धुन चेला हुंदा है। सानू गुरबाणी इत्थे ले जाण, ये सिख है गुरु ग्रंथ साहिब जी दा। गुरु ग्रंथ साहिब जी दा सिख कौन है? अखा पूरी बोड इंद्रिय ज्ञान इंद्रियां दा ध्यान गुरबाणी दा सिख है। वो जिथे ध्यान लगेगा, अच्छा अखा का ध्यान अगर 10 दुकाना दे विचों किसी भी एक पर्टिकुलर जगह ते एक पॉइंट ते है, बस अखा उसनू देख रही है, बाकी पूरा बाजार सजा उसनू कुछ नहीं दिखेगा। अगर साडे सामने 100 बंदे खड़े ने, लेकिन अख किसी एक बंदे नू ही देखेगी, 99 बंदे नू नहीं देखेगी। देखेगी किसनू? जिससे उहदा ध्यान है। ध्यान नू ही गुरबाणी सिख आखदी है। ध्यान तक ले जाना चाह रही सानू, सुरत तक भी नहीं। सुरत धुन नू असीं वीर जी नहीं समझ पाए, धुन नू गुरबाणी सिख आख रही है। धुन तक पहुंच का फिर साडी अगली यात्रा बड़ी ईजी समझ आ जाएगी। धुन अखा नहीं देखदियां, अखा वो देखदियां जिथे उस अखा ध्यान अखा नू कहंदा तू देख, वो एक पर्टिकुलर एक इंसान नू देख, बस वो ज्ञान चाहिए मैनू। अखा वो ज्ञान
ਧਿਆਨ ਦੇ ਆਖੇ ਕਰਕੇ ਉਹ ਗਿਆਨ ਚੱਕਦੀਆਂ ਉੱਥੋਂ। ਕੰਨ ਉਹੀ ਸੁਣਦਾ ਹੈ। ਅਗਰ ਤੁਸੀਂ 3-4 ਗਾਣੇ ਇਕੱਠੇ ਚਲਾ ਦੋ ਤੇ ਧਿਆਨ ਕੰਨ ਉਹ ਵਾਲਾ ਗਾਣਾ ਸੁਣੇਗਾ ਜਿੱਥੇ ਜਿਸ ਗਾਣੇ ਵਿੱਚ ਉਸਦਾ ਧਿਆਨ ਹੋਏਗਾ। ਚਾਰੋਂ ਗਾਣੇ ਇਕੱਠੇ ਕੰਨ ਨਹੀਂ ਸੁਣ ਸਕਦਾ। ਕੰਨ ਇੱਕ ਗਾਣਾ ਸੁਣੇਗਾ, 4 ਗਾਣੇ ਚੱਲਦੇ ਹੋਣਗੇ पर कान एक गाना ही सुनेगा। हाँ जी, मैं इसका एक सिंपल बहुत अच्छा सा प्रैक्टिकल एग्जांपल दूं जो आप बता रहे हैं। हाँ जी वीर जी। कोई भी एक किताब लेके 3 लाइना पढ़ो, मतलब अपन नोटिस करेंगे कि जब जब आंखों से उसको देखेंगे ना तो जबान अंदर बोलती है। एंड जब भी अपन पढ़ते हैं कोई भी चीज को, किसी के सामने अगर कुछ भी पढ़ा हो, जस्ट 2 लाइन्स पढ़ना, आंखें देखेंगी, अंदर ही जबान बोलेगी और अंदर वो जो जबान ने बोला वही कान सुनेंगे। यही सूरत है। यस, एक्सीलेंट। बहुत इंपॉर्टेंट विषय चल रहा है। तजिंदर ਵੀਰ ਜੀ ਕੱਲ ਦਾ ਸਵਾਲ ਅਸੀਂ ਨੂੰ ਲੈ ਬਿਲਕੁਲ ਵੀਰ ਜੀ, ਕੱਲ ਲੈ ਲਾਂਗੇ ਵੀਰ ਜੀ। ਬੇਨਤੀ ਹੈ, ਬੜਾ ਇੰਪੋਰਟੈਂਟ ਟੌਪਿਕ ਹੈ, ਅਸੀਂ ਇੱਥੇ ਰੋਕ ਰਹੇ ਹਾਂ ਮੈਂ ਰਿਕਾਰਡਿੰਗ। ਵੀਰ ਜੀ ਇਹ ਕੱਲ ਦਾ ਸਵਾਲ ਨਹੀਂ ਹੈ ਵੀਰ ਜੀ, ਇਹ ਪੂਰੇ